ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਾਧੂ ਕੀ ਮਨ ਓਟ ਗਹੁ ਉਕਤ ਸਿਆਨਪ ਤਿਆਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ 52 ਅੱਖਰੀ ਦੀ ਵਿਚਾਰ ਜੋ ਪਿੱਛੇ 47 ਸ਼ਲੋਕ ਪੌੜੀਆਂ ਹੋ ਚੁੱਕੀਆਂ ਹਨ। ਅੱਗੇ ਜਿਸ ਪ੍ਰਕਾਰ 28ਵਾਂ ਸ਼ਲੋਕ ਪੌੜੀ ਸ਼ੁਰੂ ਹੋ ਰਹੀ ਹੈ, ਸਤਿਗੁਰੂ ਜੀ ਜਿਸ ਪ੍ਰਕਾਰ ਮਹਾਨ ਪਰਉਪਕਾਰ ਕਰਨ ਵਾਸਤੇ ਸੰਸਾਰ ਦੇ ਅੰਦਰ ਮਨੁੱਖੀ ਜਾਮੇ ਵਿੱਚ ਆ ਕੇ ਸਾਡੀ ਕਲਿਆਣ ਕਰਨ ਦੇ ਲਈ ਇਹੋ ਜਿਹੀ ਅੰਮ੍ਰਿਤਮਈ ਬਾਣੀਆਂ ਬਖਸ਼ ਕੀਤੀਆਂ ਹਨ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੀ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜੀਵ ਜੇ ਆਪਣਾ ਭਲਾ ਚਾਹੁੰਦਾ ਹੈ ਤਾਂ ਫਿਰ ਇਸ ਕਰਮ ਵਿੱਚ ਪ੍ਰਵਿਰਤ ਹੋ। ਉਹ ਫਰਮਾਨ ਕਰਦੇ ਨੇ, ਸੁਣੋ ਜੀ। ਸ਼ਲੋਕ ਸਾਧੂ ਕੀ ਮਨ ਓਟ ਗਹੁ। ਇਹ ਮਨ ਪ੍ਰਤੀ ਉਚਾਰਨ ਕਰਕੇ ਉਪਦੇਸ਼ ਹੈ। ਸਾਧ ਨਾਮ ਨਿਰਮਲਤਾ ਕੇ ਕਰਮ ਜਿਹੜੇ ਐ ਇਸ ਤਰ੍ਹਾਂ ਦੇ ਮਹਾਂਪੁਰਸ਼ ਹਨ। ਸਾਧੂ ਜਿਹੜੇ ਸ੍ਰੇਸ਼ਟ ਪੁਰਸ਼ ਹਨ, ਹੈ ਮਨਾ ਉਹਨਾਂ ਦੀ ਓਟ ਨਾਮ ਆਸਰੇ ਦਾ ਹੈ। ਉਹਨਾਂ ਦਾ ਆਸਰਾ ਗ੍ਰਹਿਣ ਕਰ, ਉਹਨਾਂ ਦਾ ਆਸਰਾ ਲੈ ਤਾਂ ਤੇਰਾ ਭਲਾ ਹੋਵੇਗਾ। ਉਕਤ ਸਿਆਨਪ ਤਿਆਗ। ਬਚਨਾਂ ਦੀ ਜਿਹੜੀ ਚਤੁਰਾਈ ਹੈ ਤੇ ਬੁੱਧੀ ਦੀ ਸਿਆਣਪ ਜੋ ਹੈ, ਉਕਤ ਨਾਮ ਬਚਨਾਂ ਦੀ ਚਤੁਰਾਈ ਦਾ ਤੇ ਬੁੱਧੀ ਦੀ ਜੋ ਸਿਆਣਪ ਹੈ, ਇਸ ਨੂੰ ਛੱਡਣਾ ਕਰ। ਇਹ ਤਿਆਗ ਦੇ ਤਿਆਗਣ ਵਾਲੀ ਹੈ। ਗੁਰ ਦੀਖਿਆ ਜਿਹੇ ਮਨ ਵਸੈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੀ ਦੀਕਸ਼ਿਤ ਮੰਤਰ ਵਸ ਗਿਆ ਹੈ, ਜਾਂ ਦੀਖਿਆ ਕਹੀਏ ਸਿੱਖਿਆ ਵਸ ਗਈ ਹੈ ਜਾਂ ਵਸ ਜਾਂਦੀ ਹੈ। ਨਾਨਕ ਮਸਤਕ ਭਾਗ। ਉਹਨਾਂ ਦੇ ਮੱਥੇ ਦੇ ਚੰਗੇ ਭਾਗ ਸਮਝੋ ਤੁਸੀਂ, ਸ੍ਰੇਸ਼ਟ ਕਰਮ ਹਨ ਉਹਨਾਂ ਦੇ। ਪੌੜੀ ਸੱਸਾ ਸਰਨ ਪਰੇ ਅਬ ਹਾਰੇ। ਸੋ ਅੱਗੇ ਮਹਾਰਾਜ ਸਾਹਿਬ ਜੀ ਸੱਸੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਤੇ ਜੋ ਅਬ ਹੁਣ ਅਸੀਂ ਸਾਰੇ ਹਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ, ਥੱਕ ਚੁੱਕੇ ਹਾਂ, ਆਪ ਕਿਰਪਾ ਕਰੋ। ਸ਼ਾਸਤਰ ਸਿਮਰਤ ਵੇਦ ਭੂਕਾਰੇ। ਇਹ ਚਾਰੇ ਵੇਦ ਜਿਹੜੇ ਨੇ, ਸ਼ਾਮ ਵੇਦ ਹੈ, ਰਿਗ ਵੇਦ ਹੈ, ਯਜੁਰਵੇਦ ਹੈ, ਅਥਰਵਣ ਵੇਦ ਹੈ। 6 ਜਿਹੜੇ ਸ਼ਾਸਤਰਾਂ ਨੂੰ ਸਾਂਖ, ਨਿਆਏ, ਵਿਸੇਖ, ਪੂਰਵਮਾਸਾ, ਪਤੰਜਲ, ਵਿਦਾਂਤ, ਇਹ 27 ਸਿਮਰਤੀਆਂ ਹਨ। ਇਹ ਸਾਰੇ ਪੁਕਾਰੇ ਦਾ ਮਤਲਬ ਹੈ ਢੰਡੋਰਾ ਦਿੰਦੇ ਨੇ, ਕਹਿ ਰਹੇ ਨੇ, ਉਚਾਰਨ ਕਰਦੇ ਹਨ। ਸੋਧਤ ਸੋਧਤ ਸੋਧ ਵਿਚਾਰਾ। ਇੱਕ ਤਾਂ ਚਾਰੇ ਵੇਦ, 27 ਸਿਮਰਤੀਆਂ ਤੇ 6 ਸ਼ਾਸਤਰ। ਇਹ ਸ਼ਾਸਤਰਾਂ ਨੂੰ ਸੋਧਤ ਨਾਮ ਵਿਚਾਰਨ ਦਾ ਵੀ ਚੰਗੀ ਤਰ੍ਹਾਂ ਵਿਚਾਰ ਲਿਆ, ਘੋਖ ਲਿਆ ਹੈ। ਤੇ ਪੁਰਾਣਾਂ ਨੂੰ ਵੀ ਸੋਧਤ ਵਿਚਾਰ ਲਿਆ ਹੈ। ਸਿਮਰਤੀਆਂ ਨੂੰ ਵੀ ਸੋਧ ਚੰਗੀ ਤਰ੍ਹਾਂ ਉਹਨਾਂ ਨੂੰ ਵਿਚਾਰਨਾ ਕੀਤਾ ਹੈ। ਵੇਦਾਂ ਨੂੰ ਵੀ ਵਿਚਾਰਿਆ ਹੈ। ਇਹ ਸਾਰਾ ਕੁਝ ਨਿਚੋੜ ਦੱਸਣ ਲੱਗੇ ਹੈ ਵੇਦਾਂ ਸ਼ਾਸਤਰਾਂ ਦਾ। ਜਾਂ ਫਿਰ ਇਉਂ ਕਹੋ ਵੀ ਸਰੀਰ ਕਰਕੇ ਵੀ ਵਿਚਾਰਿਆ ਹੈ, ਬਾਣੀ ਕਰਕੇ ਵੀ ਵਿਚਾਰਿਆ, ਮਨ ਕਰਕੇ ਵੀ ਸੋਧਿਆ, ਸਤ ਸੰਗਤ ਦੁਆਰਾ ਵੀ ਵਿਚਾਰ ਕੀਤੀ ਹੈ। ਇਹ ਨਿਸ਼ਚੈ ਕੀਤਾ ਹੈ ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਿਨਾ ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ, ਛੁਟਕਾਰਾ ਨਹੀਂ ਹੋਣਾ ਹੈ। ਨਾਮ ਦੁਆਰਾ ਹੀ ਛੁਟਕਾਰਾ ਹੋਏਗਾ। ਇਹ ਸਿਧਾਂਤ ਨਿਚੋੜ ਕੱਢ ਕੇ ਦੱਸਿਆ ਮਹਾਰਾਜ ਸਾਹਿਬ ਨੇ। ਸਾਸ ਸਾਸ ਹਮ ਭੁੱਲਨ ਹਾਰੇ। ਹਮ ਫਾਰਸੀ ਦਾ ਸ਼ਬਦ ਹੈ ਕਿ ਅਸੀਂ ਜੀਵ ਇੱਕ ਇੱਕ ਸਾਹ ਦੇ ਵਿੱਚ ਕਈ ਕੀ ਭੁੱਲਾਂ ਕਰਨ ਵਾਲੇ ਹਾਂ ਮਹਾਰਾਜ।
ਭੁੱਲਣ ਵਾਲੇ ਹਾਂ, ਭੁੱਲਣ ਵਾਲੇ ਹੋ ਕੇ ਅਸੀਂ ਭੁੱਲਾਂ ਕਰ ਰਹੇ ਹਾਂ, ਪਰ ਤੁਸੀਂ ਮਹਾਰਾਜ ਕਿਰਪਾ ਕਰੋ। ਤੁਮ ਸਮਰੱਥ ਅਗੰਤ ਅਪਾਰੇ, ਤੇ ਤੁਸੀਂ ਮਹਾਰਾਜ ਸਮਰੱਥ ਸਰਬ ਸ਼ਕਤੀਮਾਨ ਹੋ। ਸਾਰੀਆਂ ਤੁਹਾਡੇ ਵਿੱਚ ਕਲਾ ਹਨ, ਸ਼ਕਤੀਆਂ ਤੁਹਾਡੇ ਵਿੱਚ, ਪਰ ਉਹ ਕੈਸੀਆਂ ਹਨ ਜਿਨ੍ਹਾਂ ਦੀ ਅਗਣਤ ਗਿਣਤੀ ਨਹੀਂ ਹੋ ਸਕਦੀ ਹੈ, ਗਿਣਨ ਤੋਂ ਰਹਿਤ। ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਤੁਸੀਂ ਮਹਾਰਾਜ ਪਰੇ ਹੋ, ਰਹਿਤ ਹੋ ਤੁਸੀਂ। ਸ਼ਰਨ ਪਰੇ ਕੀ ਰਾਖ ਦਇਆਲਾ, ਇਹ ਦਇਆ ਦੇ ਘਰ ਪਰਮੇਸ਼ਰ, ਅਸੀਂ ਤੇਰੀ ਸ਼ਰਨ ਵਿੱਚ, ਤੇਰੀ ਓਟ ਵਿੱਚ ਆ ਗਏ ਹਾਂ, ਤੇ ਹੁਣ ਤੁਸੀਂ ਮਹਾਰਾਜ ਸ਼ਰਨ ਪਿਆਿਆਂ ਦੀ ਕਿਰਪਾ ਕਰਕੇ ਲਾਜ ਰੱਖਣਾ ਕਰੋ। ਤੁਸੀਂ ਮਹਾਰਾਜ ਕਿਰਪਾ ਕਰੋ। ਨਾਨਕ ਤੁਮਰੇ ਬਾਲ ਗੋਪਾਲਾ, ਹੇ ਗੋ ਧਰਤੀ ਦੇ, ਪ੍ਰਿਥਵੀ ਦੇ ਮਾਲਕ, ਪਾਲ ਪਾਲਣਾ ਕਰਨ ਵਾਲੇ, ਅਸੀਂ ਮਹਾਰਾਜ ਤੁਹਾਡੇ ਬਾਲ ਬੱਚੇ ਆਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਵੇਂ ਜਾਮੇ ਦੇ ਵਿੱਚ ਕਥਨ ਕਰਦੇ ਨੇ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਕਥਨ ਕੀਤਾ ਤੇ ਸਾਡੇ ਲਈ ਕਥਨ ਕਰਨ ਦਾ ਇੱਕ ਪੂਰਨਾ ਪਾ ਕੇ ਦਿੱਤਾ ਵੀ ਇਉਂ ਬੇਨਤੀ ਕਰੋ ਮਹਾਰਾਜ ਨੂੰ। ਇਉਂ ਗੁਰੂ ਸਾਹਿਬ ਨੇ ਕਥਨ ਕੀਤਾ। ਚੰਚਲ ਮਤ ਵਾਰਕ ਵਪਰੇ ਕੀ, ਸਰਪ ਅਗਨ ਕਰ ਮੇਲੈ, ਮਾਤਾ ਪਿਤਾ ਕੰਠ ਲਾਏ ਰਾਖੈ, ਅਨੰਦ ਸਹਿਜ ਤਵ ਖੇਲੈ। ਇਸ ਕਰਕੇ ਮਹਾਰਾਜ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਅਸੀਂ ਮਹਾਰਾਜ ਤੁਹਾਡੇ ਬੱਚੇ ਹਾਂ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਖਸ਼ ਦੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਆ ਮਹਾਰਾਜ ਕਿਰਪਾ ਕਰੋ, ਅਸੀਂ ਨੰਨੇ ਬੱਚੇ ਹਾਂ, ਬਾਲਕ ਹਾਂ, ਮਹਾਰਾਜ ਅਣਜਾਣ ਹਾਂ। ਜਿਵੇਂ ਬੱਚਾ ਜਿਹੜਾ ਹੈ ਉਹ ਅਨੰਤ ਗਲਤੀਆਂ ਕਰਦਾ ਹੈ ਬਚਪਨ ਦੇ ਵਿੱਚ, ਇਸੇ ਤਰ੍ਹਾਂ ਮਹਾਰਾਜ ਅਸੀਂ ਤਾਂ ਖਿਆਲਾਂ ਕਰਕੇ, ਮਨ ਕਰਕੇ ਬੱਚਿਆਂ ਵਾਲਾ ਹੀ ਸੁਭਾਅ ਹੈ। ਮਹਾਰਾਜ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਸਾਡੇ ਗੁਨਾਹ ਬਖਸ਼ ਦਿਓ। ਸ਼ਲੋਕ ਖੁਦੀ ਮਿਟੀ ਤਬ ਸੁਖ ਭਏ, ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਵੀ ਜਦੋਂ ਖੁਦ ਪਸੰਦੀ ਜਿਹੜੀ ਹੈ, ਹੰਗਤਾ ਜਦੋਂ ਮਿਟ ਗਈ, ਅੰਦਰ ਤੋਂ ਮਿਟ ਗਈ ਹੰਗਤਾ ਜਦੋਂ, ਤਾਂ ਉਸੇ ਵੇਲੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਸੁਖ ਪ੍ਰਾਪਤ ਮਿਲ ਜਾਂਦਾ ਹੈ, ਆਤਮਿਕ ਸੁਖ ਮਿਲਦਾ ਹੈ। ਮਨ ਤਨ ਭਏ ਅਰੋਗ, ਕੁਛ ਮਨ ਦੇ ਰੋਗ ਹੈ, ਕੁਛ ਤਨ ਦੇ ਰੋਗ ਹੈ। ਤੇ ਜਿਹੜੇ ਮਨ ਦੇ ਰੋਗ, ਤਨ ਦੇ ਰੋਗਾਂ ਨਾਲੋਂ ਜ਼ਿਆਦਾ ਭਿਆਨਕ ਨੇ ਉਹ। ਪਰਮੇਸ਼ਰ ਦਾ ਨਾਮ ਜਿਹੜਾ ਹੈ ਦੋਨਾਂ ਰੋਗਾਂ ਨੂੰ ਨਿਵਰਤ ਕਰਦਾ ਹੈ। ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੇ ਸਭ ਕੁਝ। ਜਿੱਥੇ ਜੈ ਜੈਕਾਰਾਂ ਹੁੰਦੀਆਂ ਨਾ, ਤੇ ਮਨ ਤਨ ਕਰਕੇ ਅਰੋਗ ਹੋ ਜਾਈਦਾ। ਮਨ ਤਨ ਭਏ ਅਰੋਗਾ ਵੀ ਇਸ ਤਰ੍ਹਾਂ ਦਾ ਸ਼ਬਦ ਵੀ ਆਉਂਦਾ ਹੈ। ਉਹ ਮਨ ਵੀ ਤਨ ਵੀ, ਬਹੁਤੇ ਰੋਗਾਂ ਦੀ ਜੜ ਜਿਹੜੀ ਹੈ ਮਨ ਦੇ ਵਿੱਚ ਹੈ। ਇਸ ਕਰਕੇ ਮਨ ਦੇ ਵਿੱਚੋਂ ਤਾਂ ਜਿਹੜੇ ਹੰਗਤਾ ਆਦਿ ਦੇ ਰੋਗ ਨੇ, ਤੇ ਫੁਰਨੇ, ਇਹ ਵੀ ਇੱਕ ਰੋਗ ਹੀ ਲੱਗਿਆ, ਚਿੰਤਾ ਦਾ ਰੋਗ ਲੱਗਿਆ ਹੋਇਆ ਹੈ। ਤੇ ਤਨ ਦੇ ਉੱਤੇ ਵਿਕਾਰ, ਭੋਗਣ ਰੂਪ ਰੋਗ ਲੱਗੇ ਹੋਏ ਨੇ। ਇਹਨਾਂ ਤੋਂ ਫਿਰ ਅਰੋਗ ਹੋ ਜਾਈਦਾ, ਤੰਦਰੁਸਤ ਹੋ ਜਾਈਦਾ। ਵਾਹਿਗੁਰੂ ਦਾ ਨਾਮ ਐਸਾ ਹੈ, ਉਹ ਖੁਦ ਹੀ ਨੂੰ ਮਿਟਾ ਦਿੰਦਾ ਹੈ ਹੰਕਾਰ ਨੂੰ। ਹੰਕਾਰ ਮਿਟਣ ਤੋਂ ਇਹ ਸਾਰੇ ਸੁੱਖ ਮਿਲਦੇ ਹਨ। ਨਾਨਕ ਦ੍ਰਿਸ਼ਟੀ ਆਇਆ, ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ, ਫਿਰ ਉਹ ਨਿਗਾਹ ਬ੍ਰਹਮਾਕਾਰ ਬਿਰਤੀ ਦੁਆਰਾ, ਉਹ ਜਿਹੜੀ ਦ੍ਰਿਸ਼ਟੀ ਹੈ ਗਿਆਨ ਵਾਲੀ, ਵਿਚਾਰ ਵਾਲੀ ਦ੍ਰਿਸ਼ਟੀ, ਉਹਦੇ ਦੁਆਰਾ ਫਿਰ ਉਹ ਨਿਗਾਹ ਆਇਆ, ਯਾਨੀ ਪਰਮੇਸ਼ਰ ਦਿਸਣ ਲੱਗ ਜਾਂਦਾ ਹੈ। ਉਸਤਤ ਕਰਨ ਜੋਗ, ਮਹਾਰਾਜ ਸਾਹਿਬ ਨੇ ਫਰਮਾਇਆ ਵੀ ਉਸਤਤ ਵਡਿਆਈ ਕਰਨ ਦੇ ਯੋਗ ਹਰ ਇੱਕ ਨਹੀਂ ਹੁੰਦਾ, ਵਾਹਿਗੁਰੂ ਇਹਦੇ ਯੋਗ ਲਾਇਕ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਸਾਡੀ ਦ੍ਰਿਸ਼ਟੀ ਦੇ ਵਿੱਚ ਤਾਂ ਉਹ ਆਇਆ, ਸਾਡੀ ਵਿਚਾਰ ਵਿੱਚ ਉਹ ਆਇਆ ਕਿ ਉਹਦੀ ਉਸਤਤ ਕਰੋ। ਉਸਤਤ ਕਰੋ ਸਦਾ ਪ੍ਰਭ ਆਪਣੀ, ਜਿਨ ਪੂਰੀ ਕਲ ਰਾਖੀ। ਉਹ ਪਰਮੇਸ਼ਰ ਦ੍ਰਿਸ਼ਟੀ ਵਿੱਚ ਆ ਗਿਆ, ਜੋ ਬ੍ਰਹਮਾ ਵਿਸ਼ਨੂੰ ਆਦਿ ਦੇ ਉਸਤਤ ਜਸ ਕਰਨੇ ਯੋਗ ਹੈ, ਉਹ ਵੀ ਉਸਤਤ ਕਰਦੇ ਨੇ ਉਸ ਦੀ, ਹੋਰ ਕਿਸੇ ਦੀ ਸਿਫਤ ਕਰਨੀ ਯੋਗ ਨਹੀਂ। ਇਸ ਕਰਕੇ ਵਾਹਿਗੁਰੂ ਦੀ ਸਿਫਤ ਕਰੀਏ। ਪੌੜੀ ਕੱਖਾ ਖਰਾ ਸਰਾਹੋ ਤਾਹੂ, ਅੱਖੇ ਅੱਖਰ ਦੁਆਰਾ ਕਥਨ ਕਰਦੇ ਹੈ। ਇਹ ਤਾਹੂ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸ਼ਲਾਘਾ ਹੈ,
ਸਲਾਉਣਾ ਕਰਨਾ ਹੈ, ਇਹ ਖਰਾ ਕੀ ਚੰਗਾ ਹੈ, ਉਸੇ ਦੀ ਉਸਤਤ ਕਰਨੀ ਚੰਗੀ ਹੈ। ਜੋ ਖਿਨ ਮਹਿ ਊਨੇ ਸੁਬਰ ਭਰਾਹੂ। ਜਿਹੜਾ ਪਰਮੇਸ਼ਰ ਇੱਕ ਛਿਨ ਵਿੱਚ ਹੀ ਊਨੇ ਨਾ ਹੁੰਦਾ ਖਾਲੀ ਦਾ, ਜਿਹੜੇ ਖਾਲੀ ਹਿਰਦਿਆਂ ਨੂੰ ਸੁਭ ਗੁਣਾਂ ਦੇ ਨਾਲ, ਜੋ ਖਿਨ ਮਹਿ ਊਨੇ ਸੁਬਰ ਭਰਾਹੂ। ਸੁਬਰ ਦਾ ਅਰਥ ਹੈ ਲਵਾਲਵ ਭਰ ਦਿੰਦਾ ਹੈ, ਨੱਕੋ ਨੱਕ ਜਿਹਨੂੰ ਭਰਨਾ ਉਹ ਕਹਿੰਦੇ ਆ। ਇਸ ਤਰ੍ਹਾਂ ਸ਼ੁਭ ਗੁਣਾਂ ਦੇ ਨਾਲ ਭਰ ਦਿੰਦਾ ਹੈ ਊਣੇ ਜਿਹੜੇ ਖਾਲੀ ਨੇ ਸ਼ੁਭ ਗੁਣਾਂ ਤੋਂ। ਖਰਾ ਨਿਮਾਨਾ ਹੋਤ ਪਰਾਨੇ। ਤੇ ਹੇ ਪ੍ਰਾਨੀ ਜੀਵ, ਜੇਕਰ ਤੂੰ ਖਰਾ ਅਤਿਅੰਤ ਹੀ, ਤੇ ਨਿਮਾਨਾ ਹੁੰਦਾ ਮਾਣ ਤੋਂ ਰਹਿਤ, ਜੇ ਮਾਣ ਤੋਂ ਰਹਿਤ ਨਿਮਰਤਾ ਵਾਲਾ ਹੋ ਜਾਵੇਂ। ਅਨਦਿਨ ਜਾਪੈ ਪ੍ਰਭ ਨਿਰਬਾਨੀ। ਨਿਰਬਾਨੀ ਬੰਧਨਾਂ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਰਾਤ ਦਿਨ ਜੇਕਤੇ ਜਪਣਾ ਕਰੇ ਤੋਂ। ਭਾਵੈ ਖਸਮ ਤਾ ਉਆ ਸੁਖ ਦੇਤਾ। ਜਦੋਂ ਖਸਮ ਮਾਲਕ ਪਰਮੇਸ਼ਰ ਨੂੰ ਭਾ ਜਾਏਗਾ, ਤੇਰੀ ਕਰਨੀ ਭਾ ਜਾਏਗੀ, ਤਾਂ ਉਸ ਵੇਲੇ ਤੈਨੂੰ ਬ੍ਰਹਮਾਨੰਦ ਰੂਪੀ ਸੁਖ ਦੇਣਾ ਕਰੇਗਾ ਪਰਮੇਸ਼ਰ। ਪਾਰ ਬ੍ਰਹਮ ਐਸੋ ਆਗੰਤਾ। ਉਹ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਪਾਰ ਉਰਾਰ ਨਹੀਂ ਹੈ, ਇਹੋ ਜਿਹਾ ਉਹ ਅਗਨਤਾ ਗਿਣਤੀ ਮਿਣਤੀ ਤੋਂ ਰਹਿਤ ਹੈ, ਬੇਅੰਤ ਹੈ ਭਾਵ ਉਹ, ਐਸਾ ਵਾਹਿਗੁਰੂ ਹੈ। ਅਸੰਖ ਖਤੇ ਖਿਨ ਬਖਸ਼ਨ ਹਾਰਾ। ਇਹਨੂੰ ਭਾਈ ਪਾਠ ਨੂੰ ਸਮਝ ਕੇ ਉਚਾਰਨ ਕਰਨਾ, ਖਤੇ ਕਰਨਾ, ਖੱਤੇ ਨਾ ਬਣ ਜਾਵੇ। ਖੱਤੇ ਖੇਤਾਂ ਦਾ ਨਾਮ ਹੁੰਦਾ, ਖਤੇ ਗੁਨਾਹਾਂ ਦਾ ਨਾਮ ਹੈ। ਜੋ ਅਸੰਖ ਗਿਣਤੀ ਤੋਂ ਰਹਿਤ, ਜਿਹੜੀ ਸੰਖਿਆ ਨਹੀਂ ਹੋ ਸਕਦੀ, ਸੰਖ ਨਾਮ ਗਿਣਤੀ ਦਾ, ਅਸੰਖ ਨਾਮ ਗਿਣਤੀ ਤੋਂ ਰਹਿਤ। ਗਿਣਤੀ ਤੋਂ ਰਹਿਤ ਖਤੇ ਗੁਨਾਹ ਜਿਹੜੇ ਨੇ ਉਹਨਾਂ ਨੂੰ ਬਖਸ਼ਦਾ ਕਿਵੇਂ ਹੈ? ਬਖਸ਼ਣਹਾਰਾ ਜਿਹੜਾ ਪਰਮੇਸ਼ਰ ਹੈ, ਜਦੋਂ ਬਖਸ਼ਣ ਲੱਗਦਾ ਕਹਿੰਦੇ ਇੱਕ ਛਿਨ ਵਿੱਚ ਬਖਸ਼ ਦਿੰਦਾ, ਫਿਰ ਬਹੁਤੀ ਦੇਰ ਨਹੀਂ ਲਾਉਂਦਾ ਹੈ। ਨਾਨਕ ਸਾਹਿਬ ਸਦਾ ਦਇਆਰਾ। ਸਤਿਗੁਰੂ ਜੀ ਕਥਨ ਕਰਦੇ, ਮੇਰਾ ਸਾਹਿਬ ਮਾਲਕ ਉਹ ਸਦਾ ਹਮੇਸ਼ਾ ਹੀ ਦਇਆਲਤਾ ਵਾਲਾ ਹੈ, ਦਇਆ ਦਾ ਘਰ ਹੀ ਹੈ, ਉਹ ਤਰਸ ਕਰਦਾ ਜੀਵਾਂ ਤੇ। ਸ਼ਲੋਕ ਸਤ ਕਹੋ ਸੁਨ ਮਨ ਮੇਰੇ। ਇਹ ਮੇਰੇ ਮਨਾ ਸੁਣ ਲੈ, ਕਹਿੰਦੇ ਤੈਨੂੰ ਸੱਤ ਸੱਚੀ ਗੱਲ ਕਹਿ ਰਹੇ ਹਾਂ, ਸੱਚਾ ਉਪਦੇਸ਼ ਦੇ ਰਹੇ ਹਾਂ ਤੈਨੂੰ। ਸਰਨ ਪਰਹੁ ਹਰ ਰਾਏ। ਰਾਏ ਰਾਜਾ ਰੂਪ ਜਾਂ ਪ੍ਰਕਾਸ਼ ਰੂਪ, ਇਹਦੇ ਦੋ ਹੀ ਅਰਥ ਬਣਦੇ ਆ। ਉਹ ਕੌਣ ਹੈ? ਹਰੀ ਪਰਮੇਸ਼ਰ। ਤੇ ਫਿਰ ਉਸ ਵਾਹਿਗੁਰੂ ਦੀ ਸ਼ਰਨ ਪਰੋ, ਉਹਦੀ ਸ਼ਰਨ ਵਿੱਚ ਆ ਜਾ। ਹੋਰਾਂ ਦੀ ਸ਼ਰਨ ਜਿਹੜੀ ਦੇਵੀ ਦੇਵਤਿਆਂ ਦੀ ਪਖੰਡੀਆਂ ਦੀ, ਇਹ ਛੱਡ ਦੇ। ਉਕਤ ਸਿਆਨਪ ਸਗਲ ਤਿਆਗ। ਉਕਤ ਤੇ ਸਿਆਣ, ਉਕਤ ਨਾਮ ਹੁੰਦਾ ਦਲੀਲਾਂ, ਉਕਤਾਂ ਜੁਗਤਾਂ ਜਿਹੜੀਆਂ ਨੇ, ਤੇ ਬੁੱਧੀ ਦੀਆਂ ਸਿਆਣਪਾਂ, ਇਹਨਾਂ ਨੂੰ ਛੱਡ ਦੇ। ਉੱਥੇ ਚਤਰਾਈਆਂ ਨਹੀਂ ਚੱਲਦੀਆਂ, ਚਤਰਾਈ ਨੇ ਚਤਰਪੁਜ ਪਾਈ ਹੈ। ਇਹਨਾਂ ਨੂੰ ਤਿਆਗਣਾ ਕਰ, ਇਹਨੂੰ ਛੱਡਣਾ ਕਰ ਸਾਰੀਆਂ ਨੂੰ। ਉਕਤ ਸਿਆਨਪ ਸਗਲ ਤਿਆਗ। ਤੇ ਜਿਹੜੀ ਉਕਤ ਦਲੀਲਾਂ ਦੀ ਵੱਲ ਹੈ, ਜਾਂ ਫਿਰ ਜਿਹੜੀਆਂ ਕੋਈ ਜੁਗਤੀਆਂ ਹਨ, ਤੇ ਇਹਨਾਂ ਨੂੰ, ਤੇ ਸਿਆਣਪਾਂ ਜਿਹੜੀਆਂ ਨੇ, ਇਹ ਚਤਰਾਈਆਂ ਜਿਹੜੀਆਂ ਬੁੱਧੀ ਦੀਆਂ, ਇਸ ਬੁੱਧੀ ਦੀਆਂ ਸਿਆਣਪਾਂ ਛੱਡ ਦੇ। ਉਕਤਾਂ ਜੁਗਤਾਂ ਸਗਲ ਸਾਰੀਆਂ ਹੀ ਤਿਆਗ ਕੇ ਪਰਮਾਤਮਾ ਨੂੰ ਸਮਰਪਿਤ ਹੋ ਜਾ। ਤੇ ਫਿਰ ਕੀ ਹੋਏਗਾ? ਮਹਾਰਾਜ ਦੱਸਦੇ ਹਨ, ਨਾਨਕ ਲਏ ਸਮਾਏ। ਸਤਿਗੁਰੂ ਜੀ ਫਰਮਾਨ ਕਰਦੇ, ਫਿਰ ਤੈਨੂੰ ਆਪਣੇ ਵਿੱਚ ਸਮਾਏ ਦਾ ਅਰਥ ਹੀ ਅਭੇਦ ਕਰ ਲਏਗਾ ਵਾਹਿਗੁਰੂ ਆਪਣੇ ਸਰੂਪ ਵਿੱਚ। ਪੌੜੀ ਸੱਸਾ ਸਿਆਨਪ ਛਾੜ ਇਆਨਾ। ਸੱਸੇ ਅੱਖਰ ਦੁਆਰਾ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਇਆਨਾ ਮੂਰਖ ਜੀਵ, ਸਿਆਣਪ ਚਤਾਈ ਨੂੰ ਛੱਡ ਦੇਣਾ ਕਰ, ਕਿਉਂਕਿ ਉਹ ਜਿਹੜਾ ਵਾਹਿਗੁਰੂ ਹੈ। ਹਿਕਮਤ ਹੁਕਮ ਨਾ ਪ੍ਰਭ ਪਤੀਆਨਾ। ਇਹ ਹਿਕਮਤ ਚਤਰਾਈਆਂ ਜਾਂ ਸਿਆਣਪਾਂ ਜਿਹੜੀਆਂ ਨੇ, ਅਤੇ ਹੁਕਮ ਆਦੇਸ਼ ਕਰਦੇ ਨੇ, ਜਿਹੜਾ ਵੀ ਮੇਰਾ ਹੁਕਮ ਚੱਲ ਰਿਹਾ, ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਗੱਲਾਂ ਦੇ ਨਾਲ ਪਤੀਆਨਾ, ਪਤੀਜ ਦਾ ਨਹੀਂ ਹੈ ਉਹ। ਇਸ ਕਰਕੇ ਜਦੋਂ ਹੁਕਮ ਕਰਨ ਵਾਲਾ ਮੰਨੇਗਾ ਤੂੰ ਆਪਣੇ ਆਪ ਨੂੰ, ਇਹ ਹੰਕਾਰ ਦਾ ਪ੍ਰਤੀਕ ਹੋਏਗਾ। ਹੋਰ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਤੇ ਹਿਕਮਤ ਚਤਰਾਈ ਅਤੇ ਹੁਕਮ ਆਦੇਸ਼ ਕਰਨ ਕਰਕੇ
ਉਹ ਵਾਹਿਗੁਰੂ ਪਰਮੇਸ਼ਰ ਪਤੀਆਨਾ ਪਤੀਜ ਦਾ ਨਹੀਂ, ਭਰੋਸਾ ਨਹੀਂ ਕਰਦਾ ਹੈ। ਸਹਸ ਭਾਤ ਕਰਹਿ ਚਤੁਰਾਈ, ਜੋ ਸਹਿਸ ਹਜ਼ਾਰਾਂ ਤਰੀਕਿਆਂ ਦੇ ਨਾਲ ਜਿਹੜੀਆਂ ਚਤਰਾਈਆਂ ਚਲਾਕੀਆਂ ਕਰਦਾ ਹੈ, ਸਿਆਣਪਾਂ ਕਰਦਾ ਹੈ, ਪੁਸਤਕਾਂ ਪੜ੍ਹ ਕੇ ਚਤਰਾਈਆਂ ਕਰਦਾ ਹੈ ਵੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈ, ਮੈਂ ਬੜਾ ਸਿਆਣਾ ਹੋ ਗਿਆ, ਮੇਰੇ ਕੋਲ ਵਿਦਿਆ ਹੈ, ਮੇਰੇ ਕੋਲ ਧਨ ਹੈ। ਪਰ ਕਹਿੰਦੇ ਸਮਝ ਲੈ ਤੂੰ ਸੰਗ ਤੁਹਾਰੈ ਏਕ ਨਾ ਜਾਈ, ਇਹ ਜਿਹੜੀਆਂ ਸਿਆਣਪਾਂ ਇਹ ਜਿਹੜੀਆਂ ਚਲਾਕੀਆਂ ਤੇਰੇ ਨਾਲ ਇੱਕ ਵੀ ਨਹੀਂ ਜਾਣੀ, ਸਾਰੀਆਂ ਭੁੱਲ ਜਾਣੀਆਂ ਨੇ ਜਦੋਂ ਪ੍ਰਾਣ ਤਿਆਗ ਗਿਆ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਨਾਲ ਨਹੀਂ ਜਾਏਗੀ ਤੇਰੇ। ਸੋ ਸੋ ਜਪ ਦਿਨ ਰਾਤੀ, ਸੋ ਉਸ ਪਰਮੇਸ਼ਰ ਨੂੰ ਮਨ ਕਰਕੇ, ਤੇ ਸੋ ਦੋ ਵਾਰੀ ਪਾ ਦੇਣਾ, ਸੋ ਉਸ ਪਰਮੇਸ਼ਰ ਨੂੰ ਤਨ ਕਰਕੇ। ਉਹਦਾ ਜਾਪ ਜਿਹੜਾ ਜਪ ਜਪਣਾ ਹੈ ਉਹ ਮਨ ਕਰਕੇ ਵੀ ਜਪ, ਸੋ ਉਸ ਵਾਹਿਗੁਰੂ ਨੂੰ, ਤੇ ਸੋ ਉਸ ਵਾਹਿਗੁਰੂ ਨੂੰ ਤਨ ਕਰਕੇ ਵੀ ਜਪ। ਹਰ ਦਿਨ ਤੇ ਰਾਤ ਬਣਾ ਦੇਖ ਵੀ ਦਿਨ ਹੈ ਕਿ ਰਾਤ ਹੈ, ਦਿਨ ਰਾਤ ਉਹਨੂੰ ਜਪਣਾ ਕਰ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਮਾਤਾ ਦੇ ਗਰਭ ਵਿੱਚ ਪਾਲਣਾ ਕਰਨ ਵਾਲਾ, ਉੱਥੇ ਸੋ ਉਹੋ ਹੀ ਸੀ, ਹੋਰ ਤਾਂ ਨਹੀਂ ਸੀ ਕੋਈ। ਹੁਣ ਜੋ ਪ੍ਰੋਖ ਹੋ ਕਰਕੇ ਪਾਲਣਾ ਕਰਦਾ ਹੈ, ਸੋ ਉਹੀ ਵਾਹਿਗੁਰੂ ਜਿਹੜਾ ਹੁਣ ਵੀ ਤੇਰੀ ਪਾਲਣਾ ਕਰਦਾ ਹੈ। ਵਾਹਿਗੁਰੂ ਦੇ ਜਾਪ ਨੂੰ ਜਪਣਾ ਕਰ ਤੇ ਦਿਨ ਰਾਤ ਜਪਣਾ ਕਰ ਉਸ ਨੂੰ। ਦਿਨ ਰਾਤੀ ਆਰਾਧੋ ਪਿਆਰੋ ਨਿਵਖ ਨ ਕੀਜੈ ਢੀਲਾ। ਫਿਰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਆਵੇਗਾ। ਇਸ ਯੁਕਤੀ ਦੇ ਨਾਲ ਤੂੰ ਅਗਿਆਨਤਾ ਦੇ ਅੰਧੇਰੇ ਤੋਂ ਬਾਹਰ ਨਿਕਲ ਸਕਦਾ ਹੈ। ਰੇ ਜੀ ਚੱਲੈ ਤੁਹਾਰੈ ਸਾਥੀ, ਇਹ ਜੀਵ ਪਰਲੋਕ ਵਿੱਚ ਇਹ ਤੇਰਾ ਇੱਥੇ ਕੀਤਾ ਹੋਇਆ ਸਿਮਰਨ ਜਪ ਤਪ, ਇਹ ਤੇਰੇ ਨਾਲ ਚੱਲੂਗਾ ਸਾਥੀ ਬਣ ਕੇ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ, ਨਾਮ ਤੇਰੇ ਸੰਗ ਸਹਾਈ। ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਕਿਸੇ ਹੋਰ ਨੇ ਨਹੀਂ। ਸਾਧ ਸੇਵਾ ਲਾਵੇ ਜਿਹ ਆਪੈ, ਇਹ ਜਿਨ੍ਹਾਂ ਨੂੰ ਪਰਮੇਸ਼ਰ ਆਪੇ ਆਪ ਹੀ ਕਿਰਪਾ ਕਰਕੇ, ਸਾਧ ਨਾਮ ਹੈ ਸ੍ਰੇਸ਼ਟ ਜਿਹੜੇ ਪੁਰਸ਼ ਹਨ, ਬੰਦਗੀ ਕਰਨ ਵਾਲੇ ਮਹਾਂਪੁਰਸ਼, ਉਹਨਾਂ ਸੰਤ ਜਿਨ੍ਹਾਂ ਦੀ ਸੇਵਾ ਨਾਮ ਟਹਿਲਦਾ, ਟਹਿਲ ਵਿੱਚ ਲਾ ਦਿੰਦਾ ਹੈ ਜਿਨ੍ਹਾਂ ਨੂੰ। ਨਾਨਕ ਤਾਕੋ ਦੁਖ ਨਾ ਵਿਆਪੈ, ਗੁਰੂ ਸਾਹਿਬ ਜੀ ਫਰਮਾਨ ਕਰਦੇ ਆ, ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਕਦੇ ਵੀ ਵਿਆਪਦਾ ਨਹੀਂ, ਲੱਗਦਾ ਨਹੀਂ ਹੈ। ਫਿਰ ਸ਼ਲੋਕ ਹਰ ਹਰ ਮੁਖ ਤੇ ਬੋਲਣਾ, ਹਰ ਸਭ ਨੂੰ ਹਰੇ ਭਰੇ ਕਰਨ ਵਾਲਾ ਹਰ ਹਰੀ ਪਰਮੇਸ਼ਰ ਵਾਹਿਗੁਰੂ ਜੋ ਹੈ, ਤੇ ਉਹਦੇ ਵਾਹਿਗੁਰੂ ਦੇ ਨਾਮ ਨੂੰ ਮੁਖ ਮੂੰਹ ਕਰਕੇ ਤੂੰ ਬੋਲਣਾ ਉਚਾਰਨਾ ਕਰ। ਹਰ ਵਕਤ ਨਾਮ ਜਪ, ਕਬੀਰ ਸੋ ਮੁਖ ਧਨ ਹੈ ਜੇ ਮੁਖ ਹੀ ਆਰਾਮ। ਉਹ ਮੁਖ ਧਨਤਾ ਦੇ ਯੋਗ ਹੋ ਜਾਂਦਾ ਹੈ। ਮਨ ਉਠੈ ਸੁਖ ਹੋਏ, ਜਦੋਂ ਮੁਖ ਦੇ ਵਿੱਚ ਵਾਹਿਗੁਰੂ ਵਸ ਗਿਆ, ਰਸਨਾ ਤੇ ਆ ਗਿਆ, ਕਬੀਰ ਮੇਰੀ ਸਿਮਰਨੀ ਰਸਨਾ ਉਪਰਾਂ, ਤੇ ਫਿਰ ਉਹ ਇੱਥੋਂ ਬਾਅਦ ਜਿਹੜੀ ਚੀਜ਼ ਮੂੰਹ ਦੇ ਵਿੱਚ ਪਾ ਲਈ ਉਹ ਅੰਦਰ ਪੇਟ ਦੇ ਵਿੱਚ ਚਲੀ ਜਾਂਦੀ ਆਪ ਹੈ। ਇਹ ਮਹਾਰਾਜ ਨੇ ਇਸ ਤਰ੍ਹਾਂ ਦਾ ਤਰੀਕਾ ਬਣਾਇਆ। ਜਦੋਂ ਨਾਮ ਤੇਰੇ ਮੁਖ ਵਿੱਚ ਆ ਗਿਆ ਉਹ ਤੇ ਮਨ ਦੇ ਵਿੱਚ ਵੀ ਚਲਾ ਜਾਊਗਾ। ਮਨ ਦੇ ਵਿੱਚ ਬੂਠਾ ਨਾਮ ਬਸਣ ਦਾ ਹੈ, ਉਹ ਮਨ ਦੇ ਵਿੱਚ ਵੀ ਵਸਾ ਲਿਆ ਉਸ ਨੂੰ, ਫਿਰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਏਗੀ। ਜੈਸਾ ਕਥਨ ਕੀਤਾ, ਮੁਖੋਂ ਹਰ ਹਰ ਸਭ ਕੋ ਕਰੈ, ਬਿਰਲੇ ਹਿਰਦੈ ਬਸਾਇਆ, ਨਾਨਕ ਜਿਨ ਕੈ ਹਿਰਦੈ ਬਸਿਆ, ਮੋਖ ਮੁਕਤ ਤਿਨ ਪਾਇਆ। ਮੁਖੋਂ ਸੌਖਾ ਹੈ ਕਹਿਣਾ, ਮੁਖੋਂ ਤਾਂ ਸਾਰੀ ਕੋਈ ਕਹਿ ਦੇਣਗੇ, ਪਰ ਹਿਰਦੇ 'ਚ ਨਹੀਂ ਹਰੇਕ ਵਸਾ ਸਕਦਾ। ਮੁਖ ਦੇ ਨਾਂ ਜਪ ਕਰਦਿਆਂ ਇਹਨੂੰ ਹਿਰਦੇ 'ਚ ਵਸਾਉਣਾ ਕਰ, ਫਿਰ ਤੈਨੂੰ ਆਤਮਿਕ ਸੁਖ ਮਿਲ ਜਾਏਗਾ। ਨਾਨਕ ਸਭ ਮਹਿ ਰਵ ਰਹਿਆ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਵਾਹਿਗੁਰੂ ਤਾਂ ਸਾਰੀ ਜਗ੍ਹਾ ਹੀ ਮਿਲਿਆ ਹੋਇਆ ਹੈ, ਉਹ ਸਾਰੀ ਜਗ੍ਹਾ ਹੀ ਵਿਆਪਿਆ ਹੋਇਆ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਬਾਸ ਦੇ ਸਰਵਤਰ ਮੈਂ ਉਹ ਨਾ ਕਤੂ ਉਠਾਏ, ਕਿਤੇ ਊਣਾ ਨਹੀਂ ਹੈ। ਥਾਨ ਤਨੰਤਰ ਸੋਏ, ਥਾਨਾਂ ਸਥਾਨਾਂ ਦੇ ਵਿੱਚ ਵੀ, ਥਾਨ ਨਾਮ ਹੈ ਅਸਥਾਨ ਦਾ, ਥਾਵਾਂ ਦਾ, ਤੇ ਥਨੰਤਰ ਨਾਮ ਹੈ ਥਾਵਾਂ ਦੇ ਅੰਦਰ ਹੋਰ ਥਾਂ ਹੋਣੇ। ਉਹ ਸਾਰੀ ਜਗ੍ਹਾ
ਪਰਮੇਸ਼ਰ ਵਾਹਿਗੁਰੂ ਹੈ। ਤੇ ਇਸ ਕਰਕੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਸਾਰੀ ਜਗ੍ਹਾ ਦੇ ਵਿੱਚ ਵਿਆਪਕ ਹੈ, ਉਹੀ ਹੈ ਵਾਹਿਗੁਰੂ। ਪੌੜੀ ਹੀਰੋ ਘਟ ਘਟ ਸਗਲ ਕੈ, ਸਾਰਿਆਂ ਦੇ ਘਟ ਘਟ ਘਟਾਂ ਘਟਾਂ ਹਿਰਦਿਆਂ ਵਿੱਚ। ਤੇ ਜੇ ਤੂੰ ਵਿਚਾਰ ਕੇ ਦੇਖੇ, ਵਿਚਾਰ ਰੂਪੀ ਦ੍ਰਿਸ਼ਟੀ ਦੇ ਨਾਲ ਤੋਂ ਹੀਰੋ ਦੇਖਣਾ ਕਰ। ਕਾਹਦੇ ਨਾਲ? ਵਿਚਾਰ ਰੂਪੀ ਦ੍ਰਿਸ਼ਟੀ ਦੇ ਨਾਲ ਦੇਖੇਗਾ ਤਾਂ ਫਿਰ ਤੈਨੂੰ ਵਿਚਾਰ ਰੂਪੀ ਦ੍ਰਿਸ਼ਟੀ ਦੇ ਨਾਲ ਹਰੀ ਪਰਮੇਸ਼ਰ ਸਾਰਿਆਂ ਘਟਾਂ ਘਟਾਂ ਵਿੱਚ ਵਿਆਪਕ ਦਿਸੂਗਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਪਰਮੇਸ਼ਰ ਸਾਰੀ ਜਗ੍ਹਾ ਤੈਨੂੰ ਦਿਸੇਗਾ। ਪੂਰ ਰਹੇ ਭਗਵਾਨ, ਉਹ ਖਟ ਭਗਾਂ ਸੰਪੰਨ ਜੋ ਪਰਮੇਸ਼ਰ ਹੈ, ਪੂਰਨ ਵਿਆਪਕ ਹੋ ਰਿਹਾ ਹੈ। ਪਰਮੇਸ਼ਰ ਨੂੰ ਸਾਰੇ ਘਟਾਂ ਘਟਾਂ ਵਿੱਚ ਪੂਰਨ ਹੋ ਰਹੇ ਵੇਖ ਰਿਹਾ ਹੈ। ਉਹ ਸਾਰੀ ਜਗ੍ਹਾ ਵਿਆਪਕ ਹੋ ਕਰਕੇ ਨਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਗਿਆਸੂ ਦੇ ਫਿਰ ਅਵਸਥਾ ਹੋ ਜਾਂਦੀ ਹੈ ਕਿ ਮੈਂ ਪਰਮੇਸ਼ਰ ਜੀ ਨੂੰ ਸਾਰੀ ਜਗ੍ਹਾ ਹੀ ਪੂਰਨ ਹੋਇਆ ਵੇਖ ਰਿਹਾ ਹਾਂ। ਇਹ ਗਿਆਨ ਦ੍ਰਿਸ਼ਟੀ ਹੈ। ਅਕੁੱਲ ਨਿਰੰਜਨ ਡੀਠਾ, ਜਿਵੇਂ ਮਹਾਦੇਵ ਨੇ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੂੰ ਕਿ ਮਹਾਰਾਜ ਹੁਣ ਮੈਨੂੰ ਦਿਸਣ ਲੱਗ ਪਿਆ ਸਾਰੀ ਜਗ੍ਹਾ। ਕਿੱਥੇ ਕਹਿੰਦਾ ਸੀ ਹਰ ਦਰਸ਼ਨ ਦੇਹੋ ਦਿਖਾਈ, ਇੱਕੋ ਸ਼ਬਦ ਵਿੱਚ ਇਹ ਭਾਵ ਐਸੇ ਹਨ। ਅੱਗੇ ਦੱਸਦੇ ਨੇ ਹੋਵਤ ਆਏ ਸਦ ਸਦੀਵ, ਜੋ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਅੱਗੇ ਨੂੰ ਵੀ ਸਦੀਵ ਹਮੇਸ਼ਾ ਹੋਵਤ ਹੋਣ ਵਾਲਾ ਹੈ। ਹੋਵਤ ਆਏ ਸਦ ਸਦੀਵ, ਸਦਾ ਹਮੇਸ਼ਾ ਹੀ ਉਹ ਹੁੰਦਾ ਆਇਆ ਪਰਮੇਸ਼ਰ। ਇਹ ਨਹੀਂ ਹੈ ਵੀ ਕੋਈ ਸਮਾਂ ਐਸਾ ਜੀ ਕਿ ਰੱਬ ਹੈ ਸੀ ਜਾਂ ਨਹੀਂ ਸੀ, ਨਹੀਂ। ਮਹਾਰਾਜ ਸਾਹਿਬ ਕਹਿੰਦੇ ਪਿੱਛੇ ਹੁੰਦਾ ਆਇਆ, ਵਰਤਮਾਨ ਦੇ ਵਿੱਚ ਵੀ ਉਹ ਸਦਾ ਹੀ ਰਹੇਗਾ। ਤੇ ਐਸਾ ਜੋ ਵਾਹਿਗੁਰੂ ਹੈ, ਦੁਖ ਭੰਜਨ ਗੁਰ ਗਿਆਨ, ਉਹ ਪਰਮੇਸ਼ਰ ਵਾਹਿਗੁਰੂ ਦੁੱਖ ਭੰਜਨ, ਦੁੱਖਾਂ ਦੇ ਭੰਨਣ ਵਾਲੇ ਪਰਮੇਸ਼ਰ ਦੇ ਸਰੂਪ ਦਾ ਗੁਰਾਂ ਦੁਆਰਾ ਗਿਆਨ ਪ੍ਰਾਪਤ ਕਰ ਤੂੰ। ਜੇ ਗਿਆਨ ਗੁਰਾਂ ਤੋਂ ਪ੍ਰਾਪਤ ਹੋਏਗਾ ਉਸ ਦਾ, ਜੇ ਚਾਹੁੰਦਾ ਤਾਂ ਗੁਰਾਂ ਦੇ ਕੋਲੋਂ ਗਿਆਨ ਪ੍ਰਾਪਤ ਕਰ। ਜਦੋਂ ਪਰੋਖ ਗਿਆਨ ਹੁੰਦਾ ਹੈ ਤੇ ਉਸ ਵੇਲੇ ਸਾਰੇ ਅਗਿਆਨ ਰੂੜ ਬਿਰਤੀ ਆਦਿਕ ਜਿੰਨੇ ਦੁੱਖ ਨੇ ਉਹ ਚੇਤਨ ਸਾਖਿਆਤ ਹੋ ਕੇ ਭੰਨ ਦਿੰਦਾ ਫਿਰ ਉਸ ਨੂੰ। ਦੁੱਖ ਭੰਜਨ ਗੁਰ ਗਿਆਨ, ਦੁਬਾਰੇ ਬੋਲਦੇ ਦੁੱਖ ਭੰਜਨ। ਦੁੱਖ ਭੰਜਨ ਗੁਰ ਗਿਆਨ, ਇਹ ਗੁਰੂ ਦਾ ਗਿਆਨ ਹੀ ਆ ਜਿਹੜਾ ਦੁੱਖਾਂ ਨੂੰ ਭੰਨਣ ਵਾਲਾ ਹੈ। ਐਸਾ ਪਰਮੇਸ਼ਰ ਦੇ ਗਿਆਨ ਦੇ ਵਿੱਚ ਸ਼ਕਤੀ ਹੈ। ਅਗਿਆਨ ਜਨ ਜਿਹੜੇ ਦੁੱਖ ਨੇ ਸਾਰੇ ਖਤਮ ਹੋ ਜਾਂਦੇ ਨੇ। ਹੋ ਛੁਟਕੈ ਹੋਇ ਆਨੰਦਿਤ ਹੈ, ਜਿਸ ਪੁਰਸ਼ ਦੇ ਅੰਦਰ ਦੇਹ ਅਧਿਆਸ ਕਾਰਨ ਸੂਖਮ ਤੇ ਸਥੂਲ ਦੇਹਾਂ ਜਿਹੜੀਆਂ ਨੇ ਉਹਨਾਂ ਦੀ ਹਉ ਹੰਗਤਾ ਛੁੱਟ ਕੇ ਮਿਟ ਜਾਂਦੀ ਹੈ। ਇਸ ਤੋਂ ਰਹਿਤ ਹੋ ਗਿਆ ਹੈ। ਹੋ ਨਾਹੀ ਤਹ ਆਪ, ਤੇ ਫਿਰ ਉਹ ਉਸ ਆਨੰਦ ਸਰੂਪ ਦੀ ਸਖਿਆਤਾ ਤੇ ਹੋਏ ਨਾਮ ਹੋ ਜਾਂਦੀ ਹੈ। ਜਿੱਥੇ ਹਉ ਹੰਗਤਾ ਨਹੀਂ ਹੈ ਉੱਥੇ ਪਰਮੇਸ਼ਰ ਤਹ ਆਪ, ਉੱਥੇ ਆਪ ਹੈ। ਜਿੱਥੇ ਅੰਧੇਰਾ ਹੈ ਉੱਥੇ ਚਾਨਣਾ ਨਹੀਂ ਹੁੰਦਾ। ਤੇ ਅਗਿਆਨੀ ਦੇ ਹਿਰਦੇ ਸਖਿਆਤਾਕਾਰ ਨਹੀਂ ਹੁੰਦੀ, ਉਸ ਦੀ ਲੁਪਤ ਰੂਪ ਦੇ ਅੰਦਰ ਹੈ। ਤੋ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਹਉ ਨਾਹੀ, ਜਿੱਥੇ ਹੰਗਤਾ ਨਹੀਂ ਹੈ ਤਾਂ ਆਪ, ਜਿੱਥੇ ਹੰਗਤਾ ਚਲੀ ਗਈ ਉੱਥੇ ਆਪ ਆ ਜਾਂਦਾ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਨੇ ਆਪਸ ਵਿੱਚ ਹੀ ਵਿਰੋਧੀ ਤੱਤ ਨੇ। ਤੇ ਉੱਥੇ ਵਾਹਿਗੁਰੂ ਆਪ ਹੁੰਦਾ ਜਿੱਥੇ ਹੰਗਤਾ ਨਹੀਂ ਹੈ। ਹਤੇ ਦੁਖ ਜਨਮ ਹੈ ਮਰਨ, ਸਾਰੀ ਬੋਲਦੀ ਹੈ। ਸੰਤ ਸੰਗ ਪ੍ਰਤਾਪ, ਸੰਤਾਂ ਦੀ ਸੰਗਤ ਦਾ ਇਹ ਪ੍ਰਭਾਵ ਹੈ। ਪ੍ਰਤਾਪ ਨਾਮ ਤੇਜ ਪ੍ਰਭਾਵ ਐਸਾ ਹੈ ਕਿ ਜੋ ਪਰ ਵਿਸ਼ੇਸ਼ ਕਰਕੇ ਤਪਾਉਣ ਵਾਲੇ ਜਿਹੜੇ ਪਾਪ ਨੇ, ਆਦਿ ਵਿਆਧੀ ਉਪਾਧੀ ਆਦਿ, ਅਤੇ ਜੰਮਣ ਮਰਨ ਦਾ ਜਿਹੜਾ ਦੁੱਖ ਹੈ, ਇਹ ਹਤੇ ਨਾਮ ਨਾਸ ਹੋਣ ਦਾ ਹੈ। ਨਾਸ ਹੋ ਜਾਂਦੇ ਨੇ ਸਾਰੇ ਦੁੱਖ ਵੀ, ਜੰਮਣ ਮਰਨ ਦਾ ਦੁੱਖ ਵੀ, ਸਰੀਰਕ ਮਾਨਸਿਕ ਸਾਰੇ ਹੀ। ਕਿਉਂਕਿ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਬਹੁਤੇ ਸਭ ਦੁਖੀ। ਸੁਖੀ ਹਰੀ ਕੇ ਦਾਸ, ਵਾਹਿਗੁਰੂ ਦੇ ਨਾਮ ਵਿੱਚ ਸੁਖ ਹੈ।
ਹੋਰ ਕਿਸੇ ਚੀਜ਼ 'ਚ ਸੁਖ ਨਹੀਂ ਹੈ। ਹਿਤ ਕਰ ਨਾਮ ਦਿਰੜੈ ਦਇਆਲਾ। ਕਹਿੰਦੇ ਹਿਤ ਨਾਮ ਪ੍ਰੇਮ ਦਾ ਹੈ। ਉਹ ਦਇਆ ਦਾ ਘਰ ਜਿਹੜਾ ਵਾਹਿਗੁਰੂ ਹੈ, ਜੇ ਉਸ ਵਾਹਿਗੁਰੂ ਦੇ ਨਾਮ ਨੂੰ ਹਿਤ ਪ੍ਰੇਮ ਦੇ ਨਾਲ ਤੋਂ ਦ੍ਰਿੜਾ ਨਾਮ ਪੱਕਾ ਕਰਨ ਦਾ, ਪੱਕਾ ਕਰ ਲਵੇਂ, ਮਜ਼ਬੂਤ ਹੋ ਕੇ ਨਾਮ ਦੇ ਨਾਲ ਜੁੜ ਜਾਵੇਂ। ਸੰਤਹਿ ਸੰਗ ਹੋਤ ਕਿਰਪਾਲਾ। ਤੇ ਉਹਨਾਂ ਸੰਤਾਂ ਦੀ ਸੰਗਤ ਕਰਨ ਵਾਲਿਆਂ ਤੇ ਸਤਿਗੁਰੂ ਜੀ ਦੀ ਕਿਰਪਾਲਤਾ ਹੋ ਜਾਂਦੀ ਹੈ। ਤੇ ਕਿਉਂਕਿ ਜੋ ਸੰਤਾਂ ਦੀ ਸੰਗਤ ਵਿੱਚ ਆ ਗਏ ਉਹਨਾਂ ਤੇ ਸਤਿਗੁਰੂ ਪਰਮੇਸ਼ਰ ਸਰੂਪ ਹੈ, ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਇਹ ਵਾਹਿਗੁਰੂ ਦਾ ਨਿਯਮ ਹੈ। ਸਤਿਗੁਰੂ ਵੀ ਦਿਆਲੂ ਹੋਇਆ ਤੇ ਪਰਮੇਸ਼ਰ ਵੀ ਦਿਆਲੂ ਹੋ ਜਾਂਦਾ ਹੈ ਕਿ ਸੰਤਾਂ ਦੀ ਸੰਗਤ ਵਿੱਚ ਆ ਗਿਆ ਹੈ। ਔਰੈ ਕਛੂ ਨਾ ਕਿਨਹੂ ਕੀਆ। ਤੇ ਔਰੈ ਜਿਹੜਾ ਨਾ ਕਿਤੇ ਵੀ ਕੁਛ ਵਾਹਿਗੁਰੂ ਤੋਂ ਬਿਨਾਂ ਨਹੀਂ। ਔਰੈ ਦਾ ਨਾਮ ਹੈ ਵੀ ਔਰੈ ਹੋਰ ਕਿਨੂੰ ਕਿਸੇ ਨੇ। ਇਹ ਕਛੂ ਨਾਮ ਕੁਝ ਵੀ ਕਿਸੇ ਨੇ ਕੁਛ ਨਹੀਂ ਕੀਤਾ, ਨਾ ਕੋਈ ਕਰ ਸਕਦਾ ਹੈ। ਤੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜੋ ਉਹੀ ਸਭ ਕੁਝ ਕਰ ਰਿਹਾ ਹੈ। ਜੀਵਾਂ ਦੇ ਕੋਲੋਂ ਕੁਛ ਨਹੀਂ ਹੋ ਸਕਦਾ ਤੇ ਊਣਿਆਂ ਦੇ ਕੋਲੋਂ ਕੀ ਹੋ ਸਕਦਾ? ਅਲਪਗਤਾ ਵਾਲੇ ਜੀਵ ਹਨ ਜਿਹੜੇ ਕੁਝ ਵੀ ਨਹੀਂ ਕਰ ਸਕਦੇ। ਇਹਨਾਂ ਦੇ ਕੋਲੋਂ ਕੀਤਾ ਕੁਛ ਵੀ ਨਹੀਂ ਹੋ ਸਕਦਾ ਹੈ। ਨਾਨਕ ਸਭ ਕਛ ਪ੍ਰਭ ਤੇ ਹੁਆ। ਸਤਿਗੁਰੂ ਜੀ ਕਥਨ ਕਰਦੇ ਆ ਵੀ ਸਾਰਾ ਕੁਛ ਹੀ ਜਿਹੜਾ ਪ੍ਰਭੂ ਵਾਹਿਗੁਰੂ ਤੇ ਹੀ ਹੋਇਆ ਹੈ। ਭਾਵ ਕੀ ਹੈ ਵੀ ਜੋ ਸ੍ਰਿਸ਼ਟੀ ਦੇਖ ਰਹੇ ਹਾਂ ਇਹ ਵਾਹਿਗੁਰੂ ਨੇ ਪੈਦਾ ਕੀਤੀ ਹੈ। ਇਹ ਸਭ ਕੁਝ ਵਾਹਿਗੁਰੂ ਤੇ ਹੋਇਆ ਹੈ। ਇਸ ਕਰਕੇ ਇਹ ਉਪਾਸਕਾਂ ਦੀ ਦ੍ਰਿਸ਼ਟੀ ਕਥਨ ਕੀਤੀ ਹੈ ਕਿ ਵਾਹਿਗੁਰੂ ਇਹ ਸਭ ਕੁਝ ਕਰ ਰਿਹਾ ਹੈ, ਸਾਰਾ ਕੁਝ ਹੋ ਰਿਹਾ ਉਹਦੇ ਕੋਲੋਂ। ਇਹ ਸ਼ੇਰ ਵਾਲੀ ਦ੍ਰਿਸ਼ਟੀ ਹੈ। ਸ਼ੇਰ ਦੇ ਜੇ ਕੋਈ ਸਾਧ ਸੰਗਤ ਜੀ ਸ਼ਸਤਰ ਦਾ ਪ੍ਰਹਾਰ ਕਰਦਾ ਹੈ, ਉਹਦੀ ਨਿਗਾਹ ਸ਼ਸਤਰ ਦਾ ਪ੍ਰਹਾਰ ਕਰਨ ਵਾਲੇ ਤੇ ਹੈ, ਸ਼ਸਤਰ ਤੇ ਨਹੀਂ ਜਾਂਦੀ। ਉਹ ਸ਼ਸਤਰ ਦਾ ਕਸੂਰ ਨਹੀਂ ਸਮਝਦਾ, ਉਹ ਸ਼ਸਤਰ ਮਾਰਨ ਵਾਲੇ ਦਾ ਸਮਝਦਾ, ਉਹਨੂੰ ਪੈਂਦਾ ਫਿਰ ਉਹ। ਇਹ ਸ਼ੇਰ ਦੀ ਆਦਤ ਹੈ। ਤੇ ਕੁੱਤੇ ਦੀ ਆਦਤ ਕੀ ਹੈ? ਜੇ ਕੋਈ ਡੰਡਾ ਮਾਰੇ ਨਾ, ਡੰਡਾ ਮਾਰਨ ਵਾਲੇ ਨੂੰ ਕੁਝ ਨਹੀਂ ਕਹਿੰਦਾ, ਚੌਂ ਚੌਂ ਕਰਕੇ ਉਹ ਸੋਟਾ ਮੂੰਹ 'ਚ ਫੜ ਲੈਂਦਾ ਵੀ ਸੋਟੀ ਦਾ ਹੀ ਕਸੂਰ ਹੈ। ਇਹਨੂੰ ਕਹਿੰਦੇ ਕੁੱਤਾ ਦ੍ਰਿਸ਼ਟੀ। ਜਿਹੜੀ ਬ੍ਰਹਮ ਦ੍ਰਿਸ਼ਟੀ ਹੈ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਸਭ ਕੁਝ ਵਾਹਿਗੁਰੂ ਤੇ ਹੋ ਰਿਹਾ ਹੈ। ਇਹ ਸ਼ੇਰ ਦ੍ਰਿਸ਼ਟੀ ਹੈ। ਜਿਹੜੀ ਕੁੱਤਾ ਦ੍ਰਿਸ਼ਟੀ ਹੈ, ਕੀਤੇ ਕੋ ਮੇਰਾ ਸਮਾਨ ਹੈ, ਕਰਨਹਾਰ ਤਿਰਨ ਜਾਣਾ ਹੈ। ਉੱਥੇ ਹੰਗਤ ਹੈ। ਪਦਾਰਥਾਂ ਨੂੰ ਸਭ ਕੁਝ ਸਮਝ ਲਿਆ, ਕੀਤੇ ਨੂੰ ਵੱਡਾ ਸਮਝ ਲਿਆ। ਪਰ ਜਿਹੜੀ ਬ੍ਰਹਮਾਕਾਰ ਦ੍ਰਿਸ਼ਟੀ ਹੈ, ਗੁਰਮੁਖਾਂ ਦੀ ਦ੍ਰਿਸ਼ਟੀ ਹੈ, ਉਹ ਪਦਾਰਥਾਂ ਤੋਂ ਚੁੱਕ ਕੇ ਪਦਾਰਥ ਦੇਣ ਵਾਲੇ ਤੇ ਲੈ ਜਾਂਦੇ। ਪਦਾਰਥ ਕੁਝ ਵੀ ਨਹੀਂ ਹੈ। ਤੋ ਇਸ ਕਰਕੇ ਫਿਰ ਇਹ ਦ੍ਰਿਸ਼ਟੀ ਉਹਨਾਂ ਦੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਕੇ ਬਣਾ ਦਿੰਦਾ ਹੈ ਤੇ ਉਹਨਾਂ ਦੀ ਦ੍ਰਿਸ਼ਟੀ ਉਪਾਸਕਾਂ ਦੇ ਐਸਾ ਦ੍ਰਿੜ ਨਿਸ਼ਚਾ ਹੋ ਜਾਂਦਾ ਹੈ। ਸ਼ਲੋਕ ਲੇਖੈ ਕਤਹਿ ਨਾ ਛੂਟੀਐ। ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਦਾ ਢੰਗ ਦੱਸਦੇ ਹੈ ਵੀ ਜਿਹੜੇ ਕਰਮਾਂ ਦਾ ਹਿਸਾਬ ਕਿਤਾਬ ਹੈ ਨਾ, ਲੇਖਾ ਨਾਮ ਜਿਹੜਾ ਹਿਸਾਬ ਕਰਨਾ ਹੈ, ਕੋਖ ਕਰਨੀ ਹੈ ਵੀ ਇਹਦੇ 'ਚ ਘਾਟਾ ਰਿਹਾ ਕਿ ਵਾਧਾ ਹੋਇਆ। ਤੇ ਜਿਹੜਾ ਹਿਸਾਬ ਕਿਤਾਬ ਜਿਹਦੇ ਧਰਮ ਰਾਜ ਜਿੱਥੇ ਸਾਰੇ ਹਿਸਾਬ ਕਿਤਾਬ ਨੂੰ ਬਾਚਦਾ ਹੈ ਜੀਵਨ ਭਰ ਦੇ, ਜਦੋਂ ਮੌਤ ਹੋਣ ਤੋਂ ਬਾਅਦ ਉੱਥੇ ਕਚਹਿਰੀ 'ਚ ਜਾਣਾ ਹੀ ਪੈਂਦਾ ਭਾਈ। ਤੇ ਹੇ ਵਾਹਿਗੁਰੂ, ਜੇ ਸਾਡਾ ਤੂੰ ਲੇਖਾ ਕਰਨ ਲੱਗ ਗਿਆ, ਹਿਸਾਬ ਕਰਨ ਲੱਗ ਗਿਆ ਨਾ, ਅਸੀਂ ਨਹੀਂ ਛੁੱਟ ਸਕਦੇ। ਸਾਨੂੰ ਸਾਡੇ ਗੁਨਾਹਾਂ ਦਾ ਪਤਾ ਹੈ। ਛੁਟਕਾਰਾ ਹੋ ਹੀ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦੇ ਅਸੀਂ, ਕਿਉਂਕਿ ਖਿਨ ਖਿਨ ਭੂਲਨ ਹਾਰ। ਅਸੀਂ ਮਹਾਰਾਜ ਸਾਰੀ ਜ਼ਿੰਦਗੀ ਦਾ ਹਿਸਾਬ ਤਾਂ ਕੀ ਕਰੇਗਾ? ਇੱਕ ਛਿਨ ਦੇ ਵਿੱਚ ਕਈ ਕੀ ਭੁੱਲਾਂ ਕਰਨ ਵਾਲੇ ਆ ਮਨ ਕਰਕੇ। ਭੁੱਲਣਹਾਰ ਹਾਂ ਅਸੀਂ, ਭੁੱਲਣ ਵਾਲੇ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਇਸ ਕਰਕੇ ਫਰਮਾਨ ਕੀਤਾ, ਕਾਗ ਦੇ ਲੇਖਾ ਜੋ ਕਰਹੁ, ਕਹਾਂ ਪੁਜਾਵੋ ਨਾਥ, ਔਗਣ ਮੇਰੇ ਬਖਸ਼ੀਏ, ਮਾਥੇ ਧਰੀਐ ਹਾਥ। ਕਿਰਪਾ ਕਰਕੇ ਬਖਸ਼ ਦਿਓ ਮਹਾਰਾਜ। ਬਖਸ਼ਨਹਾਰ ਬਖਸ਼ ਲੈ।
ਇਹ ਜਿਹੜਾ ਪਾਠ ਹੈ ਬਖਸ਼ਣਹਾਰ, ਦਮਦਮੇ ਸਾਹਿਬ ਦਾ ਵੀ ਪਾਠ ਇਹੀ ਹੈ। ਕਰਤਾਰਪੁਰ ਸਾਹਿਬ ਵਾਲੀ ਸਰੂਪ ਦੇ ਵਿੱਚ ਵੀ ਪਾਠ ਇਹੀ ਹੈ। ਪਰ ਜਿਹੜੀਆਂ ਬੀੜਾਂ ਲਾਹੌਰ ਛਪੀਆਂ ਸੀ, ਬਾਬਾ ਗੁਲਾਬ ਸਿੰਘ ਦੀ ਪ੍ਰੈਸ ਵਿੱਚ ਮਹਾਂਪੁਰਖਾਂ ਨੇ ਦੱਸਿਆ ਵੀ ਉਹਦੇ ਵਿੱਚ ਰਾਰੇ ਨੂੰ ਕੰਨਾਂ ਲੱਗਿਆ ਆਉਂਦਾ ਰਿਹਾ। ਬਖਸ਼ਣਹਾਰਾ ਬਖਸ਼ ਲੈ, ਇਹ ਕਈ ਬੀੜਾਂ ਦੇ ਵਿੱਚ, ਪੋਥੀਆਂ ਦੇ ਵਿੱਚ ਹੋ ਸਕਦਾ ਤੁਹਾਡੇ ਕੋਲ ਵੀ ਕਿਸੇ ਕੋਲ ਹੋਵੇ, ਪਰ ਇਹ ਪਾਠ ਸੁੱਧ ਨਹੀਂ ਹੈ। ਕਿਉਂਕਿ ਨਾ ਤਾਂ ਭਾਈ ਗੁਰਦਾਸ ਸਾਹਿਬ ਜੀ ਲਿਖਾਰੀ ਸੀ ਕਰਤਾਰਪੁਰ ਵਾਲੇ ਸਰੂਪ, ਨਾ ਗੁਰੂ ਅਰਜਨ ਦੇਵ ਜੀ ਨੇ ਲਿਖਾਇਆ, ਤੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਸਾਹਿਬ ਤੋਂ ਜਾਂ ਬਾਬਾ ਦੀਪ ਸਿੰਘ ਸਾਹਿਬ। ਇਸ ਕਰਕੇ ਇਹਨੂੰ ਬਖਸ਼ਣਹਾਰ ਨੂੰ ਬਖਸ਼ਣਹਾਰਾ ਨਹੀਂ ਕਹਿਣਾ। ਜੇ ਕਿਤੇ ਪੋਥੀਆਂ ਵਿੱਚ ਹੈ ਤੇ ਉਹ ਗਲਤ ਪਾਠ ਛਪਿਆ ਹੋਇਆ। ਇਹ ਦਮਦਮਾ ਸਾਹਿਬ ਦਾ ਤੇ ਕਰਤਾਰਪੁਰ ਸਾਹਿਬ ਵਾਲੇ ਪਾਠ ਦਾ ਇਹ ਹੈ। ਬਖਸ਼ਣਹਾਰ ਬਖਸ਼ ਲੈ, ਹੇ ਬਖਸ਼ਿਸ਼ ਕਰਨ ਵਾਲੇ, ਵਾਹਿਗੁਰੂ ਤੂੰ ਬਖਸ਼ਿਸ਼ ਕਰ ਲੈ। ਬਖਸ਼ਿਸ਼ ਕਰਕੇ ਮਹਾਰਾਜ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਇਸ ਕਰਕੇ ਅਸੀਂ ਲੇਖਾ ਨਹੀਂ ਕਰਾਉਣਾ ਚਾਹੁੰਦੇ। ਇਹ ਲੇਖੇ ਦੇ ਨਾਲ ਕਿਵੇਂ ਛੁੱਟ ਜਾਵਾਂਗੇ ਮਹਾਰਾਜ? ਛੁਟਕਾਰਾ ਨਹੀਂ ਸਾਡਾ ਹੋ ਸਕਦਾ। ਖਿਨ ਖਿਨ ਭੁੱਲਣ ਬਾਹਰ ਹੈ। ਆਪ ਹੀ ਬਖਸ਼ਣ ਵਾਲੇ ਹੋ ਕੇ ਬਖਸ਼ ਲਵੋ ਮਹਾਰਾਜ। ਨਾਨਕ ਪਾਰ ਉਤਾਰ। ਇਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਸਾਡਾ ਮਹਾਰਾਜ, ਜੇ ਸਾਨੂੰ ਪਾਰ ਕਰ ਦਿਓ ਤੁਹਾਡੀ ਮਿਹਰਬਾਨੀ ਹੈ। ਪਰ ਅਸੀਂ ਤਾਂ ਨਹੀਂ ਗੁਨਾਹਾਂ ਤੋਂ ਬਚ ਸਕੇ, ਤੁਸੀਂ ਉਹ ਕਿਰਪਾ ਕਰ ਦਿਓ। ਹੁਣ ਮਹਾਰਾਜ ਤੁਹਾਡੀ ਸ਼ਰਨ ਹੀ ਪਏ ਆ। ਨਾਨਕ ਪਾਰ ਉਤਾਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੀ ਫਰਮਾਨ ਕਰਦੇ ਗੁਰੂ ਅਰਜਨ ਦੇਵ ਜੀ, ਐ ਜੀਵ ਇਉਂ ਬੇਨਤੀ ਕਰ ਕਿ ਉਹੀ ਪਾਰ ਉਤਾਰ ਕਰਨ ਵਾਲਾ ਹੈ। ਪੌੜੀ ਲੂਣ ਹਰਾਮੀ ਗੁਨਹਗਾਰ। ਮਹਾਰਾਜ ਸਾਹਿਬ ਕਹਿੰਦੇ ਵੀ ਲੂਣ ਖਾਏ ਕਰੇ ਹਰਾਮ ਖੋਰੀ। ਜਿਹਦਾ ਲੂਣ ਖਾਈਏ ਇੱਕ ਮਰਿਆਦਾ ਹੈ। ਸਭ ਤੋਂ ਸਸਤਾ ਹੈਗਾ ਲੂਣ ਰਸੋਈ ਵਿੱਚ। ਮਤਲਬ ਤਾਂ ਪਦਾਰਥ ਖਾਣ ਦਾ ਹੀ ਹੈ ਵੀ ਜਿਹਦਾ ਖਾਈਏ ਉਹ ਹਰਾਮ ਨਹੀਂ ਕਰਨਾ ਚਾਹੀਦਾ। ਜੇ ਗੁਰੂ ਘਰ ਦਾ ਖਾਂਦੇ ਆ ਤਾਂ ਗੁਰੂ ਘਰ ਰਹਿ ਕੇ ਹਰਾਮ ਨਹੀਂ ਕਰਨਾ ਚਾਹੀਦਾ। ਦੁਨਿਆਵੀ ਕਿਸੇ ਮਾਲਕ ਦੇ ਕੋਲ ਕੋਈ ਨੌਕਰੀ ਚਾਕਰੀ ਕਰਦਾ ਹੈ, ਉਹਨੂੰ ਵੀ ਹਰਾਮ ਨਹੀਂ ਖਾਣਾ ਚਾਹੀਦਾ। ਤੇ ਲੂਣ ਖਾ ਕੇ ਜਿਹੜਾ ਉਹ ਫਿਰ ਲੂਣ ਕਹਿੰਦਾ ਹੈ ਵੀ ਜਿਹੜੇ ਮਾਲਕ ਦਾ ਤੂੰ ਇਹ ਮੇਰਾ ਜਿਹੜਾ ਲੂਣ ਹੈ, ਲੂਣ ਦੀ ਆਵਾਜ਼ ਹੈ ਇਹ, ਵੀ ਮੈਨੂੰ ਖਾ ਕੇ ਜੇ ਤੂੰ ਹਰਾਮ ਕੀਤਾ ਨਾ, ਜਿਵੇਂ ਮੈਂ ਪਾਣੀ 'ਚ ਗਲਿਆ ਐਂ ਗਲੇਗਾ ਫਿਰ ਤੂੰ। ਇਸ ਕਰਕੇ ਲੂਣ ਹਰਾਮੀ ਗੁਨਹਗਾਰ। ਜੋ ਜੀਵ ਲੂਣ ਹਰਾਮੀ ਨਮਕ ਹਰਾਮੀ ਹੋ ਰਿਹਾ ਹੈ, ਉਪਕਾਰ ਜਿਹੜੇ ਵਾਹਿਗੁਰੂ ਦੇ ਉਹ ਭੁਲਾਉਣ ਵਾਲਾ ਅਕਿਰਤ ਕਣ ਹੋ ਗਿਆ ਭਾਈ ਇਹ। ਇਸ ਕਰਕੇ ਗੁਨਾਹਗਾਰ ਹੁੰਦਾ ਹੈ, ਅਪਰਾਧੀ ਦਾ ਨਾਮ ਹੈ। ਐਸਾ ਜਿਹੜਾ ਅਪਰਾਧੀ ਹੋ ਰਿਹਾ ਜੀਵ। ਬੇਗਾਨਾ ਅਲਪ ਮਤ। ਬੇਗਾਨੇ ਦਾ ਮਤਲਬ ਹੈ ਬੇਗਿਆਤ, ਤੁੱਛ ਮਤ ਵਾਲਾ ਹੈ, ਤੁੱਛ ਬੁੱਧੀ ਵਾਲਾ ਹੈ। ਇਸ ਪ੍ਰਕਾਰ ਇਉਂ ਬੇਨਤੀ ਕਰੀਏ ਕਿ ਅਸੀਂ ਅਲਪ ਮਤ ਤੁੱਛ ਮਾਤਰ ਬੁੱਧੀ ਵਾਲੇ ਜੀਵ ਹਾਂ। ਬੇਦਵੈਤ ਦਾ ਨਾਮ ਹੈ। ਗਾਨਾ ਗਾਇਨ ਕਰਨ, ਇਸ ਦਵੈਤ ਨੂੰ ਹੀ ਗਾਨ ਕਰਨ ਵਾਲੇ ਆ। ਸਾਡੇ ਹਰ ਵਕਤ ਬੋਲਣ ਦੇ ਵਿੱਚ ਦਵੈਤ ਹੀ ਬੋਲਦੀ ਹੈ। ਹਾਓ ਮੈਂ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਹਰ ਵਕਤ ਬੱਕਰੀ ਦੀ ਆਵਾਜ਼ ਮੈਂ ਦੀ ਆਉਂਦੀ ਹੈ, ਤੇ ਬੰਦੇ ਦੀ ਵੀ ਤਾਂ ਫਿਰ ਮੈਂ ਦੀ ਆਉਂਦਾ ਵੀ ਮੈਂ ਕਰ ਰਿਹਾ ਸਭ ਕੁਝ, ਆਹ ਕੀਤਾ ਮੈਂ ਕਰਿਆ। ਹੰਗ ਤਾਂ ਹੈ ਅੰਦਰ। ਹੇ ਵਾਹਿਗੁਰੂ ਕਿਰਪਾ ਕਰੋ ਜੀ। ਜੀਉ ਪਿੰਡ ਜਿਨ ਸੁਖ ਦੀਏ। ਜਿਸ ਵਾਹਿਗੁਰੂ ਨੇ ਜੀਵ ਆਤਮਾ ਪਿੰਡ ਸਰੀਰ ਵਿੱਚ ਦੀਏ ਦਿੱਤਾ, ਜਿਸ ਵਾਹਿਗੁਰੂ ਨੇ ਸਰੀਰਕ ਸੁਖ ਦਿੱਤੇ, ਮਾਨਸਿਕ ਸੁਖ ਦਿੱਤੇ, ਬੜਾਈਆਂ ਦਿੱਤੀਆਂ, ਤਾਹੇ ਨਾ ਜਾਣਤ ਤਤ। ਉਹ ਤਤ ਸਿਧਾਂਤ ਰੂਪ ਪਰਮੇਸ਼ਰ ਨੂੰ ਉਹਨੂੰ ਜਾਣਿਆ ਹੀ ਨਹੀਂ ਕਦੇ ਵੀ ਕੋਈ ਹੈ ਦੇਣ ਵਾਲਾ। ਬਸ ਇਹੀ ਹੈ ਵੀ ਮੈਂ ਕਮਾ ਕੇ ਲਿਆਉਣਾ, ਮੈਂ ਖਾਣਾ, ਮੈਂ ਟੱਬਰ ਪਾਲਦਾ, ਮੈਂ ਆਹ ਕਰਦਾ, ਮੈਂ ਵਾਹ ਕਰਦਾ। ਉਹ ਤਾਂ ਵਾਹਿਗੁਰੂ ਹੈ ਪਾਲਣਾ ਕਰਨ ਵਾਲਾ। ਸਰਵ ਪਾਲਕ ਸਰਵ ਕਾਲ, ਐਸਾ ਪਰਮੇਸ਼ਰ ਹੀ ਪਾਲਣਾ ਕਰਨ ਵਾਲਾ ਹੈ। ਸਾਰਿਆਂ ਨੂੰ ਉਹੀ ਪਾਲਦਾ ਹੈ। ਲਾਹਾ ਮਾਇਆ ਕਰਨੇ। ਜੀਵ ਕੀ ਹੈ? ਮਾਇਆ ਦੇ ਲਾਲਚ ਦੇ ਪਿੱਛੇ ਲੱਗਿਆ ਹੋਇਆ, ਤੇ ਰਾਤ ਦਿਨ ਇੱਕੋ ਹੀ ਪਾਸੇ ਲੱਗ ਨਹੀਂ। ਕੋਈ ਮਾਇਆ ਮਿਲੇ ਕਿਵੇਂ ਮਿਲੇ? ਚਾਹੇ ਗੁਰੂ ਦੀਆਂ ਗੋਲਕਾਂ ਭੰਨ ਕੇ ਮਿਲ ਜਾਏ, ਮਾਇਆ ਉੱਥੋਂ ਵੀ ਲੈ ਜਾਂਦਾ। ਚੋਰੀ ਕਰਨੀ ਪਵੇ, ਠੱਗੀ ਮਾਰਨੀ ਪਵੇ, ਲੁੱਟਣਾ ਪਵੇ, ਝੂਠ ਬੋਲ ਕੇ ਲੁੱਟਣਾ ਪਵੇ, ਬਸ ਕਾਰਨ ਮਾਇਆ ਦਾ ਹੀ ਹੈ। ਮਾਇਆ ਦਾ ਲਾਹਾ ਤਾਂ ਲੈਣਾ ਚਾਹੁੰਦਾ ਹੈ, ਤੇ ਉਸ ਮਾਇਆ ਨੂੰ ਫਿਰ ਪਕੜਨ ਵਾਸਤੇ, ਪ੍ਰਾਪਤ ਕਰਨ ਵਾਸਤੇ ਦਹ ਦਿਸ ਢੂਡ ਨ ਜਾਏ। 10 ਦਿਸ਼ਾ ਵਿੱਚ, ਪੂਰਬ ਪੱਛਮ ਉੱਤਰ ਦੱਖਣ ਵਿੱਚ
ਈਸ਼ਾਨ ਨੈਰਤ ਵੈਵੀ ਅਗਨ ਕੋਣ 4 ਤੇ 4 8 ਆਕਾਸ਼ ਵਾਲਾ ਪਾਸਾ ਪਤਾਲ ਵਾਲਾ ਪਾਸਾ। ਇਹ 10 ਦਿਸ਼ਾ ਹੋ ਗਈਆਂ। ਇਹਨਾਂ 'ਚ ਲੱਭਦਾ ਫਿਰਦਾ ਮਾਇਆ ਨੂੰ। ਦੇਵਨਹਾਰ ਦਾਤਾ ਪ੍ਰਭ, ਤੇ ਜਿਹੜਾ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ, ਦੇਵਨਹਾਰ ਦਾਤਾਂ ਦਾ ਦੇਣ ਵਾਲਾ ਜੋ ਦਾਤਾ ਹੈ, ਪ੍ਰਭੂ ਮਾਲਕ ਵਾਹਿਗੁਰੂ। ਨਿਮਖ ਨਾ ਮਨ ਹੈ ਬਸਾਏ, ਅੱਖ ਦੇ ਝਮਕਣ ਜਿਹਨੇ ਸਮੇਂ ਜਿੰਨਾ ਸਮਾਂ ਤਾਂ ਤੂੰ ਕਦੇ ਬੰਦਗੀ ਨਹੀਂ ਕਰਦਾ, ਮਨ ਦੇ ਵਿੱਚ ਵਾਹਿਗੁਰੂ ਨੂੰ ਵਸਾਇਆ ਨਹੀਂ ਹੈ। ਜਿਹਨੇ ਤੇਰੀ ਸੂਖਮ ਸਰੀਰ ਉਹ ਦਿੱਤਾ, ਉਹ ਵੀ ਦਾਤ ਉਸੇ ਦੀ ਸੀ। ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਦਿੱਤਾ, ਅਸਤੂਲ ਤੱਤਾਂ ਦੁਆਰਾ ਅਸਤੂਲ ਸਰੀਰ ਦਿੱਤਾ। ਇਹ ਵਾਹਿਗੁਰੂ ਦੀ ਉਹ ਦੇਣ ਸੀ ਸਾਰੇ, ਤੂੰ ਉਹਨੂੰ ਜਾਣਦਾ ਨਹੀਂ ਹੈ। ਲਾਲਚ ਝੂਠ ਵਿਕਾਰ ਮੋਹ, ਤੇ ਤੇਰਾ ਕਰਤਵ ਕੀ ਹੈ? ਪਦਾਰਥਾਂ ਦਾ ਤਾਂ ਲਾਲਚ ਹੈ ਤੇਰੇ ਅੰਦਰ, ਲੋਭ ਹੈ, ਤੇ ਫਿਰ ਝੂਠ ਬੋਲਦਾ ਰਹਿਣਾ ਹਰ ਵਕਤ। ਵਿਕਾਰ ਵਿਸ਼ੇ ਵਿਕਾਰ ਜਿਹੜੇ ਕਾਮ ਕ੍ਰੋਧ ਨੇ, ਤੇ ਇਹਦੇ ਨਾਲ ਬਲਕਿ ਮੋਹ ਜਿਹੜਾ ਬਹੁਤ ਹੀ ਪ੍ਰਬਲ ਹੈ। ਵਿਕਾਰ ਦੇ ਨਾਲ ਕੱਲਾ ਮੋਹ ਲਿਖਦਾ, ਕਿਉਂ ਮੋਹ ਸਾਰਿਆਂ ਤੋਂ ਵੱਡਾ ਹੈ, ਮੋਹ ਰਾਜਾ ਹੈ। ਇਹਦੇ ਅੰਤਰਭੂਤ ਸਾਰੇ ਆ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਵਿਕਾਰ ਜਿਹੜੇ ਨੇ ਇਹਨਾਂ ਦੇ ਵਿੱਚ ਤੂੰ ਲੱਗਿਆ ਹੋਇਆ ਹੈ। ਇਆ ਸੰਪੈ ਮਨ ਮਾਹੇ, ਹੇ ਜੀਵ ਤੂੰ ਤਾਂ ਇਉਂ ਲੱਗਦਾ ਹੈ ਕਿ ਇਹੀ ਤੇਰੀ ਸੰਪੈ ਨਾਮ ਵਿਭੂਤੀ ਦਾ ਹੁੰਦਾ ਹੈ, ਔਸਰੀ ਸੰਪਦਾ। ਇਹ ਤੇਰੇ ਮਨ ਦੇ ਵਿੱਚ ਇਕੱਠੀ ਕਰੀ ਪਈ ਹੈ। ਤੇਰੇ ਮਨ ਦੇ ਵਿੱਚ ਸ਼ੁਭ ਗੁਣ ਨਹੀਂ ਰਹੇ, ਤੇਰੇ ਮਨ ਦੇ ਵਿੱਚ ਇਹ ਚੀਜ਼ਾਂ ਇਕੱਠੀਆਂ ਹੋਈਆਂ। ਜਿਵੇਂ ਪੂੰਜੀ ਹੁੰਦੀ ਹੈ, ਤੇਰੇ ਕੋਲ ਤਾਂ ਆਹ ਝੂਠ ਦੀ ਪੂੰਜੀ ਹੈ ਜਾਂ ਵਿਕਾਰਾਂ ਦੀ ਪੂੰਜੀ ਹੈ, ਕਾਮ ਕਰੋ ਆਦਿਕ ਦੀ ਪੂੰਜੀ ਇਕੱਠੀ ਕਰੀ ਫਿਰਦਾ ਹੈ। ਇਹੀ ਰਾਤ ਦਿਨ ਤੋਂ ਸਾਰੀ ਜ਼ਿੰਦਗੀ ਕੀਤਾ ਹੈ। ਲੰਪਟ ਚੋਰ ਨਿੰਦਕ ਮਹਾ, ਤੇ ਜਿਹੜੇ ਪਰਾਏ ਘਰਾਂ ਦੇ ਵਿੱਚ ਲੰਪਟ ਨਾਮ ਖੱਚਤ ਹੋਣ ਦਾ ਹੈ, ਚੋਰ ਯਾਰ ਲੇੜੇ ਨੇ, ਦੂਸਰੇ ਦਾ ਧਨ ਚੁਰਾਉਣ ਵਾਲੇ, ਚੋਰੀ ਕਰਨ ਵਾਲੇ। ਤੇ ਫਿਰ ਨਿੰਦਕ ਮਹਾ, ਵੱਡੇ ਨਿੰਦਕ। ਨਿੰਦਕ ਦੋ ਤਰ੍ਹਾਂ ਦਾ ਮੰਨਿਆ। ਇੱਕ ਤਾਂ ਨਿੰਦਕ ਹੁੰਦਾ ਜਿਹੜਾ ਆਮ ਲੋਕਾਂ ਦੀ ਨਿੰਦਿਆ ਕਰਦਾ ਹੈ, ਉਹ ਤਾਂ ਨਿੰਦਕ ਹੈ। ਤੇ ਮਹਾ ਨਿੰਦਕ ਜਿਹੜਾ ਹੁੰਦਾ ਹੈ, ਉਹ ਹੁੰਦਾ ਜਿਹੜਾ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰੇ, ਉਹ ਵੱਡਾ ਨਿੰਦਕ ਹੈ। ਉਹ ਛੋਟੇ ਨਿੰਦਕ ਹੈ, ਉਹ ਵੀ ਨਿੰਦਕ ਹੈ, ਉਹ ਵੀ ਨਿੰਦਕ। ਇਸ ਕਰਕੇ ਰਵਿਦਾਸ ਜੀ ਨੇ ਕਿਹਾ, ਸਾਧ ਕਾ ਨਿੰਦਕ ਐਸੇ ਤਰ੍ਹਾਂ ਸਰ ਪਰ ਜਾਨੋ ਨਰਕ ਹੀ ਪਰੈ। ਦੂਜੀ ਨਿੰਦਿਆ ਕਰਨ ਵਾਲੇ ਦਾ ਛੁਟਕਾਰਾ ਹੋ ਜਾ। ਕਹਿੰਦੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲੇ ਦਾ ਛੁਟਕਾਰਾ ਕਦੀ ਵੀ ਨਹੀਂ ਹੁੰਦਾ, ਉਹ ਨਰਕਾਂ ਵਿੱਚ ਹੀ ਜਾਂਦਾ ਹੈ। ਇਸ ਕਰਕੇ ਜਿਹੜੇ ਮਹਾਨਿੰਦਕ ਹਨ, ਤੇ ਉਹਨਾਂ ਦੀ ਤੋਂ ਤਿੰਨੋਂ ਸੰਗ ਵਿਹਾਏ, ਤੂੰ ਉਹਨਾਂ ਨਿੰਦਕਾਂ ਦੀ ਸੰਗਤ ਕਰਦਾ ਰਿਹਾ। ਜਿਹੜਾ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ, ਉਹਦੀ ਸੰਗਤ ਕਰਨ ਵਾਲਾ ਵੀ ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਨਿੰਦਕ, ਉਹ ਫਿਰ ਨਾਲ ਹੀ ਨਰਕਾਂ ਨੂੰ ਲੈ ਜਾਂਦਾ ਉਸ ਨੂੰ। ਉਹਨਾਂ ਦੇ ਨਾਲ ਤੇਰੀ ਉਮਰ ਬਤੀਤ ਹੋ ਰਹੀ ਹੈ। ਤੁਧ ਭਾਵੈ ਤਾਂ ਬਖਸ਼ ਲੈ, ਹੇ ਪਰਮੇਸ਼ਰ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਬਖਸ਼ ਦੇਣਾ, ਨਹੀਂ ਤਾਂ ਫਿਰ ਮਹਾਰਾਜ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਉਧਾਰੇ, ਐ ਤੂੰ ਤਾਰ ਵੀ ਦਿੰਨਾ ਹੈ। ਇਹ ਤੇਰੇ ਬਖਸ਼ਣ ਦੀ ਗੱਲ ਹੈ। ਖੋਟੇ ਸੰਗ ਖਰੇ, ਖਰੇ ਕੌਣ? ਖਰੇ ਦਾ ਅਰਥ ਹੈ ਚੰਗੇ, ਉਹ ਨ ਮਹਾਂਪੁਰਸ਼। ਖੋਟੇ ਕੌਣ? ਨਿੰਦਕ ਲੋਕ, ਕਾਮ ਕ੍ਰੋਧ ਦੇ ਵਿੱਚ ਪ੍ਰਵਰਤ। ਪਰ ਜਿਹੜੇ ਖਰੇ ਚੰਗਿਆਂ ਦੀ ਸੰਗਤ ਵਿੱਚ ਆ ਜਾਣ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਖੋਟੇ ਵੀ ਆ ਜਾਣ, ਕਹਿੰਦੇ ਫਿਰ ਉਹ ਬਖਸ਼ੇ ਜਾਂਦੇ ਨੇ। ਉਹਨਾਂ ਨੂੰ ਪਰਮਾਤਮਾ ਬਖਸ਼ ਲੈਂਦਾ ਹੈ, ਕਿਰਪਾ ਕਰ ਦਿੰਦਾ ਉਹਨਾਂ ਤੇ। ਨਾਨਕ ਭਾਵੈ ਪਾਰ ਬ੍ਰਹਮ, ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ ਹੈ, ਵਿਆਪਕ ਸਰੂਪ ਜੋ ਪਰਮੇਸ਼ਰ, ਜੇ ਉਹਨੂੰ ਚੰਗਾ ਲੱਗੇ। ਨਾਨਕ ਭਾਵੈ ਪਾਰ ਬ੍ਰਹਮ, ਜੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਭਾ ਜਾਵੇ, ਚੰਗਾ ਲੱਗੇ, ਜੋ ਬ੍ਰਹਮ ਵਿਆਪਕ ਹੈ, ਪਾਰ ਉਰਾਰ ਤੋਂ ਰਹਿਤ ਹੈ। ਗੁਰੂ ਸਾਹਿਬ ਜੀ ਕਥਨ ਕਰਦੇ ਆ, ਜੇ ਐਸੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਫਿਰ ਅੱਗੇ ਦੱਸਦੇ ਹਨ, ਪਾਹਨ ਨੀਰ ਤਰੇ। ਉਹ ਫਿਰ ਪਾਹਨ ਨਾਮ ਪੱਥਰ ਦਾ ਹੈ। ਪੱਥਰ ਹਾਲਾਂਕਿ ਪਾਣੀ 'ਚ ਡੁੱਬ ਜਾਂਦਾ ਹੈ, ਜੇ ਵਾਹਿਗੁਰੂ ਨੂੰ ਭਾ ਜਾਵੇ ਪੱਥਰ ਵੀ ਤਾਂ ਪਾਣੀ ਤੇ ਤੈਰ ਸਕਦਾ ਹੈ। ਇਸ ਕਰਕੇ ਉਹ ਜਿਵੇਂ ਰਾਮਚੰਦਰ ਰੂਪ ਹੋ ਕਰਕੇ ਉਹ ਪੱਥਰ ਜਦੋਂ ਲੰਕਾ ਦਾ ਪੁਲ ਬੰਨਿਆ, ਉੱਥੇ ਕਿਤੇ ਹੇਠਾਂ ਥੰਮਲੇ ਲਾਏ ਹੋਏ ਸੀ, ਕੋਈ ਪਿੱਲਰ ਥੋੜੀ ਕੀਤੇ ਹੋਏ ਸੀ।
ਉਹ ਪੱਥਰ ਤਰ ਗਏ। ਇਸ ਤਰ੍ਹਾਂ ਫਿਰ ਮਹਾਰਾਜ ਜਿਵੇਂ ਉਹ ਪੱਥਰ ਪਾਣੀ ਤੇ ਤਰ ਜਾਂਦੇ ਆ, ਇਹ ਤ੍ਰੇਤੇ ਯੁੱਗ ਦੇ ਵਿੱਚ ਤਰੇ, ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇਉਂ ਬੇਨਤੀ ਕਰੇ ਮਹਾਰਾਜ ਪੱਥਰਾਂ ਵਰਗੇ ਭਾਰੀ ਪਾਪ ਨਾ ਸਾਡੇ ਕੋਲ ਹੋਏ ਵੇ। ਜੇ ਤੈਨੂੰ ਭਾ ਜਾਈਏ ਤਾਂ ਸੰਸਾਰ ਸਮੁੰਦਰ ਤੋਂ ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਹੋਇਆ, ਉਸ ਤੋਂ ਤੂੰ ਤਾਰ ਸਕਦਾ ਹੈ। ਇਹ ਮਹਾਰਾਜ ਨੇ ਕਥਨ ਕੀਤਾ। ਸ਼ਲੋਕ ਖਾਤ ਪੀਤ ਖੇਲਤ ਹਸਤ। ਇਹ ਪਰਮੇਸ਼ਰ ਖਾਤ ਖਾਂਦਿਆਂ, ਕੀ ਖਾਂਦਿਆਂ? ਪਦਾਰਥ ਹੈ, ਜਿਵੇਂ ਫਰੂਟ ਖਾਂਦੇ ਆ, ਅੰਨ ਦਾ ਅਨਾਜ ਖਾਣਾ, ਕਈ ਪ੍ਰਕਾਰ ਦੇ ਖਾਣੇ, 36 ਪ੍ਰਕਾਰ ਦੇ ਖਾਣੇ ਖਾਂਦਿਆਂ, ਪੀਤ ਪੀਂਦਿਆਂ, ਦੁੱਧ ਪੀਂਦਿਆਂ, ਪਾਣੀ ਪੀਂਦਿਆਂ, ਤੇ ਕਈ ਬਹੁਤ ਐਸੇ ਨੇ ਜਿਹੜੇ ਸ਼ਰਾਬ ਆਦਿਕ ਪੀਂਦੇ ਆ। ਜਿਹੜੇ ਸ਼ਰਾਬ ਨਹੀਂ ਪੀਂਦੇ, ਪਾਣੀ ਤਾਂ ਪੀਂਦੇ ਹੀ ਹੈ, ਦੁੱਧ ਪੀਂਦੇ ਆ, ਖਾਂਦਿਆਂ ਪੀਂਦਿਆਂ। ਤੇ ਖੇਲਤ ਹਸਤ, ਖੇਡ ਖੁਸ਼ੀ ਦੇ ਨਾਲ ਕੋਈ ਜੋ ਕੁਛ ਹਰਕਤ ਕੀਤੀ ਜਾਵੇ, ਖੁਸ਼ੀ ਦੀ ਕਲੋਲ ਜਿਹੜੀ ਹੈ, ਖੁਸ਼ੀ ਦੀ ਖੇਡ, ਤੇ ਹਸਤ ਹੱਸਦੇ ਆ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਪ੍ਰਾਪਤ ਨੇ। ਖਾਣਾ ਪੀਣਾ ਯਾਦ ਹੈ, ਖੇਲਣਾ ਯਾਦ ਹੈ, ਹੱਸਣਾ ਯਾਦ ਹੈ, ਪਰ ਇਹ ਕੁਛ ਸਾਰੀਆਂ ਜੂਨਾਂ 'ਚ ਹੁੰਦਾ ਆਇਆ, ਜਿਸ ਕਰਕੇ ਭਰਮੇ ਜਨਮ ਅਨੇਕ। ਅਨੇਕਾਂ ਜਨਮਾਂ ਦੇ ਵਿੱਚ ਭਰਮਣ ਕਰਦੇ। ਭਰਮਣ ਨਾਮ, ਭਰਮੇ ਦਾ ਅਰਥ ਹੈ ਚੱਕਰ ਕੱਟਣਾ। ਭਰਮ ਦੇ ਭਰਮਾਏ ਹੋਏ ਅਨੇਕਾਂ ਜਨਮਾਂ ਦੇ ਚੱਕਰ ਕੱਟਦੇ ਹੋਏ ਆਏ ਆ। ਤੇ ਆਏ ਕਿੱਥੇ ਆ? ਅਨੇਕਾਂ ਜਨਮਾਂ ਦੇ ਵਿੱਚ, ਅਨੇਕਾਂ ਜਨਮਾਂ ਦੇ ਵਿੱਚ ਭਰਮਣ ਕਰ ਰਹੇ, ਚੱਕਰ ਖਾਂਦੇ ਹੋਏ ਮਹਾਰਾਜ। ਤੇ ਆਪ ਹੁਣ ਕਿਰਪਾ ਕਰ ਦਿਓ। ਭਵਜਲ ਤੇ ਕਾਢੋ ਪ੍ਰਭੂ। ਅਸੀਂ ਮਹਾਰਾਜ ਚੱਕਰ ਤਾਂ ਬਥੇਰੇ ਖਾ ਲਏ, ਤੇ ਜੇ ਤੁਸੀਂ ਭੈਦਾਇਕ ਸੰਸਾਰ ਸਮੁੰਦਰ ਵਿੱਚੋਂ ਜੰਮਣ ਮਰਨ ਰੂਪੀ ਜਿੱਥੇ ਜਲ ਹੈ, ਇਹਦੇ ਚੋਂ ਹੈ ਪ੍ਰਭੂ ਜੀ ਕੱਢਣਾ ਕਰੋ ਸਾਨੂੰ ਕਿਰਪਾ ਕਰਕੇ। ਨਾਨਕ ਤੇਰੀ ਟੇਕ। ਸਤਿਗੁਰੂ ਜੀ ਕਥਨ ਕਰਦੇ ਆ, ਅਸੀਂ ਤੇਰੀ ਟੇਕ ਗ੍ਰਹਿਣ ਕੀਤੀ ਹੈ, ਓਟ ਲਈ ਹੈ, ਤੇਰੀ ਓਟ ਤੱਕੀ ਹੈ, ਓਟ ਤੇਰੀ ਜਗ ਜੀਵਨਾ। ਪੌੜੀ ਖੇਲਤ ਖੇਲਤ ਆਇਓ। ਇਹ ਜੀਵ ਅਨੇਕਾਂ ਜੂਨਾਂ ਵਿੱਚ ਖੇਲਤ ਖੇਡਦੇ ਖੇਡਦੇ, ਭਾਵ ਕਦੇ ਕਿਸੇ ਜੂਨ ਵਿੱਚ ਉਸ ਜੂਨ ਦੀ ਖੇਡ ਖੇਡ ਲਈ। ਆ ਜਿਹੜੇ ਕੁੱਤੇ ਬਿੱਲੇ ਨੇ ਕਿਹੜਾ ਨਹੀਂ ਖੇਡਦੇ, ਖੇਡਾਂ ਤਾਂ ਇਹ ਵੀ ਖੇਡਦੇ ਆ, ਜਾਨਵਰ ਵੀ ਖੇਡਦੇ ਆ। ਅਨੇਕਾਂ ਜੂਨਾਂ ਦੇ ਵਿੱਚ ਉਸੇ ਤਰ੍ਹਾਂ ਦੀਆਂ ਖੇਡਾਂ ਖੇਡਦੇ ਰਹੇ। ਆਇਓ, ਕਿੱਥੇ ਆਏ ਆ? ਮਨੁੱਖਾ ਸਰੀਰ ਵਿੱਚ ਆ ਗਏ ਮਹਾਰਾਜ। ਆਪ ਹੁਣ ਕਿਰਪਾ ਕਰੋ। ਅਨਕ ਜੋਨ ਦੁੱਖ ਪਾਏ। ਅਸੀਂ ਮਨੁੱਖਾ ਸਰੀਰ ਵਿੱਚ ਪਹੁੰਚ ਗਏ ਆ, ਅਨੇਕਾਂ ਜੂਨਾਂ 'ਚ ਦੁੱਖ ਪਾਏ ਆ, ਤਕਲੀਫਾਂ ਬੜੀਆਂ ਪਾਈਆਂ ਨੇ, ਜੰਮਣ ਮਰਨ ਦੇ ਦੁੱਖ ਹੀ ਪਾਉਣਾ ਕੀਤੇ ਆ। ਜਿਵੇਂ ਸੁਖਦੇਵ ਮੁਨੀ ਨੇ ਕਿਹਾ ਸੀ ਆਪਣੇ ਪਿਤਾ ਮਹਾਰਿਸ਼ੀ ਵੇਦ ਵਿਆਸ ਨੂੰ ਕਿਹਾ ਸੀ, ਕਹਿੰਦੇ ਪਿਤਾ ਤੂੰ ਮੇਰੇ ਨਾਲ ਮੋਹ ਨਾ ਕਰ, ਮੈਨੂੰ ਆਪਣੇ 100 ਜਨਮਾਂ ਦੀ ਸੋਝੀ ਹੈ। ਇਹਨੂੰ ਉਸੇ ਤਰ੍ਹਾਂ ਦੀ ਸੋਝੀ ਰਹਿ ਗਈ ਸੀ ਜਿਵੇਂ ਮਾਤਾ ਦੇ ਉਦਰ 'ਚ ਹਰ ਇੱਕ ਨੂੰ ਹੁੰਦੀ ਹੈ। ਜਨਮ ਧਾਰ ਕੇ ਕਿਸੇ ਕਿਸੇ ਨੂੰ ਸਾਲ 2 ਸਾਲ ਤੱਕ ਰਹਿੰਦੀ ਹੈ ਕੁਝ ਸਿਮਰਤੀ, ਇੱਕ ਅੱਧੇ ਜਨਮ ਦੀ, ਪਰ ਕੋਈ ਕੋਈ ਮਹਾਂਪੁਰਖ ਹੈ ਜਿਹਨੂੰ 100 ਜਨਮਾਂ ਤੱਕ ਦੀ ਗਿਆਤ ਰਹਿੰਦੀ ਹੈ ਵੀ ਮੈਂ ਕਿਹੜੇ ਜਨਮ ਕੀ ਸੀ। ਉਹ ਕਹਿੰਦਾ ਮੇਰੇ ਉਹ ਜਨਮ ਯਾਦ ਨੇ ਜਦੋਂ ਮੈਂ ਖੋਤੇ ਦੀ ਜੂਨ ਵਿੱਚ ਪਿਆ ਹੋਇਆ ਸੀ, ਵੀ ਮੇਰੇ ਤੇ ਭਾਰ ਢੋਣ ਵਾਲਿਆਂ ਨੇ ਢੋਇਆ, ਲਾਗਾ ਲੱਗ ਗਿਆ, ਕਾਮਾਂ ਨੇ ਮੇਰਾ ਚੂੰਡ ਚੂੰਡ ਕੇ ਸਰੀਰ ਖਾ ਲਿਆ, ਮੇਰੇ ਦੰਦ ਘਸ ਗਏ, ਜਿੰਨਾ ਚਿਰ ਮੈਂ ਕੰਮ ਦਿੰਦਾ ਰਿਹਾ ਮੇਰੇ ਤੋਂ ਕੰਮ ਲਿਆ। ਅਖੀਰ ਨੂੰ ਜਦੋਂ ਮੈਂ ਨਿਕੰਮਾ ਹੋ ਗਿਆ, ਕਹਿੰਦੇ ਡੰਡੇ ਮਾਰ ਕੇ ਘਰੋਂ ਕੱਢ ਦਿੱਤਾ। ਮੈਂ ਮੁੜ ਮੁੜ ਕੇ ਉਹ ਵਿਹੜੇ 'ਚ ਜਾਵਾਂ ਵੀ ਮੇਰਾ ਘਰ ਹੈ, ਪਰ ਮੈਨੂੰ ਵੜਨ ਨਹੀਂ ਦਿੱਤਾ ਉਹਨਾਂ ਨੇ। ਕਹਿੰਦਾ ਮੈਂ ਬਾਹਰ ਰੂੜੀਆਂ ਤੇ ਚੌਦਾ ਰਿਹਾ, ਮੇਰੇ ਦੰਦ ਕੰਮ ਨਾ ਕਰਨ। ਤੇ ਮੈਂ ਸੋਚਿਆ ਵੀ ਜੰਗਲ ਜਾਣਾ। ਜਦ ਮੈਂ ਬਾਹਰ ਜਾਣ ਲੱਗਿਆ, ਰਸਤੇ ਦੇ ਵਿੱਚ ਇੱਕ ਥੋੜਾ ਜਿਹਾ ਚਲਾ ਸੀ ਜਿਹਦੇ ਵਿੱਚ ਗਾਰ ਤੇ ਪਾਣੀ, ਉੱਥੇ ਲੋਕ ਛੜੱਪਾ ਮਾਰ ਕੇ ਲੰਘਦੇ ਸੀ, ਔਖਾ ਸੀ ਲੰਘਣਾ। ਕਹਿੰਦਾ ਮੈਂ ਉਹ ਲੰਘਣ ਲੱਗਿਆ, ਮੈਂ ਵਿੱਚੇ ਡਿੱਗ ਪਿਆ, ਲੰਘ ਨਾ ਸਕਿਆ। ਕਹਿੰਦਾ ਮੈਂ ਹਰੇਕ ਮਨੁੱਖ ਕੰਨੀ ਦੇਖਿਆ ਕਰਾਂ ਵੀ ਇਹ ਮੇਰੀ ਸਹਾਇਤਾ ਕਰੂ। ਕਹਿੰਦਾ ਕੌਣ ਕਰਦਾ ਕਿਸੇ ਦੀ ਸਹਾਇਤਾ? ਮੈਂ ਕਹਿੰਦਾ ਦੁਖੀ ਹੋਇਆ, ਇੱਕ ਤਾਂ ਭੁੱਖਾ ਸੀ, ਦੂਜਾ ਕਮਜ਼ੋਰ ਸੀ, ਪੀਣ ਨੂੰ ਪਾਣੀ ਨਾ ਮਿਲੇ, ਖਾਣ ਨੂੰ ਕੁਛ ਨਾ ਮਿਲੇ। ਮੈਂ ਲੋਕਾਂ ਦੇ ਸਹਾਰੇ ਵੀ ਮੇਰੇ ਤੇ ਕੋਈ ਤਾਂ ਤਰਸ ਕਰੂਗਾ ਮਨੁੱਖ, ਕਹਿੰਦਾ ਕਿਸੇ ਨੇ ਤਰਸ ਨਹੀਂ ਕਰਿਆ, ਬਲਕਿ ਮੇਰੇ ਉੱਤੇ ਪੈਰ ਧਰ ਕੇ ਮੈਨੂੰ ਲਾਂਘਾ ਬਣਾ ਲਿਆ, ਪੈਰ ਧਰ ਕੇ ਛੜਪਾ ਮਾਰ ਕੇ ਲੰਘ ਜਾ ਕਰਨ। ਕਹਿੰਦਾ ਮੇਰਾ ਮੂੰਹ ਚਿੱਕੜ ਦੇ ਵਿੱਚ ਫਸ ਗਿਆ, ਗਾਰ ਦੇ ਵਿੱਚ ਫਸ ਗਿਆ। ਕਹਿੰਦਾ ਮੈਂ ਤੜਫ ਤੜਫ ਕੇ ਮਰਦੇ ਨੂੰ ਲੋਕਾਂ ਨੇ ਦੇਖਿਆ, ਪਰ ਮੇਰੀ ਸਹਾਇਤਾ ਕਿਸੇ ਨੇ ਨਹੀਂ ਕਰੀ। ਇਸ ਕਰਕੇ ਮੇਰਾ ਸੰਸਾਰ ਨਾਲ ਮੋਹ ਨਹੀਂ ਰਿਹਾ ਹੁਣ, ਇਹ ਸੰਸਾਰ ਇਹੋ ਜਿਹਾ ਹੈ।
ਤੋ ਇਸ ਕਰਕੇ ਅਨੇਕਾਂ ਜੂਨਾਂ ਦੇ ਅੰਦਰ ਦੁੱਖ ਪਾਇਆ, ਅਨਕ ਜੋਨ ਦੁੱਖ ਪਾਏ। ਬੋਲਦੇ ਇੱਕ ਵਾਰੀ ਫਿਰ। ਅਨਕ ਜੋਨ ਦੁਖ ਪਾਏ, ਅਨੇਕਾਂ ਜੂਨਾਂ ਦੇ ਅੰਦਰ ਦੁੱਖ ਪ੍ਰਾਪਤ ਕੀਤਾ। ਇਹ ਇੱਕ ਇਕੱਲੇ ਉਸ ਦੀ ਗੱਲ ਨਹੀਂ, ਇਹ ਸਾਰਿਆਂ ਦੀ ਗੱਲ। ਆਪਾਂ ਵੀ ਇਸੇ ਤਰ੍ਹਾਂ ਦੁੱਖਾਂ ਦੇ ਨਾਲ ਘੁਲਦੇ ਮਿਲਦੇ, ਦੁੱਖ ਸਹਾਰਦੇ ਹੋਏ, ਕਿਤੇ ਸੁੱਖ ਮਿਲ ਗਿਆ ਕਿਤੇ ਦੁੱਖ, ਉਹ ਪਾਉਂਦੇ ਹੋਏ ਮਨੁੱਖਾ ਸਰੀਰ ਤੱਕ ਪਹੁੰਚੇ ਆ। ਮੁੜ ਕੇ ਉਹੀ ਕਹਾਣੀ ਫੇਰ ਤਿਆਰ ਹੈ, ਜੇ ਕਿਤੇ ਹੁਣ ਨਾ ਸਮਝੇ। ਆਪਣੇ ਆਪਣੇ ਮਨ ਨੂੰ ਸਮਝਾਓ, ਨਹੀਂ ਤਾਂ ਵੀ ਮੁੜ ਕੇ ਉਹੀ ਚੱਕਰ ਤਿਆਰ ਹੈ। ਖੇਦ ਮਿਟੇ ਸਾਧੂ ਮਿਲਤ, ਜਿਹੜੇ ਸ੍ਰੇਸ਼ਟ ਮਹਾਂਪੁਰਸ਼ਾਂ ਦੇ ਨਾਲ ਮਿਲ ਜਾਂਦੇ ਨੇ, ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ, ਸਤਿਗੁਰ ਬਚਨ ਸਮਾਏ, ਅਤੇ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਸਮਾ ਜਾਂਦੇ, ਫਿਰ ਖੇਦ ਮਿਟੇ। ਉਹਨਾਂ ਦੇ ਦੁੱਖ ਸਾਰੇ ਮਿਟ ਜਾਂਦੇ ਨੇ, ਜੰਮਣ ਮਰਨ ਦੇ, ਜਿਹੜੇ ਕਮਾਈ ਕਰਦੇ ਆ ਨਾਮ ਦੇ। ਖਿਮਾ ਗਹੀ ਸੱਚ ਸੰਚਿਓ, ਜਿਨ੍ਹਾਂ ਨੇ ਖਿਮਾ ਸ਼ਿਮਾ ਬਰਦਾਸ਼ਤ ਵਾਲੀ ਬਿਰਤੀ ਹੁੰਦੀ ਹੈ, ਗ੍ਰਹਿਣ ਕਰ ਲਈ ਹੈ, ਤੇ ਸੱਚ ਨੂੰ ਸੰਚਿਓ ਇਕੱਤਰ ਕਰ ਲਿਆ ਹੈ। ਖਾਇਓ ਅੰਮ੍ਰਿਤ ਨਾਮ, ਉਹ ਨਾਮ ਰੂਪੀ ਭੋਜਨੇ ਖਾਦਾ ਹੈ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਇਹ ਨਾਮ ਰੂਪੀ ਭੋਜਨ ਛਕਦੇ ਐ। ਕਰੀ ਕਿਰਪਾ ਠਾਕੁਰ ਭਈ, ਉਹਨਾਂ ਤੇ ਠਾਕਰ ਵਾਹਿਗੁਰੂ ਨੇ ਚੰਗੀ ਕਿਰਪਾ ਅਤਿਅੰਤੀ ਕਿਰਪਾ ਕਰ ਦਿੱਤੇ। ਅਨੰਦ ਸੁਖ ਬਿਸਰਾਮ, ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਤੇ ਆਨੰਦ ਸੁਖ ਪ੍ਰਾਪਤ ਹੋ ਗਿਆ। ਵਿਸਰਾਮ ਨਾਮ ਹੈ ਸਥਿਤੀ ਦਾ, ਸੁਖਾਂ ਦੇ ਵਿੱਚ ਉਹਨਾਂ ਦੀ ਸੁਖ ਸਰੂਪ ਵਿੱਚ ਸਥਿਤੀ ਹੋ ਗਈ ਹੈ। ਖੇਪ ਨਿਵਾਹੀ ਬਹੁਤ ਲਾਭ, ਤੇ ਉਹਨਾਂ ਜਗਿਆਸੂ ਜਨਾਂ ਦੇ ਜੋ ਭਗਤੀ ਰੂਪੀ ਖੇਪ ਰਾਸ ਸੀ, ਉਹ ਪਰਮੇਸ਼ਰ ਨੇ ਸਿਰੇ ਤੱਕ ਨਿਭਾ ਦਿੱਤੀ ਹੈ। ਬਹੁਤ ਭਾਰੀ ਲਾਭ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਨਾਮ ਜਪ ਕੇ ਇਹ ਲਾਭ ਪ੍ਰਾਪਤ ਹੈ। ਅੱਗੇ ਵੀ ਜਪਾਇਆ, ਆਪ ਜਪਿਆ ਵਰੈ ਨਾਮ ਜਪਾਵੈ। ਉਹ ਸਾਧ ਸੰਗਤ ਰੂਪੀ ਘਰ ਦੇ ਵਿੱਚ ਫਿਰ ਦੱਸਦੇ ਨੇ ਅੱਗੇ, ਘਰ ਆਏ ਪਤਵੰਤ, ਉਹ ਸਾਧ ਸੰਗਤ ਰੂਪੀ ਘਰ ਵਿੱਚ ਆਏ ਤੇ ਪਤਵੰਤ, ਪਤ ਆਵਰੋ ਵਾਲੇ ਹੋ ਗਏ। ਜਿਵੇਂ ਧਨਵੰਤ ਜਿਹਦੇ ਕੋਲ ਧਨ ਹੋਵੇ, ਜਿਹਦੇ ਕੋਲ ਪਤ ਹੋਵੇ, ਪਤਵੰਤ ਹੁੰਦਾ। ਪਤਵੰਤਾ ਸੱਜਣ ਜੀ ਫਲਾਨਾ ਹੈ, ਇਸ ਤਰ੍ਹਾਂ ਕਹਿੰਦੇ ਆ। ਆਪ ਸਰੂਪ ਰੂਪੀ ਘਰ ਤੁਰਿਆ ਪਦ ਦੇ ਵਿੱਚ ਪਤਵੰਤ ਇੱਜ਼ਤ ਵਾਲੇ ਪਾਏ ਗਏ ਹਨ। ਖਰਾ ਦਿਲਾਸਾ ਗੁਰ ਦੀਆ, ਗੁਰੂ ਸਾਹਿਬ ਨੇ ਚੰਗਾ ਅਤਿਅੰਤ ਬਹੁਤੀ ਦਿਲਾਸਾ, ਧੀਰਜ ਦਾ ਨਾਮ ਹੁੰਦਾ, ਦਿਲਾਸਾ ਦਿੱਤਾ, ਧੀਰਜ ਦਿੱਤੀ ਹੈ। ਆਏ ਮਿਲੇ ਭਗਵੰਤ, ਭਗਵੰਤ ਅਕਾਲ ਪੁਰਖ ਵਾਹਿਗੁਰੂ ਆ ਕੇ ਪ੍ਰਾਪਤ ਹੋਇਆ। ਫਿਰ ਇਸ ਤਰ੍ਹਾਂ ਸਾਧ ਸੰਗਤ ਜੀ ਮਿਲੇ, ਪ੍ਰਾਪਤ ਹੋ ਗਏ, ਨਿਸ਼ਚਾ ਹੋ ਗਿਆ। ਫਿਰ ਆਪਨ ਕੀਆ ਕਰਹਿ ਆਪ, ਤੇ ਇਹ ਨਿਸ਼ਚਾ ਹੋ ਗਿਆ ਫਿਰ ਕੀ ਆਪਨ ਕੀਆ ਤੇ ਕਰਹਿ ਆਪ। ਸਾਰੀ ਪੰਕਤੀ ਬੋਲ ਦੋ ਜੀ, ਅਰਥ ਇਕੱਠਾ। ਆਗੇ ਪਾਛੈ ਆਪ, ਤੇ ਪਾਛੇ ਤੋਂ ਅਰਥ ਸ਼ੁਰੂ ਹੁੰਦਾ ਇਹਦਾ। ਪਾਛੇ ਪਿੱਛੇ ਵੀ ਜੋ ਸਮਾਂ ਲੰਘ ਗਿਆ, ਵਾਹਿਗੁਰੂ ਸਭ ਕੁਝ ਆਪ ਹੀ ਸੀ, ਆਪ ਹੀ ਕਰਦਾ ਸੀ। ਹੁਣ ਵੀ ਸਭ ਕੁਝ ਜੋ ਕਰ ਰਿਹਾ ਉਹ ਆਪ ਹੀ ਕਰ ਰਿਹਾ। ਅੱਗੇ ਨੂੰ ਭਵਿੱਖ ਵਿੱਚ ਜੋ ਕੁਝ ਵੀ ਕਰੇਗਾ ਉਹ ਵਾਹਿਗੁਰੂ ਆਪ ਹੀ ਕਰੇਗਾ। ਤੇ ਜਾਂ ਫਿਰ ਇਹ ਕੋ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ। ਆਪਨ ਕੀਆ ਕਰਹਿ ਆਪ, ਤੇ ਆਪ ਹੀ ਸਿੱਖ ਹੋ ਕੇ ਉਹਨੂੰ ਕਮਾਉਣਾ ਕਰਦਾ ਹੈ। ਕੀਆ ਕਰਦਾ, ਕਮਾਉਣਾ ਕਰਦਾ ਹੈ। ਤੇ ਪਿੱਛੇ ਗਿਆਨੀਆਂ ਨੂੰ ਅਤੇ ਅੱਗੇ ਸਨਮੁਖ ਭਾਵ ਜਿਹੜੇ ਅਪਰੋਖ ਗਿਆਨੀਆਂ ਨੂੰ, ਪਿੱਛੇ ਤਾਂ ਪਰੋਖ ਗਿਆਨੀਆਂ ਨੂੰ ਤੇ ਅੱਗੇ ਸਨਮੁਖ ਅਪਰੋਖ ਗਿਆਨੀਆਂ ਨੂੰ ਆਪਣਾ ਆਪ ਰੂਪ ਹੋ ਕਰਕੇ ਉਹ ਪ੍ਰਤੀਤ ਹੋ ਰਿਹਾ, ਦਿਸ ਰਿਹਾ ਹੈ। ਇਹ ਅੰਤਰੀ ਭਾਵ ਦੇ ਵਿੱਚ ਐਸਾ ਹੈ। ਅੱਗੇ ਦੱਸਦੇ ਹਨ, ਨਾਨਕ ਸੋ ਸਰਾਹੀਐ, ਸਤਿਗੁਰੂ ਜੀ ਕਥਨ ਕਰਦੇ ਨੇ ਉਸ ਦੀ ਸ਼ਲਾਘਾ ਕਰੋ ਜਿਹੜਾ ਵਾਹਿਗੁਰੂ ਪਰਮੇਸ਼ਰ ਜੇ ਘਟ ਘਟ ਰਹਿਆ ਵਿਆਪ, ਜੇ ਜਿਹੜਾ ਘਟਾਂ ਚ ਹਿਰਦਿਆਂ ਚ ਵਿਆਪਕ ਹੋ ਰਿਹਾ ਹੈ। ਸ਼ਲੋਕ ਆਏ ਪ੍ਰਭ ਸਰਨਾਗਤੀ, ਉਹ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਕਿਰਪਾ ਨਿਧ ਦਇਆਲ, ਇਹ ਕਿਰਪਾ ਦੇ ਨਿਧ ਖਜ਼ਾਨੇ, ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ, ਹੇ ਪ੍ਰਭੂ ਜੀ ਤੇ ਹਰੀ ਵਾਹਿਗੁਰੂ ਜੀ, ਅਸੀਂ ਆਪ ਜੀ ਦੀ ਸ਼ਰਨਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ ਜੀ। ਏਕ ਅੱਖਰ ਹਰ ਮਨ ਵਸਤ, ਤੇ ਸਤਿਗੁਰੂ ਜੀ ਕਥਨ ਕਰਦੇ, ਸਾਰੀ ਬੋਲੋ ਜੀ, ਨਾਨਕ ਹੋਤ ਨਿਹਾਲ। ਸਤਿਗੁਰੂ ਜੀ ਕਥਨ ਕਰਦੇ, ਹੇ ਹਰ ਪਰਮੇਸ਼ਰ, ਜਿਸ ਦੇ ਮਨ ਹਿਰਦੇ ਵਿੱਚ ਤੇਰੇ ਨਾਮ ਦਾ, ਗੁਰਾਂ ਦੇ ਉਪਦੇਸ਼ ਦਾ ਇੱਕ ਅੱਖਰ ਵਰਨ
ਬਸਤ ਬਸ ਜਾਂਦਾ ਹੈ, ਉਹ ਫਿਰ ਕੀ ਹੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ। ਜਾਂ ਫਿਰ ਇਉਂ ਕਹੋ, ਇਹ ਜਿਹੜੀ 52 ਅੱਖਰੀ ਨਾਮ ਦੀ ਬਾਣੀ ਪੰਡਤ ਦੇ ਪ੍ਰਥਾਏ, ਜਿਹੜਾ ਪੰਡਤ ਨੇ ਕਿਹਾ ਸੀ 52 ਅੱਖਰਾਂ ਸੰਸਕ੍ਰਿਤ ਦੇ, ਉਹਨਾਂ ਅਨੁਸਾਰ ਉਪਦੇਸ਼ ਦਿਓ। ਤੇ ਮਾਤਾ ਗੰਗਾ ਜੀ ਨੂੰ ਇਹ ਕੀਮਤੀ ਗਹਿਣਾ ਕੜਕੇ ਦਿੱਤਾ ਹੈ। ਇਹ 52 ਅੱਖਰਾਂ ਵਾਲੀ ਜਿਹੜੀ 52 ਅੱਖਰੀ, ਇਹਨਾਂ ਅੱਖਰਾਂ ਦਾ ਜਿਹੜਾ ਸਿਧਾਂਤ ਹੈ ਕਥਨ ਕੀਤਾ ਹੋਇਆ ਹੈ। ਇਹਨਾਂ ਦੇ ਵਿੱਚੋਂ ਇੱਕ ਅੱਖਰ ਵੀ ਕੋਈ, ਜਾਣੀ ਇੱਕ ਅੱਖਰ ਦਾ ਸਿਧਾਂਤ, ਇੱਕ ਅੱਖਰ ਦੁਆਰਾ ਜਿਹੜਾ ਸ਼ਲੋਕ ਪੌੜੀ ਹੈ, ਉਹ ਹਿਰਦੇ ਦੇ ਵਿੱਚ ਧਾਰਨ ਕਰ ਲਵੇ, ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਔਰ ਉਹ ਫਿਰ ਨਿਹਾਲ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਵੀ ਕਥਨ ਕੀਤਾ, ਇੱਕ ਜੋ ਅੱਖਰ ਨਾਮ ਇੱਥੇ ਖਰਨ ਤੋਂ ਰਹਿਤ ਹੈ, ਉਹ ਕੌਣ ਹੈ? ਵਾਹਿਗੁਰੂ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਐਸਾ ਖਰਨ ਤੋਂ ਰਹਿਤ ਵਾਹਿਗੁਰੂ ਵਸ ਜਾਂਦਾ ਹੈ, ਉਹ ਦੁੱਖਾਂ ਤੋਂ ਰਹਿਤ ਨਿਹਾਲ ਪ੍ਰਸੰਨ ਹੋ ਜਾਂਦਾ ਹੈ। ਪੌੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਤੇ ਇਉਂ ਮਹਾਰਾਜ ਸਾਹਿਬ ਜੀ ਨੇ ਕਥੇ ਨਾਨਕ ਹੋਤ ਨਿਹਾਲ, ਮਹਾਰਾਜ ਸਾਹਿਬ ਨੇ ਕਥਨ ਕੀਤਾ ਨਿਹਾਲ ਦੁੱਖਾਂ ਤੋਂ ਰਹਿਤ ਪਦਵੀ ਤੋਂ ਪਹੁੰਚ ਜਾਂਦਾ ਹੈ। ਹੁਣ ਅੱਗੇ ਪੌੜੀ ਵਿੱਚ ਕਹਿੰਦੇ ਨੇ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਅੱਖਰਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਤੇ ਜਿੰਨੇ ਵੀ 3 ਭਵਨ ਉਹਨੇ ਬਣਾਏ ਨੇ, ਮਾਤ ਲੋਕ ਹੈ, ਪਤਾਲ ਲੋਕ ਹੈ, ਸਵਰਗ ਲੋਕ ਹੈ। ਇਹ ਤਿੰਨੇ ਭਵਨਾਂ ਦੇ ਜਿਹੜੇ ਸਾਧ ਜੀ ਆਸਰੇ ਧਾਰਨ ਕੀਤੇ ਹੋਏ ਨੇ, ਯਾਨੀ ਅੱਖਰ ਜਿਹੜੇ ਨੇ ਅੱਖਰਾਂ ਦੇ ਵਿੱਚ ਹੀ ਹੈ ਵੀ ਇਹਦਾ ਨਾਮ ਮਾਤ ਲੋਕ ਹੈ, ਇਹਦਾ ਨਾਮ ਪਤਾਲ ਲੋਕ ਹੈ। ਤੇ ਇਸ ਕਰਕੇ ਧਾਰਨ ਕੀਤੇ ਨੇ, ਅੱਖਰਾਂ ਦੇ ਵਿੱਚ ਧਾਰਨ ਕੀਤੇ ਨੇ। ਸ੍ਰਿਸ਼ਟੀ 2 ਪ੍ਰਕਾਰ ਦੀ ਹੈ, ਇੱਕ ਬਾਚ, ਇੱਕ ਬਾਚਕ। ਬਾਚ ਸ੍ਰਿਸ਼ਟੀ, ਜਿਹੜੇ ਅੱਖਰ ਨੇ ਇਹ ਬਾਚਕ ਸ੍ਰਿਸ਼ਟੀ ਹੈ। ਜਿਹੜੇ ਆਕਾਰ ਹੈ ਇਹ ਸਾਧ ਸਿੰਘ ਜੀ ਬਾਚ ਸ੍ਰਿਸ਼ਟੀ ਹੈ, ਉਹ ਬਾਚਕ ਹੈ, ਇਹ ਬਾਚ ਹੈ। ਭਾਵ ਕਿ ਬਾਚਕ ਬਾਚ ਭਾਵ ਸੰਬੰਧ ਇੱਥੇ ਬਾਚਕ ਸ੍ਰਿਸ਼ਟੀ ਵਿੱਚ ਤਿੰਨੇ ਭਵਨਾਂ ਦੇ ਨਾਮ ਅਤੇ ਰੂਪ ਸਾਰੇ ਅੱਖਰਾਂ ਦੇ ਵਿੱਚ ਹੀ ਧਾਰਨ ਕੀਤੇ ਹੋਏ ਨੇ। ਅੱਖਰ ਬਣਾ ਕੇ ਕਰ ਕਰਕੇ ਫਿਰ ਅੱਗੇ ਦੱਸਦੇ ਨੇ ਅੱਖਰ ਕਰ ਕਰ ਵੇਦ ਵਿਚਾਰੇ। ਤੇ ਅੱਖਰ ਕਰ ਕਰਕੇ ਰਚ ਕੇ ਵੇਦ ਲਿਖੇ ਗਏ ਨੇ। ਜਿਹੜਾ ਲਿਖਿਆ ਉਹ ਵੀ ਤਾਂ ਅੱਖਰਾਂ 'ਚ ਲਿਖਿਆ ਗਿਆ। ਕਰ ਕਰਕੇ ਉਹਨਾਂ ਦੀ ਵਿਚਾਰ ਜਿਹੜੀ ਹੁੰਦੀ ਹੈ ਉਹ ਵੀ ਅੱਖਰਾਂ ਦੀ ਹੁੰਦੀ ਹੈ। ਤੇ ਅੱਖਰ ਕਰ ਕਰਕੇ ਹੀ ਵੇਦਾਂ ਦਾ, ਅੱਖਰ ਕਰ ਕਰਕੇ ਹੀ ਸ਼ਾਸਤਰਾਂ ਦਾ ਇਹ ਵਿਚਾਰ ਹੁੰਦਾ। ਅੱਖਰਾਂ ਦੁਆਰੇ ਵਿਚਾਰ ਹੈ ਜੇ ਅੱਖਰ ਹਨ। ਅੱਗੇ ਦੱਸਦੇ ਹਨ ਜੀ ਅੱਖਰ ਸ਼ਾਸਤਰ ਸਿਮਰਤ ਪੁਰਾਨਾ। ਤੇ ਅੱਖਰਾਂ ਕਰਕੇ 6 ਸ਼ਾਸਤਰ, ਤੇ ਅੱਖਰਾਂ ਕਰਕੇ 27 ਸਿਮਰਤੀਆਂ, ਅੱਖਰਾਂ ਕਰਕੇ 18 ਪੁਰਾਣ ਜਿਹੜੇ ਨੇ। ਪੁਰਾਣਾ ਦਾ ਜਿਹੜਾ ਨਿਰਣਾ ਹੁੰਦਾ ਉਹ ਵੀ ਤਾਂ ਅੱਖਰਾਂ ਦੁਆਰਾ ਹੀ ਹੈ ਨਾ, ਵੀ ਫਲਾਣੇ ਪੁਰਾਣ 'ਚ ਆਹ ਲਿਖਿਆ ਜੀ, ਫਲਾਣੇ ਵੇਦ 'ਚ ਆਹ ਲਿਖਿਆ, ਅੱਖਰ ਹੀ ਨੇ ਉਹ। ਇਸ ਪ੍ਰਕਾਰ ਦੱਸਦੇ ਨੇ ਅੱਖਰ ਨਾਦ ਕਥਨ ਵਿਖਿਆਨਾ। ਇਹਨੂੰ ਪਾਈ ਵਿਖਿਆਨਾ ਪਾਠ ਜਿਹੜਾ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਸੁਣਿਆ। ਸੋ ਇਸ ਕਰਕੇ ਅੱਖਰਾਂ ਦੁਆਰਾ ਹੀ ਵਿਖਿਆਨ ਯਾਨੀ ਕਥਨ ਹੁੰਦਾ ਹੈ। ਨਾਦ ਨਾਮ ਹੈ ਸ਼ਬਦਾਂ ਦਾ, ਸ਼ਬਦਾਂ ਦਾ ਕਥਨ ਕਰਨਾ, ਵਿਆਕਰਨ ਦਾ ਵਿਖਿਆਨ ਕਰਨਾ ਅੱਖਰਾਂ ਦੁਆਰਾ ਹੀ ਹੁੰਦਾ ਹੈ। ਅੱਖਰ ਮੁਕਤ ਜੁਗਤ ਭੈ ਭਰਮ। ਤੇ ਮੁਕਤ ਮੁਕਤੀ, ਜੁਗਤ ਜੁਗਤੀਆਂ, ਢੰਗ ਤਰੀਕੇ, ਭੈ ਡਰ, ਤੇ ਭਰਮ ਜਿਹੜਾ 5 ਪ੍ਰਕਾਰ ਦਾ ਹੈ। ਇਹਨਾਂ ਸਭ ਦੇ ਰੂਪਾਂ ਦਾ ਨਿਰਣਾ ਅੱਖਰਾਂ ਵਿੱਚ ਹੀ ਹੁੰਦਾ। ਇਹਨੂੰ ਭੈ ਕਹਿੰਦੇ ਨੇ, ਡਰ ਨੂੰ ਜੀ ਆਹ ਭਰਮ ਹੈ। ਇਹ ਸਾਰਾ ਜੋ ਕੁਝ ਵੀ ਹੈ ਇਹ ਮੁਕਤੀ ਦੀਆਂ ਜੁਗਤੀਆਂ, ਇਹ ਅੱਖਰਾਂ ਦੇ ਵਿੱਚ ਇਹ ਸਾਰਾ ਕੁਝ। ਅੱਖਰ ਕਰਮ ਕਿਰਤ ਸੁਚ ਧਰਮ। ਕਰਮਾਂ ਦਾ ਨਿਰਣਾ, ਕਿਰਤ ਕੀਰਤੀ ਦਾ ਨਿਰਣਾ, ਸੁਚ ਪਵਿੱਤਰਤਾ, ਧਰਮ ਸਭ ਦਾ ਅੱਖਰਾਂ ਨਾਲ ਹੀ ਗਿਆਨ ਹੁੰਦਾ ਹੈ। ਵੀ ਇਹਨੂੰ ਸੁਚਮ ਕਹਿੰਦੇ ਨੇ ਜੀ, ਇਹਨੂੰ ਧਰਮ ਕਿਰਤ ਕਹਿੰਦੇ ਨੇ, ਤੇ ਇਹਨੂੰ ਕਿਰਤ ਕਹਿੰਦੇ। ਇਹ ਸਾਰਾ ਕੁਝ ਅੱਖਰਾਂ ਦੁਆਰਾ ਹੋ ਰਿਹਾ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜੇਤਾ ਜਿੰਨਾ ਵੀ ਦ੍ਰਿਸ਼ਟਮਾਨ ਦਿਸਣ ਵਾਲਾ ਪਦਾਰਥ ਹੈ ਸਭ ਅੱਖਰਾਂ ਦੇ ਵਿੱਚ ਹੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ। ਸਤਿਗੁਰੂ ਜੀ ਕਥਨ ਕਰਦੇ ਨੇ ਪਰ ਜਿਹੜਾ ਪਾਰ ਬ੍ਰਹਮ ਹਰੀ ਪਰਮੇਸ਼ਰ ਹੈ ਉਹ ਅੱਖਰਾਂ ਦੇ ਨਾਲ ਕਥਨ ਕਰਨ ਤੋਂ ਨਿਰਲੇਪਾ ਅਸੰਗ ਹੈ, ਅੱਖਰਾਂ ਦੇ ਘੇਰੇ 'ਚ ਨਹੀਂ ਆਉਂਦਾ। ਉਹ ਅੱਖਰ ਕਰਕੇ ਨਿਰਲੇਪਾ ਕਥਨ ਕਰਨ ਵਿੱਚ ਨਹੀਂ ਆਉਂਦਾ ਹੈ।
ਐਸਾ ਵਾਹਿਗੁਰੂ ਹੈ। ਹੁਣ ਇਸੇ ਦਾ ਦੂਸਰੇ ਭਾਵ ਦੇ ਵਿੱਚ ਕਥਨ ਕਰਦੇ ਹਨ। ਫਿਰ ਬੋਲੋ ਜੀ। ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਹੁਣ ਇੱਥੇ ਅੱਖਰ ਦਾ ਮਤਲਬ ਹੈ ਕਰਮਾਂ ਦੀ ਬਾਤ। ਜਿਹੜੇ ਅੱਖਰ ਸਾਡੇ ਮੱਥੇ ਤੇ ਲਿਖੇ ਗਏ ਉਹ ਹੈ ਪ੍ਰਲਬਧ, ਉਹਨਾਂ ਦਾ ਨਾਮ। ਪ੍ਰਲਬਧ ਦਾ ਨਾਮ ਸਮਝਣਾ, ਉਹ ਪ੍ਰਭੂ ਈਸ਼ਵਰ ਨੇ ਤੇ ਆਪ ਦੇ ਆਸਰੇ ਪ੍ਰਲਬਧ ਦੀ ਲਿਖ ਮਹਿ ਵਿੱਚ ਤਿਰਭਵਨ, ਤਿੰਨੇ ਭਵਨ ਧਾਰਨ ਕੀਤੇ ਹੋਏ ਹੈ, ਅੱਖਰਾਂ ਦੇ ਵਿੱਚ ਹੈ। ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਪ੍ਰਲਬਧ ਜਿਹੜੀ ਅੱਖਰਾਂ ਦੁਆਰਾ, ਉਹਨੂੰ ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀੜੇ ਪਾਸ, ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਨ ਕੀਤਾ, ਅਵਕਸ਼ਮੇ ਭੁਗਤੰ ਕੀਰਤਨ ਕਰਮੰ ਸੁਭਾ ਸੁਭੰਗ ਅਭੁਗਤੋਂ ਨ ਕੀਅਤ। ਇਹ ਜੋ ਕਲਮ ਜੈਸੀ ਹੈ, ਤੇ ਐਸੇ ਪਰਮੇਸ਼ਰ ਵਾਹਿਗੁਰੂ ਨੇ ਜਿਹੜੇ ਲਿਖੇ ਨੇ, ਤੇ ਇਹ ਕਲਮ ਲਿਖੀ ਹੋਈ ਹੈ, ਇਹ ਅੱਖਰ ਨੇ ਜਿਹੜੇ ਉਹਦੇ ਅਗੰਮੀ ਹੁਕਮ ਰੂਪੀ ਕਲਮ ਨਾਲ ਲਿਖੇ ਗਏ ਨੇ। ਅੱਖਰ ਕਰ ਕਰ ਵੇਦ ਵਿਚਾਰੇ। ਅੱਖਰ ਪ੍ਰਲਬਧ ਨਾਲ ਕੈਸੇ, ਕਹਿੰਦੇ ਜੈਸੇ ਕਿਸੇ ਨੇ ਜਿਹਦੇ ਕੀਦੇ ਵੀ ਕਰਮ ਕਰਕੇ ਭਾਵ ਕੀਤੇ ਹਨ, ਜਿਹੋ ਜਿਹੇ ਕਿਸੇ ਨੇ ਕਰਮ ਕੀਤੇ ਨੇ ਉਹਦੇ ਅਨੁਸਾਰ ਵੇਦਾਂ ਸ਼ਾਸਤਰਾਂ ਦਾ ਵਿਚਾਰ ਕਰਦੇ ਹੈ। ਜੇ ਕੋਈ ਵੇਦਾਂ ਦਾ ਵਿਚਾਰ ਕਰਦਾ ਹੈ, ਤੇ ਜੇ ਕੋਈ ਵਿਦਿਆ ਜੀ ਦੇ ਕੋਲ ਇਹ ਵੀ ਅੱਖਰਾਂ, ਇਹ ਲਿਖਤ ਹੀ ਹੈ, ਧੁਰਾਂ ਤੋਂ ਹੀ ਹੁੰਦੀ ਹੈ, ਇਹਨੇ ਇੰਨਾ ਵਿਦਵਾਨ ਬਣਨਾ, ਇੰਨੀ ਵਿਦਿਆ ਪੜ੍ਹੇਗਾ, ਇਹ ਵੀ ਧੁਰਾਂ ਦੇ ਲੇਖ ਹਨ। ਅੱਖਰ ਸ਼ਾਸਤਰ ਸਿਮਰਤ ਪੁਰਾਨਾ। ਪ੍ਰਲਬਧ ਅਨੁਸਾਰ ਹੀ ਸ਼ਾਸਤਰ ਸਿਮਰਤੀਆਂ ਪੁਰਾਣਾ ਆਦਿਕ ਦੀ ਵਿਦਿਆ ਪੜ੍ਹ ਹੁੰਦੀ ਹੈ। ਅੱਖਰ ਨਾਦ ਕਥਨ ਵਿਖਿਆਨਾ। ਨਾਦ ਸ਼ਬਦਾਂ ਦਾ ਕਥਨ, ਵਿਆਕਰਨ ਆਦਿ ਦਾ ਜਿਹੜਾ ਵਿਖਿਆਨ ਹੁੰਦਾ, ਇਹ ਵੀ ਅੱਖਰ ਪ੍ਰਲਬਧ ਦੀ ਲਿਖਤ ਅਨੁਸਾਰ ਹੈ। ਅੱਖਰ ਮੁਕਤ ਜੁਗਤ ਭੈ ਭਰਮ। ਮੁਕਤੀ ਦੀਆਂ ਜੁਗਤੀਆਂ ਵਿਧੀਆਂ ਪ੍ਰਾਪਤ ਹੋਣੀਆਂ, ਭੈ ਡਰ ਹੋਣਾ, ਭਰਮ ਹੋਣਾ, ਇਹ ਵੀ ਅੱਖਰ ਪ੍ਰਲਬਧ ਅਨੁਸਾਰ ਲਿਖਤ ਅਨੁਸਾਰ ਹੈ। ਅੱਖਰ ਕਰਮ ਕਿਰਤ ਸੁਚ ਧਰਮ। ਕਰਮ ਚੰਗੇ ਕਰਨੇ, ਕਿਰਤ ਕਰਨੀ, ਸੁਚ ਸੁਚਮਤਾ ਰੱਖਣੀ, ਧਰਮ ਆਦਿ, ਇਹ ਵੀ ਅੱਖਰ ਪ੍ਰਲਬਧ ਲਿਖਤ ਅਨੁਸਾਰ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜੇਤਾ ਜਿਨ੍ਹਾਂ ਦ੍ਰਿਸ਼ਟਮਾਨ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਹੈ, ਇਹ ਵੀ ਅੱਖਰ ਪ੍ਰਲਬਧ ਦੀ ਲਿਖਤ ਅਨੁਸਾਰ ਹੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ। ਸਤਿਗੁਰੂ ਜੀ ਕਥਨ ਕਰਦੇ, ਇੱਕ ਵਾਹਿਗੁਰੂ ਪਾਰ ਬ੍ਰਹਮ ਜਿਹੜਾ ਉਹ ਨਿਰਲੇਪ ਹੈ ਅੱਖਰਾਂ ਤੋਂ, ਉਹਦੇ ਸਿਰ ਤੇ ਲੇਖ ਨਹੀਂ ਹੈ। ਬਾਕੀ ਸਾਰੀ ਪ੍ਰਲਬਧ ਵਿੱਚ ਪਰੋਏ ਹੋਏ ਨੇ, ਜਿਵੇਂ ਧਾਗੇ ਦੇ ਵਿੱਚ ਮਣ ਕੇ ਪਰੋਏ ਨੇ, ਐ ਪ੍ਰਲਬਧ ਦੇ ਪਰੋਏ ਪਏ ਆ ਸਾਰੇ। ਇਸੇ ਪ੍ਰਕਾਰ ਜੇ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਅੱਖਰ ਤੋਂ ਭਾਵ ਇੱਥੇ ਖਰਨ ਤੋਂ ਰਹਿਤ ਕੌਣ ਹੈ? ਵਾਹਿਗੁਰੂ, ਪ੍ਰਭੂ ਵਾਹਿਗੁਰੂ ਹੈ। ਤੇ ਉਸਨੇ ਤ੍ਰਿਭਵਨ, ਤਿੰਨੇ ਭਵਨ ਆਪ ਦੇ ਆਸਰੇ ਧਾਰੇ, ਧਾਰਨ ਕੀਤੇ ਹੋਏ ਹਨ। ਅੱਖਰ ਕਰ ਕਰ ਵੇਦ ਵਿਚਾਰੇ। ਜੋ ਖਰਨ ਤੋਂ ਰਹਿਤ ਪਰਮੇਸ਼ਰ ਦੇ ਨਾਮ ਦਾ ਸਰਵਣ ਕਰ ਕਰਦੇ ਨੇ, ਤੇ ਜਾਂ ਫਿਰ ਮੰਨਣ ਕਰ ਕਰਦੇ ਨੇ, ਉਹ ਵੇਦ ਗਿਆਨ ਦੀ ਵਿਚਾਰ ਕਰਦੇ ਨੇ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇੱਥੇ ਵੇਦ ਦਾ ਅਰਥ ਗਿਆਨ ਸਮਝਣਾ, ਉਹ ਗਿਆਨ ਦੀ ਵਿਚਾਰ ਕਰਦੇ ਹੈ। ਅੱਖਰ ਸ਼ਾਸਤਰ ਸਿਮਰਤ ਪੁਰਾਨਾ। ਜੋ ਖਰਨ ਤੋਂ ਰਹਿਤ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਸਤ ਸਰੂਪ ਵਾਹਿਗੁਰੂ ਦੀ ਆਗਿਆ ਮੰਨਣ ਰੂਪ ਸ਼ਾਸਤਰ ਪੜ੍ਹਦੇ ਹੈ, ਜੋ ਸਿਮਰਤੀਆਂ ਪੜ੍ਹਦੇ ਨੇ, ਤੇ ਉਹ ਪੁਰਾਤਨ ਸਰੂਪ ਜਿਹੜਾ ਐਸਾ ਪਰਮੇਸ਼ਰ ਵਾਹਿਗੁਰੂ ਦਾ ਹੈ, ਪੁਰਾਤਨ ਜੋ ਪੁਰਾਣੇ ਸਮੇਂ ਦਾ ਸਨਾਤਨ ਰੂਪ ਹੈ, ਜੋ ਉਹਨੂੰ ਜਾਣਨ ਰੂਪ ਪੁਰਾਣ ਪੜ੍ਹਦੇ ਰਹਿੰਦੇ ਹਨ। ਅੱਖਰ ਨਾਦ ਕਥਨ ਵਿਖਿਆਨਾ। ਖਰਨ ਤੋਂ ਰਹਿਤ ਪਰਮੇਸ਼ਰ ਹੈ, ਉਹਦੇ ਨਾਦ ਸ਼ਬਦ ਦਾ ਜੋ ਕਥਨ ਉਚਾਰਨ ਕਰਦੇ ਹੈ, ਉਹ ਸ਼ਕਤੀ ਬਿਰਤੀ ਦਾ ਤਿਆਗ ਕਰਕੇ ਲਖਣਾ ਬਿਰਤੀ ਦੁਆਰਾ ਉਹਦੇ ਸਰੂਪ ਦਾ ਵਿਚਾਰ ਵਿਖਿਆਨਾ ਨਾਮ ਵਿਖਿਆਨ ਕਰਦੇ ਨੇ, ਵਿਆਖਿਆ ਕਰਦੇ ਹਨ। ਅੱਖਰ ਮੁਕਤ ਜੁਗਤ ਭੈ ਭਰਮ। ਮੁਕਤੀਆਂ ਦੀਆਂ ਜੁਗਤੀਆਂ, ਭੈ ਅਤੇ ਭਰਮ ਆਦਿਕ, ਉਹ ਅੱਖਰ ਖਰਨ ਤੋਂ ਰਹਿਤ ਪਰਮੇਸ਼ਰ ਦੀ ਚੇਤਨ ਸੱਤਾ ਆਸਰੇ ਨਿਰਣੇ ਹੁੰਦੇ ਆ ਕਿ ਆਹ ਭਰਮ ਹੈ, ਆਹ ਭੁਲੇਖਾ ਹੈ, ਇਹ ਮੁਕਤੀ ਹੈ, ਇਹਦੀਆਂ ਜੁਗਤੀਆਂ ਨੇ, ਇਹ ਉਹਦੀ ਚੇਤਨ ਸੱਤਾ ਹੋਊਗੀ ਤਾਂ ਹੀ ਹੈ ਜਿਹੜਾ ਖਰਨ ਤੋਂ ਰਹਿਤ ਵਾਹਿਗੁਰੂ ਹੈ, ਉਹ ਮੁਕਤ ਪੁਰਖ ਹੈ। ਇਸ ਕਰਕੇ ਇਹ ਸਭ ਇਉਂ ਹੀ ਜਾਣ ਹੁੰਦਾ ਹੈ, ਇਉਂ ਜੁਗਤ ਦੇ ਸਹਿਤ ਹੈ, ਇਹਦੇ ਅੰਦਰ ਭੈ ਹੈ, ਇਹਦੇ ਅੰਦਰ ਭਰਮ ਹੈ। ਇਹ ਕੌਣ? ਖਰਨ ਤੋਂ ਰਹਿਤ ਵਾਹਿਗੁਰੂ ਦੀ ਚੇਤਨ ਸੱਤਾ ਹੈ। ਅੱਖਰ ਕਰਮ ਕਿਰਤ ਸੁਚ ਧਰਮ। ਤੇ ਜਿਨ੍ਹਾਂ ਤੇ ਅੱਖਰ ਖਰਨ ਤੋਂ ਰਹਿਤ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ, ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਵਾਹਿਗੁਰੂ ਜੀ, ਉਹ ਧਰਮ ਦੀ ਕਿਰਤ ਕਰਨ ਵਾਲੇ ਕਰਮ ਕਰਦੇ ਨੇ, ਉਹਨਾਂ ਨੂੰ ਸੁੱਚਾ ਧਰਮ
ਪਵਿੱਤਰ ਧਰਮ ਸੁੱਚ ਧਰਮ, ਸੁੱਚਾ ਧਰਮ ਪ੍ਰਾਪਤ ਹੋ ਗਿਆ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਉਂ ਕਹਿੰਦੇ ਨੇ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜਿਤਨੇ ਵੀ ਦਿਸਣ ਵਾਲਾ ਪਦਾਰਥ ਹੈ, ਦ੍ਰਿਸ਼ਟਮਾਨ ਦ੍ਰਿਸ਼ਟੀ ਆਉਣ ਵਾਲਾ ਜੋ ਵੀ ਹੈ, ਉਹਨਾਂ ਵਿੱਚ ਅੱਖਰ ਖਰਨ ਤੋਂ ਰਹਿਤ ਬ੍ਰਹਮ ਹੀ ਹੈ, ਹੋਰ ਕੋਈ ਨਹੀਂ ਹੈ। ਜੇਤਾ ਜੋ ਵੀ ਦਿਸ ਰਿਹਾ ਹੈ, ਨਾਨਕ ਪਾਰ ਬ੍ਰਹਮ ਨਿਰਲੇਪਾ। ਸਤਿਗੁਰੂ ਜੀ ਕਥਨ ਕਰਦੇ ਆ ਵੀ ਕਰਮ ਆਦ ਤੋਂ ਨਿਰਲੇਪ, ਜਿਹੜਾ ਲਪਾਇਮਾਨ ਨਹੀਂ, ਇਹਨਾਂ ਤੋਂ ਨਿਰਰਹਿਤ ਉਹ ਵਾਹਿਗੁਰੂ ਹੈ। ਉਹ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ। ਸ਼ਲੋਕ ਹੱਥ ਕਲਮ ਅਗੰਮ, ਹਰੀ ਪਰਮੇਸ਼ਰ ਵਾਹਿਗੁਰੂ ਗਮਤਾ ਤੋਂ ਰਹਿਤ ਹੈ, ਇਸ ਕਰਕੇ ਉਸ ਨੂੰ ਅਗੰਮ ਕਿਹਾ। ਉਹਦੇ ਹੱਥ ਵਿੱਚ ਹੁਕਮ ਰੂਪੀ ਕਲਮ ਦਾ ਨਾਮ ਹੈ, ਇਹ ਪਕੜੀ ਹੋਈ ਹੈ, ਜੋ ਸਾਰਿਆਂ ਦੇ ਮਸਤਕ ਮੱਥੇ ਪਰ ਅੱਗੇ ਲਿਖਦੇ ਨੇ। ਮਸਤਕ ਲਿਖਾਵਤੀ, ਮੱਥੇ ਦੇ ਤੇ ਲੇਖ ਲਿਖਾਵਤੀ ਲਿਖਦੀ ਆਉਂਦੀ ਹੈ। ਜੈਸਾ ਕਿ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ ਬਮ ਗਿਆਨ ਤਨ ਤਰਤ ਹੀ ਹੈ ਚਾਹੇ ਜਿਉ। ਉਹ ਵਾਹਿਗੁਰੂ ਹੈ, ਉਹਦੇ ਹੁਕਮ ਰੂਪੀ ਕਲਮ ਉਹਦੇ ਆਪਣੇ ਹੱਥ ਦੇ ਵਿੱਚ ਹੈ, ਕਿਸੇ ਹੋਰ ਨੂੰ ਨਹੀਂ ਫੜਾਈ ਹੋਈ ਉਸਨੇ, ਉਹਦੇ ਅਧੀਨ ਹੈ। ਉਰਜ ਰਹਿਓ ਸਭ ਸੰਗ, ਤੇ ਹੇ ਉਪਮਾ ਤੋਂ ਰਹਿਤ ਇੱਕ ਅਨੂਪ ਤੋਂ ਸਾਰੀ ਅਨੂਪ ਰੂਪਾਵਤੀ, ਹੇ ਅਨੂਪ ਉਪਮਾ ਤੋਂ ਰਹਿਤ ਰੂਪਾਵਤੀ ਸੁੰਦਰ ਸਰੂਪ ਵਾਲੇ ਵਾਹਿਗੁਰੂ ਜੀ ਤੇ ਹਰੀ ਪਰਮੇਸ਼ਰ, ਤੂੰ ਸਭ ਸਾਰਿਆਂ ਦੇ ਸੰਗੀ ਹੋ ਕੇ ਪ੍ਰੇਮ ਦੀ ਉਲਝਣ ਵਿੱਚ ਫਸ ਰਿਹਾ। ਭਾਵ ਪ੍ਰੇਮ ਕਰਨ ਵਾਲੇ ਤੈਨੂੰ ਆਪਣੇ ਪ੍ਰੇਮ ਚ ਉਲਝਾ ਲੈਂਦੇ ਐ, ਤੂੰ ਉਹਨਾਂ ਦੇ ਅਧੀਨ ਹੋ ਜਾਣਾ, ਤੇਰਾ ਆਪਣੀ ਬਣਾਇਆ ਨਿਯਮ ਹੈ। ਉਸਤਤ ਕਹਿਨ ਨ ਜਾਏ ਮੁਖੋ ਤੁਹਾਰੀਆ, ਇਹ ਵਾਹਿਗੁਰੂ ਤੁਹਾਰੀਆ, ਤੁਹਾਡੀ ਮੁਖੋਂ ਮੂੰਹ ਦੇ ਨਾਲ ਉਸਤਤ ਮਹਿਮਾ ਕਹੀ ਨਹੀਂ ਜਾ ਸਕਦੀ, ਕਥਨ ਨਹੀਂ ਕੀਤੀ ਜਾ ਸਕਦੀ। ਉਸਤਤ ਕਰਹਿ ਸੇਵਕ ਮੁਨ ਕੇਤੇ, ਤੇਰਾ ਅੰਤ ਨ ਕਤਹੂ ਪਾਈਐ। ਨਹੀਂ ਕਿਸੇ ਨੇ ਅੰਤ ਪਾਇਆ, ਬਲਕਿ ਮਹਾਰਾਜ ਸਾਹਿਬ ਨੇ ਇੱਕ ਜਗ੍ਹਾ ਐਸਾ ਕਥਨ ਕੀਤਾ ਹੈ, ਸਹਿਸ ਫਨੀ ਜਪਿਓ ਸੇਖ ਨਾ ਗਏ, ਹਰ ਜਪਤਿਆਂ ਅੰਤ ਨਾ ਪਾਵੈ ਗੋ। ਉਹਨੇ ਨਹੀਂ ਪਾਇਆ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੋਏ ਸੰਸ ਰਸ ਨਾ ਸੁਹਾਈ। ਰਟ ਤਵ ਲਗੇ ਨਾਮ ਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਤੁਹਾਡਾ ਪਾਰ ਨਹੀਂ ਪਾ ਸਕਿਆ ਹੈ ਨਾਮਾਂ ਦਾ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ, ਤੁਹਾਡੇ ਦਰਸ਼ਨਾਂ ਨੂੰ ਦੇਖ ਕੇ ਸਾਡੀ ਬਿਰਤੀ ਜਿਹੜੀ ਬੁੱਧੀ ਹੈ ਨਾ, ਤੇਰੇ ਸਰੂਪ ਨੇ ਮੋਹ ਲਈ ਹੈ, ਮੋਹਤ ਕਰ ਲਈ ਹੈ। ਇਸ ਲਈ ਤੁਹਾਡੇ ਉੱਪਰੋਂ ਸਾਡੀ ਬੁੱਧੀ ਬਿਰਤੀ ਬਲਿਹਾਰੀਆ ਕੁਰਬਾਨ ਜਾਂਦੀ ਹੈ। ਪੌੜੀ ਹੈ ਅਚੁੱਤ ਹੈ ਪਾਰ ਬ੍ਰਹਮ। 52 ਅੱਖਰੀ ਜਿਹੜੀ ਬਾਣੀ ਹੈ, ਇਹਦੀ ਸਮਾਪਤੀ ਦਾ ਮੰਗਲ ਹੈ ਜੀ ਇਹ। ਹੇ ਅਚੁੱਤ, ਅਚਲ, ਭਾਵ ਆਪਣੀ ਪਦਮੀ ਤੋਂ ਉੱਪਰੋਂ ਗਿਰਨ ਤੋਂ ਰਹਿਤ ਹੈ ਤੂੰ, ਅਗਿੜ ਹੈ, ਇੱਕ ਰਸ ਰਹਿਣ ਵਾਲੇ ਵਾਹਿਗੁਰੂ। ਹੇ ਪਰਮੇਸ਼ਰ ਵਾਹਿਗੁਰੂ, ਪਾਰ ਪਾਪਾਂ ਪੁੰਨਾਂ ਤੋਂ ਰਹਿਤ ਹੈ ਤੂੰ, ਐਸਾ ਵਾਹਿਗੁਰੂ ਹੈ। ਹੇ ਪਰਮੇਸ਼ਰ ਜੀ, ਹੇ ਅਚੁੱਤ, ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ। ਹੇ ਅਚੁੱਤ ਹੈ ਪਾਰ ਬ੍ਰਹਮ। ਹੇ ਅਚੁੱਤ, ਅਗਿੜ, ਆਪਣੀ ਪਦਵੀ ਤੋਂ ਨਾ ਗਿਰਨ ਵਾਲੇ। ਹੇ ਪਰਮੇਸ਼ਰ ਵਾਹਿਗੁਰੂ ਜੀ, ਸਦਾ ਰਹਿਣ ਵਾਲੇ, ਪਾਪਾਂ ਪੁੰਨਾਂ ਤੋਂ ਰਹਿਤ, ਨਾਸ ਤੋਂ ਰਹਿਤ ਹਾਂ, ਅਬਨਾਸੀ ਅਗਨਾਸ। ਤੇ ਬਾਕੀ ਸੰਸਾਰ ਵਿਨਾਸੀ, ਤੂੰ ਅਬਨਾਸੀ, ਨਾਸ ਤੋਂ ਰਹਿਤ ਹੈ। ਪਾਪਾਂ ਨੂੰ ਨਾਸ ਕਰਨ ਵਾਲਾ ਮਹਾਰਾਜ। ਅਗਾਂ ਨੂੰ ਬੜੇ ਬੜੇ ਪਾਪੀਆਂ ਨੂੰ, ਅਜਾਮਲ ਵਰਗੇ ਪਾਪੀ ਬਖਸ਼ ਦਿੱਤੇ, ਇਹਨਾਂ ਨੂੰ ਨਾਸ ਕਰਨ ਵਾਲਾ ਪਾਪਾਂ ਨੂੰ। ਅਬਨਾਸੀ ਅਗਨਾਸ। ਹੇ ਅਬਨਾਸੀ, ਨਾਸ ਤੋਂ ਰਹਿਤ, ਪਾਪਾਂ ਨੂੰ ਨਾਸ ਕਰਨ ਵਾਲੇ, ਪਾਪ ਨਾਸਕ ਵਾਹਿਗੁਰੂ ਜੀ, ਸਾਡੇ ਵੀ ਪਾਪ ਇਹ ਮਹਾਰਾਜ ਕਿਰਪਾ ਕਰਕੇ ਨਾਸ ਕਰ ਦਿਓ। ਜਿਵੇਂ ਅਜਾਮਲ ਦੇ ਬਖਸ਼ੇ, ਗਣਕਾ ਦੇ ਬਖਸ਼ੇ, ਸਾਡੇ ਵੀ ਬਖਸ਼ ਦਿਓ। ਹੇ ਪੂਰਨ ਹੈ ਸਰਬਮੈ। ਹੇ ਵਿਆਪਕ ਵਾਹਿਗੁਰੂ, ਪੂਰਨ ਆ ਜਿਹੜਾ ਪਰਿਪੂਰਨ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਹੇ ਪਰਮੇਸ਼ਰ ਵਾਹਿਗੁਰੂ, ਤੂੰ ਆਪ ਕਿਰਪਾ ਕਰਕੇ ਅੱਗੇ ਜਿਹੜੇ ਸਾਨੂੰ ਜੰਮਣਾ ਮਰਨ ਦੇ ਦੁੱਖ ਪ੍ਰਾਪਤ ਹੋ ਰਹੇ ਨੇ, ਕਿਰਪਾ ਕਰੋ ਦੁੱਖ ਭੰਜਨ। ਦੁੱਖ ਭੰਜਨ ਗੁਣ ਤਾਸ। ਉਹਨਾਂ ਨੂੰ ਭੰਨਣ ਵਾਲਿਓ ਤੇ ਗੁਣਾਂ ਦਾ ਮਾਲਕ ਹੋ ਤੁਸੀਂ, ਗੁਣਾਂ ਦੇ ਤਾਸ ਖਜ਼ਾਨੇ ਹੋ ਮਹਾਰਾਜ ਸੱਚੇ ਪਾਤਸ਼ਾਹ। ਹੇ ਸੰਗੀ ਹੈ ਨਿਰੰਕਾਰ। ਹੇ ਸਭ ਦੇ ਸੰਗੀ ਮੇਲੀ, ਕਿਉਂਕਿ ਸਾਰਿਆਂ ਦੇ ਅੰਦਰੋਂ ਤੁਸੀਂ। ਹੇ ਸੰਗੀ, ਹੇ ਨਿਰੰਕਾਰ, ਨਿਰੰਕਾਰ ਨਿਰਆਕਾਰ, ਤੁਹਾਡਾ ਰੂਪ ਨਾ ਰੇਖ ਨਾ ਰੰਗ ਕੁਛ ਤ੍ਰਹਿ ਗੁਣ ਤੇ ਪ੍ਰਭਿਨ, ਆਕਾਰ ਕੋਈ ਨਹੀਂ ਹੈ।
हे वाहिगुरु जी ऐसे निरंकार हो निराकार हो। हे निर्गुण सब टेक, रजोगुण सतोगुण तमोगुण इन्हां तिन्नां ਤੋਂ ਨਿਰਰਹਿਤ ਹੋਣ। ਔਰ ਐਸਾ ਅਚਰਜ ਰੂਪ ਹੈ ਸਾਰਿਆਂ ਦੀ ਆਸਰਾ ਰੂਪ ਹੋ ਤੁਸੀਂ, ਟੇਕ ਹੋ ਮਹਾਰਾਜ। हे गोबिंद हे गुण निधान। ਇਹ ਭਾਈ ਪੋਥੀਆਂ 'ਚ ਧਿਆਨ ਰੱਖੋ, ਇੱਥੇ ਟਿੱਪੀ ਨਹੀਂ ਹੈ, ਇਸ ਕਰਕੇ ਇਹਨੂੰ ਆਮ ਬੋਲਣ ਦੇ ਵਿੱਚ ਹੇ ਗੋਬਿੰਦ ਐਂ ਬੋਲ ਹੋ ਜਾਂਦੀ ਹੈ, ਟਿੱਪੀ ਬੋਲ ਹੋ ਜਾਂਦੀ ਹੈ, ਪਰ ਸਭ ਨੇ ਧਿਆਨ ਰੱਖਣਾ ਹੈ। ਹੇ ਗੋਬਿੰਦ ਅਰਥ ਉਹੀ ਹੈ, ਗੋਬਿਦਾਂ ਕਰਕੇ ਵਿਦ ਜਾਣਨ ਯੋਗ, ਜਾਂ ਗੋ ਪ੍ਰਿਥਵੀ, ਵਿਦ ਰੱਖਿਆ ਕਰਨ ਵਾਲੇ, ਗੁਣਾਂ ਦਾ ਖਜ਼ਾਨਾ, ਨਿਧਾਨ ਖਜ਼ਾਨੇ ਦਾ ਨਾਮ ਹੈ। ਹੇ ਵਾਹਿਗੁਰੂ ਜੀ ਜਾ ਕੈ ਸਦਾ ਵਿਵੇਕ, ਤੇ ਜਿਸ ਦੇ ਵਿੱਚ ਸਦਾ ਹਮੇਸ਼ਾ ਵਿਵੇਕ ਨਾਮ ਹੈ ਗਿਆਨ ਦਾ। ਹੇ ਵਾਹਿਗੁਰੂ ਤੂੰ ਮੁਕਤ ਰੂਪ ਹੈ, ਤੂੰ ਗਿਆਨ ਰੂਪ ਹੈ। ਭਾਵ ਕੀ ਹੈ, ਜਿਵੇਂ ਸੂਰਜ ਦੇ ਵਿੱਚ ਅੰਧੇਰਾ ਨਹੀਂ ਹੈ, ਚਾਨਣਾ ਹੀ ਚਾਨਣਾ ਹੈ, ਇਸੇ ਤਰ੍ਹਾਂ ਵਾਹਿਗੁਰੂ ਗਿਆਨ ਸਰੂਪ ਹੈ, ਉਹਦੇ ਅਗਿਆਨਤਾ ਦਾ ਅੰਧੇਰਾ ਨਹੀਂ ਹੈ। ਤੂੰ ਐਸਾ ਬਿਬ ਏਕ, ਬਿਬ ਦੋ ਦਾ ਨਾਮ ਹੁੰਦਾ, ਇੱਕ ਏਕ। ਵਿਵੇਕ ਦਾ ਅਰਥ ਇੱਕ ਸਰੂਪ ਹੈ, ਅਖੰਡ ਸਰੂਪ ਹੈ, ਇੱਕ ਸਰੂਪ ਰਹਿੰਦਾ ਹੈ, ਤੇਰੇ ਵਿੱਚ ਦੂਆਪਣ ਨਹੀਂ ਹੈ। हे अपरंपर हर हरे, ਹੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਜੀਵਾਂ ਨੂੰ ਆਪਣੀ ਚੇਤਨ ਸੱਤਾ ਦੇ ਨਾਲ, ਤੇ ਹੇ ਵਾਹਿਗੁਰੂ ਹਰੇ ਭਰੇ ਕਰਨ ਵਾਲਾ ਹੈ। ਇੱਕ ਹਰ ਹੈ, ਇੱਕ ਹਰੇ ਹੈ, ਤੇ ਹਰੇ ਭਰੇ, ਹਰੇ ਦਾ ਅਰਥ ਹੈ ਹਰੇ ਭਰੇ ਕਰਨ ਵਾਲਾ, ਹਰ ਅਕਾਲ ਪੁਰਖ ਵਾਹਿਗੁਰੂ ਐਸਾ ਤੂੰ ਹੈ ਜੇ। है पी होवनहार, ਇਹਦੇ ਵਿੱਚ ਤਿੰਨਾਂ ਸਮਿਆਂ ਦੀ ਗੱਲ ਆ ਗਈ, ਤੇ ਮਹਾਰਾਜ ਭੀ ਪਿੱਛੇ ਵੀ ਸੀ, ਜਿਹੜਾ ਸਮਾਂ ਲੰਘ ਚੁੱਕਿਆ ਹੈ ਹੁਣ ਹੈ, ਇਸ ਵੇਲੇ ਵਿਆਪਕ ਸਰੂਪ ਹੈ, ਤੇ ਹੁਣ ਵਿਆਪਕ ਸਰੂਪ ਹੈ, ਪਿੱਛੇ ਵੀ ਵਿਆਪਕ ਸਰੂਪ ਸੀ, ਅੱਗੇ ਨੂੰ ਵੀ ਹੋਵਨਹਾਰ ਤੂੰ ਵਿਆਪਕ ਸਰੂਪ ਹੀ ਹੋਵੇਂਗਾ। हे संत है कह सदा संग, ਹੇ ਮਹਾਤਮਾ ਜਨਾਂ ਦੇ ਸਦਾ ਹਮੇਸ਼ਾ ਹੀ ਸਾਥ ਨਾਲ ਰਹਿਣ ਵਾਲੇ ਵਾਹਿਗੁਰੂ, ਅੰਗ ਸੰਗ ਰਹਿਣ ਵਾਲੇ, निधार आधार, ਤੇ ਨਿਆਸਰਿਆਂ ਦਾ ਆਧਾਰ ਆਸਰਾ ਰੂਪ ਹੈ ਵਾਹਿਗੁਰੂ। हे ठाकुर हौ दासरो, ਠਾਕੁਰ ਨਾਮ ਸੁਆਮੀ ਦਾ ਹੈ। ਹੇ ਮੇਰੇ ਮਾਲਕ ਸੁਆਮੀ ਹੋ, ਮੈਂ ਆਪ ਜੀ ਦੇ ਦਾਸਰੋ, ਦਾਸਾਂ ਦਾ ਵੀ ਦਾਸ ਹਾਂ ਮਹਾਰਾਜ, ਕਿਰਪਾ ਕਰ ਦਿਓ ਮੇਰੇ ਤੇ। मैं निर्गुण गुण नहीं कोय, ਮੈਂ ਤਾਂ ਮਹਾਰਾਜ ਤੁਸੀਂ ਗੁਣਾਂ ਵਾਲਿਆਂ ਤੇ ਤਾਂ ਕਿਰਪਾ ਕਰ ਦਿਓ, ਮੇਰੇ ਤਾਂ ਨਿਰਗੁਣ ਵਾਲੇ ਤੇ ਕਿਰਪਾ ਕਰ ਦਿਓ। ਗੁਣ ਤਾਂ ਨਹੀਂ ਹੈ ਮੇਰੇ 'ਚ ਕੋਈ, ਮੈਂ ਤਾਂ ਗੁਣਾਂ ਤੋਂ ਰਹਿਤ ਹੈ, ਮੇਰੇ ਵਿੱਚ ਕੋਈ ਸ਼ੁਭ ਗੁਣ ਨਹੀਂ ਹੈ ਮਹਾਰਾਜ। ਆਪ ਕਿਰਪਾ ਕਰੋ, ਔਗੁਣਾਂ ਦਾ ਭਰਿਆ ਹੋਇਆ ਤੇ ਬਖਸ਼ ਲਓ। नानक दीजै नाम दान, ਮਹਾਰਾਜ ਨੇ ਪੁੱਛਿਆ ਕੀ ਚਾਹੁੰਦਾ ਹੈ? ਕਹਿੰਦੇ ਜੀ ਨਾਮ ਦਾ ਦਾਨ ਚਾਹੁੰਦਾ ਹੈ। ਹੁਣ ਭਿਖਾਰੀ ਖੜਾ ਹੋਵੇ, ਪੁੱਛ ਲੈਨੇ ਭਾਈ ਕੀ ਚਾਹੁੰਦਾ, ਉਹ ਕਹਿੰਦਾ ਜੀ ਆਟਾ ਦੇ ਦਿਓ, ਦਾਣਾ ਦੇ ਦਿਓ, ਮਿੱਠਾ ਦੇ ਦਿਓ। ਕਹਿੰਦੇ ਮਹਾਰਾਜ ਮੈਂ ਭਿਖਾਰੀ ਤਾਂ ਇੱਕ ਨਾਮ ਮੰਗਦਾ ਤੁਹਾਡੇ ਕੋਲੋਂ, ਇਹ ਮੇਰੀ ਝੋਲੀ ਵਿੱਚ ਪਾ ਦਿਓ, ਹਿਰਦੇ ਦੀ ਝੋਲੀ ਵਿੱਚ। ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ ਕਿ ਨਾਮ ਦਾ ਦਾਨ ਦੇਣਾ ਕਰੋ। ਤੇ ਮੈਂ ਫਿਰ, ਉਹ ਕਹਿੰਦੇ ਕੀ ਕਰੇਗਾ ਫਿਰ? ਪੁੱਛਿਆ ਉਹਨੂੰ, ਨਾਮ ਦਾ ਦਾਨ ਤੈਨੂੰ ਦੇ ਦਿੰਦੇ ਆ, ਕੀ ਕਰੇਗਾ? ਅੱਗੇ ਦੱਸਦੇ ਹਨ, राखो हिय परोय, ਕਹਿੰਦਾ ਮਹਾਰਾਜ ਹਿਰਦੇ 'ਚ ਪਰੋ ਕੇ ਰੱਖੂੰਗਾ, ਫਿਰ ਮੈਂ ਨਾਮ ਨੂੰ ਪਰੇ ਨਹੀਂ ਹੋਣ ਦਿੰਦਾ ਹਿਰਦੇ 'ਚੋਂ, ਤੁਹਾਡੇ ਨਾਮ ਨੂੰ ਐਂ ਪਰੋ ਕੇ ਰੱਖੂ ਜਿਵੇਂ ਧਾਗੇ ਦੇ ਵਿੱਚ ਮਣ ਕੇ ਪਰੋਏ ਹੁੰਦੇ ਨੇ। ਬਿਨ ਧਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਬ ਨਾ। ਮੈਂ ਭਗਤੀ ਦੇ ਨਾਲ ਆਪਣੇ ਮਨ ਨੂੰ ਇਉਂ ਸੋ ਲਵਾਂ ਮਹਾਰਾਜ। ਤੇ ਜਿਸ ਕਰਕੇ ਅੰਤਸ਼ ਕਰਨ ਦੀ ਜਿਹੜੀ, ਜਾਂ ਫਿਰ ਵਿਚਾਰ ਨੂੰ ਸੂਈ ਬਣਾ ਕਰਕੇ ਪ੍ਰੇਮ ਦਾ ਧਾਗਾ ਪਾ ਕੇ ਨਾਮ ਦਾ ਮਣਕਾ ਉਹਦੇ 'ਚ ਪਰੋ ਕੇ ਰੱਖੂੰਗਾ। ਸੁਰਤ ਕੀ ਸੂਈ, ਸੁਰਤੀ ਨੂੰ ਸੂਈ ਬਣਾਉਂਗਾ ਮੈਂ, ਪ੍ਰੇਮ ਕਾ ਧਾਗਾ, ਤੇਰੇ ਪ੍ਰੇਮ ਨੂੰ ਧਾਗਾ ਬਣਾ ਕੇ ਨਾਮ ਦਾ ਮਣਕਾ ਪਰੋਊਂਗਾ ਉਹਦੇ 'ਚ। ਸੁਰਤ ਕੀ ਸੂਈ ਪ੍ਰੇਮ ਕਾ ਧਾਗਾ, ਨਾਮ ਕਾ ਮਨ ਕਾ ਹੋਤਾ ਹੈ, ਐਸੀ ਮਾਲਾ ਜੋ ਜਨ ਫੇਰੇ, ਪ੍ਰਭੂ ਰੂਪ ਹੋਏ ਜਾਤਾ ਹੈ। ਮੈਂ ਫਿਰ ਤੇਰਾ ਰੂਪ ਬਣ ਜਾਊਂਗਾ, ਇਹ ਮੇਰੇ ਤੇ ਕਿਰਪਾ ਕਰ। ਤੋ ਇਉਂ ਮਹਾਰਾਜ ਸਾਹਿਬ ਨੇ ਸਾਧ ਸੰਗ ਜੀ ਇਹ ਭਾਵਨਾ ਪ੍ਰਗਟ ਕੀਤੀ ਹੈ। ਇੱਥੇ 55 ਸ਼ਲੋਕ ਹੋ ਗਏ ਸਾਧ ਸੰਗ ਜੀ 52 ਅੱਖਰੀ ਦੇ। ਮਹਾਰਾਜ ਸਾਹਿਬ ਨੇ ਜਿਹੜੇ 55 ਸ਼ਲੋਕ ਨੇ ਤੇ 55 ਹੀ ਪੌੜੀਆਂ ਨੇ, ਇਹ ਰਚ ਕੇ ਹੁਣ ਸ਼ਲੋਕ 52 ਅੱਖਰੀ ਦੇ ਆਦ ਵਿੱਚ ਜਿਹੜਾ ਸ਼ਲੋਕ ਰੱਖਿਆ ਸੀ, ਹੁਣ ਅੰਤ ਵਿੱਚ ਸੰਪੂਰਨਤਾ ਵੇਲੇ ਵੀ ਉਹੀ ਕਥਨ ਕਰਦੇ ਆ। ਅੱਗੇ ਫਰਮਾਨ ਕਰਦੇ ਨੇ, ਸੁਣੋ ਜੀ। ਸ਼ਲੋਕ ਗੁਰਦੀਪ ਮਾਤਾ ਗੁਰਦੀਪ ਪਿਤਾ, ਇਹ ਸਾਧ ਸੰਗ ਜੀ ਮਹਾਰਾਜ ਸਾਹਿਬ ਜੀ ਨੇ
ਜਿਹੜਾ ਮੁੱਢ ਦੇ ਵਿੱਚ ਸੀ ਉਹੀ ਅਰਥ ਨੇ ਦੇ, ਪਰ ਅਰਥ ਇੱਕ ਵਾਰੀ ਪੜਨ ਦੇ ਨਾਲ ਕਿਹੜਾ ਕੰਠ ਹੋ ਜਾਂਦੇ ਨੇ, ਇਹ ਤਾਂ ਬਾਰ-ਬਾਰ ਕਰਨ ਵਾਲਾ। ਇਸ ਕਰਕੇ ਵੀ ਇਹ ਨਹੀਂ ਵੀ ਉੱਥੇ ਅਰਥ ਹੋ ਗਏ ਵੀ ਇੱਥੇ ਕਰਨ ਦੀ ਲੋੜ ਨਹੀਂ, ਸ਼ਲੋਕ ਉਹੀ ਹੈ, ਅਰਥ ਜਿਹੜੇ ਨਾ। ਹੁਣ ਇਹ ਮਹਾਰਾਜ ਸਾਹਿਬ ਜੀ ਨੇ ਹੁਣ ਗੁਰਦੇਵ ਦਾ ਅਰਥ ਕੀ ਹੈ? ਗੁਰਦੇਵ ਦਾ ਅਰਥ ਕਹਿੰਗੇ ਜੀ ਗੁਰੂ ਨਹੀਂ, ਕੜਾਹ ਕੁੰਡਲ ਨਿਆਂ ਹੈ। ਬਹੁਤ ਸਾਰੇ ਸ਼ਾਸਤਰਾਂ ਦੇ ਨਿਯਮਨ, ਜਿਵੇਂ ਕੜਾਹੇ ਨੂੰ ਦੋਨਾਂ ਕੁੰਡਿਆਂ ਤੇ ਫੜ ਲਈਏ ਤੇ ਸਾਰਾ ਕੜਾਹਾ ਚੱਕਿਆ ਜਾਂਦਾ ਆਪਣੇ ਆਪ। ਇੱਥੇ ਗੁਰ ਤੇ ਦੇਵ ਸ਼ਬਦ ਇਹ ਕੁੰਡੇ ਦੀ ਨਿਆਈ ਹੈ। ਇਹਦੇ ਵਿੱਚ ਕੀ ਹੈ? ਕੜਾਹੇ ਦੀ ਨਿਆਈ ਨਾਨਕ, ਗੁਰਦੇਵ ਦਾ ਗੁਰ ਨਾਨਕ ਦੇਵ, ਇਹ ਅਰਥ ਆਊਗਾ ਇਹਦਾ। ਗੁਰੂ ਨਾਨਕ ਦੇਵ ਮਾਤਾ ਦੀ ਨਿਆਈ ਹੈ। ਜਿਵੇਂ ਮਾਤਾ ਬੱਚੇ ਦੀ ਪਾਲਣਾ ਕਰਦੀ ਹੈ, ਗੁਰੂ ਨਾਨਕ ਸਾਹਿਬ ਸਿੱਖ ਦੀ ਪਾਲਣਾ ਕਰਦੇ ਨੇ। ਤੇ ਜਿਵੇਂ ਬੱਚੇ ਨੂੰ ਮਾਤਾ ਦੁੱਧ ਚੁਗਾਉਂਦੀ ਹੈ, ਆਪਣੇ ਛਾਤੀ ਤੋਂ ਦੁੱਧ ਦੇ ਜਿਹੜੇ ਚਸ਼ਮੇ ਵਾਹਿਗੁਰੂ ਨੇ ਲਾਏ ਨੇ, ਤੇ ਗੁਰੂ ਸਾਹਿਬ ਅੰਮ੍ਰਿਤ ਰੂਪੀ ਦੁੱਧ ਦਿੰਦੇ ਆ। ਇਉਂ ਮਹਾਰਾਜ ਸਾਹਿਬ ਵੀ ਨਾਂ ਰੂਪੀ ਦਾਨ ਦਿੰਦੇ ਆ, ਤੇ ਉਹ ਨਾਮ ਦਾ ਦਾਨ ਦੇਣ ਵਾਲੇ ਨੇ ਮਹਾਰਾਜ ਸਾਹਿਬ ਜੀ। ਉਹ ਦੁੱਧ ਰੂਪ ਹੈ, ਉਹ ਸਾਡੀ ਖੁਰਾਕ ਹੈ। ਬ੍ਰਹਮਾਨੰਦ ਰੂਪੀ ਦੁੱਧ ਦਿੰਦੇ ਆ। ਦੁਨਿਆਵੀ ਜਿਵੇਂ ਪਿਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਉਹ ਜਾਇਦਾਦ ਸਾਰੀ ਬੱਚਿਆਂ ਦੇ ਹਵਾਲੇ ਕਰ ਦਿੰਦਾ ਹੈ, ਕਹਿੰਦਾ ਵੀ ਤੁਹਾਡੇ ਵਾਸਤੇ ਕਮਾਇਆ ਹੈ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਉਹ ਪਿਤਾ ਦੀ ਨਿਆਈ ਨੇ। ਵੇਦਾਂ ਸ਼ਾਸਤਰਾਂ ਸਭ ਦਾ ਸਿਧਾਂਤ ਸਿੱਖ ਪੁੱਤਰਾਂ ਨੂੰ ਬਾਣੀ ਦੁਆਰਾ ਦੇ ਦਿੱਤਾ ਹੈ। ਐਸੇ ਗੁਰਦੇਵ ਦੀ ਪਿਤਾ ਦੀ ਨਿਆਈ ਹੈ। ਗੁਰਦੇਵ ਸੁਆਮੀ ਪਰਮੇਸ਼ਰਾ, ਬੱਚੇ ਦੀ ਪਾਲਣਾ ਜਿਵੇਂ ਸਾਧ ਸੰਗ ਜੀ ਮਾਤਾ ਪਿਤਾ ਦੁਆਰਾ ਹੁੰਦੀ ਹੈ, ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਗੁਣਾਂ ਦੀ ਪਾਲਣਾ ਕਰਦੇ ਹੈ। ਔਰ ਫਿਰ ਗੁਰਦੇਵ ਗੁਰੂ ਨਾਨਕ ਸਾਹਿਬ ਸੁਆਮੀ ਮਾਲਕ ਪਰਮੇਸ਼ਰਾ, ਉਹ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਸਰੂਪ ਹਨ। ਆਪ ਹੀ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ। ਸੁਆਮੀ ਮਾਲਕ ਪਾਰਵੇਂ ਪਰਮੇਸ਼ਰ ਦਾ ਰੂਪ ਹਨ। ਸੱਚਖੰਡ ਦੇ ਕਿਹਾ ਨਹੀਂ ਸੀ, ਹੇ ਨਾਨਕ ਮੈਂ ਪਾਰਵੇਂ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਤੇ ਜਿਸ ਪ੍ਰਕਾਰ ਜਿਹੜੇ ਕਾਰਜ ਰੂਪ ਈਸ਼ਰ ਨੇ, ਜਿਹੜੇ ਇਹ ਕਾਰਜ ਰੂਪ ਈਸ਼ਰ ਨੇ, ਜਿਵੇਂ ਸ਼ਕਤੀ ਹੋ ਗਈ, ਗਣੇਸ਼ ਹੋ ਗਿਆ, ਸੂਰਜ ਹੋ ਗਿਆ, ਵਿਸ਼ਨੂੰ ਜੀ ਹੋ ਗਏ, ਸ਼ਿਵ ਜੀ ਹੋ ਗਏ, ਇਹ 5 ਈਸ਼ਰ ਮੰਨੇ ਨੇ। ਰਮਾਇਣ ਦੇ ਵਿੱਚ ਵੀ ਹੈ, ਹੋਰ ਗ੍ਰੰਥਾਂ 'ਚ ਵੀ ਲਿਖਿਆ। ਪਰ ਉਹ ਕੀ ਹੈ? ਪਰਮੇਸ਼ਵਰ। ਉਹ ਪਰਮੇਸ਼ਵਰਾ ਮਤਲਬ ਭਾਵ ਹੈ ਪਰਮ ਈਸ਼ਵਰ ਵਾਹਿਗੁਰੂ ਹੈ। ਉਹਦਾ ਸਰੂਪ ਗੁਰੂ ਨਾਨਕ ਦੇਵ ਜੀ। ਇਸ ਕਰਕੇ ਪਰਮੇਸ਼ਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ। ਗੁਰਦੇਵ ਸਖਾ ਅਗਿਆਨ ਭੰਜਨ, ਇਹ ਜਿਹੜੇ ਸਾਧ ਸੰਗ ਜੀ ਲੋਕ ਇਹਦਾ ਅਰਥ ਕਰ ਲੈਂਦੇ ਆ ਵੀ ਸਭ ਤੋਂ ਪਹਿਲਾਂ ਗੁਰਦੇਵ ਮਾਤਾ ਗੁਰੂ ਹੈ। ਉਹ ਤਾਂ ਅਗਿਆਨ ਕਰਕੇ ਹੈ, ਬੇਸਮਝੀ ਦੀ ਗੱਲ ਹੈ। ਮਾਤਾ ਸੰਸਾਰ ਦੀ ਸਿੱਖਿਆ ਤਾਂ ਦੇ ਸਕਦੀ ਹੈ, ਬ੍ਰਹਮ ਗਿਆਨ ਥੋੜੀ ਦੇ ਦੂਗੀ, ਉਹਨੂੰ ਤਾਂ ਆਪ ਨਹੀਂ ਹੈ ਵਿਚਾਰੀ ਨੂੰ। ਇਸ ਕਰਕੇ ਇਹ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਉੱਤੇ ਹੀ ਹੈ। ਮਹਾਰਾਜ ਸਾਹਿਬ ਨੇ ਕਿਹਾ ਗੁਰਦੇਵ ਗੁਰੂ ਨਾਨਕ ਦੇਵ ਜੀ ਸਖਾ ਪਿਆਰੇ ਨੇ, ਅਗਿਆਨ ਭੰਜਨ। ਭਾਵ ਕੀ ਹੈ? ਇਹੋ ਜਿਹੇ ਪਿਆਰੇ ਨੇ ਜੋ ਅਗਿਆਨ ਦੇ ਦੁੱਖ ਨੂੰ ਭੰਨਣ ਵਾਲੇ ਹਨ। ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ। ਗੁਰਦੇਵ ਬੰਧਪ ਸਹੋਦਰ, ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਉਹ ਸੰਬੰਧੀਆਂ ਦੀ ਨਿਆਈ। ਜਿਵੇਂ ਰਿਸ਼ਤੇਦਾਰ ਸੰਬੰਧੀ ਨਹੀਂ ਹੁੰਦੇ, ਇਸੇ ਤਰ੍ਹਾਂ ਸਕੇ ਸੰਬੰਧੀ ਜਿਵੇਂ ਹੁੰਦੇ ਨੇ, ਇਸੇ ਪ੍ਰਕਾਰ ਲੋਕ ਪਰਲੋਕ ਦੇ ਸੰਬੰਧੀ ਕੀ ਕਰਦੇ? ਦੁੱਖ ਸੁੱਖ ਦੇ ਵਿੱਚ ਮਦਦ ਤੇ ਆ ਜਾਂਦੇ। ਗੁਰੂ ਨਾਨਕ ਸਾਹਿਬ ਅੰਤ ਦੇ ਵੇਲੇ ਸਹਾਇਤਾ ਕਰਨਗੇ ਭਾਈ। ਇਹ ਸੰਬੰਧੀਆਂ ਦੀ ਤਰ੍ਹਾਂ ਹਨ। ਸਹੋਦਰ ਸਹਿ ਜਮਾ ਉਦਰ, ਉਦਰ ਨਾਮ ਪੇਟ ਦਾ ਹੁੰਦਾ ਹੈ। ਇੱਕੋ ਪੇਟ ਤੇ ਜੰਮੇ ਹੋਏ ਸਕੇ ਭਰਾ ਭੈਣ, ਉਹ ਸਕੇ ਭੈਣ ਭਰਾਵਾਂ ਦੀ ਨਿਆਈ ਨੇ। ਮਹਾਰਾਜ ਸਾਹਿਬ ਜੀ ਚੇਤਨ ਸੱਤਾ ਦਾ ਰੂਪ ਹੋਣ ਕਰਕੇ ਜਿਵੇਂ ਮਰਦਾਨੇ ਨੂੰ ਵੀ ਭਾਈ ਕਹਿੰਦੇ ਰਹੇ, ਬਾਲੇ ਨੂੰ ਵੀ ਭਾਈ ਕਹਿੰਦੇ ਰਹੇ, ਉਹ ਭਰਾਵਾਂ ਦੀ ਨਿਆਈ ਵੀ ਹੈ। ਤੇ ਜਿਸ ਉਪਦੇਸ਼ ਦੇ ਨਾਲ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਨੰਦ ਨੂੰ ਪ੍ਰਾਪਤ ਕੀਤਾ ਤੇ ਉਹੀ ਸ਼ਬਦ ਸਾਨੂੰ ਬਖਸ਼ਿਆ, ਉਹ ਭਰਾ ਦੀ ਨਿਆਈ ਵੀ ਮਦਦ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਹਨ। ਤੇ ਇਹ ਸਾਰੇ ਗੁਰਦੇਵ ਬੰਧਪ ਸਹੋਦਰ, ਸਕੇ ਭਰਾ ਦੀ ਨਿਆਈ ਤੇ ਸਕੇ ਸੰਬੰਧੀਆਂ ਦੀ ਨਿਆਈ ਹਨ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰੂ ਨਾਨਕ ਦੇਵ ਜੀ ਸਾਰਿਆਂ ਪਦਾਰਥਾਂ ਨੂੰ ਦੇਣ ਵਾਲੇ ਦਾਤੇ ਨੇ। ਪਰਮੇਸ਼ਰ ਹੈ, ਸਿੱਧੀ ਗੱਲ ਇਹ ਹੈ। ਇਹਦੇ ਚ ਕੋਈ ਵੀ ਮਹਾਰਾਜ ਸਾਹਿਬ ਕਹਿੰਦੇ ਕੋਈ ਓਲੇ ਵਾਲੀ ਗੱਲ ਹੀ ਨਹੀਂ। ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਆਦ ਨਿਰੰਜਨ ਹੈ ਗੁਰੂ ਨਾਨਕ, ਤਾਰ ਕੇ ਮੂਰਤ ਹੈ ਜਗ ਆਇਓ। ਉਹ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਜੀ ਨਾਮ ਦੇ ਦਾਤੇ ਨੇ। ਹਰ ਨਾਮ ਉਪਦੇਸ਼ ਹੈ, ਹਰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇਣ ਵਾਲੇ ਨੇ। ਤੋ ਇਸ ਕਰਕੇ ਉਹਨਾਂ ਤੋਂ ਬਿਨਾਂ ਤਾਂ ਹੋਰ ਕੋਈ ਹੈ ਨਹੀਂ ਐਸਾ। ਗੁਰਦੇਵ ਮੰਤ ਨਿਰੁਦਰ, ਗੁਰਾਂ ਤੋਂ ਬਗੈਰ ਹੋਰ
ਕਿਸੇ ਤੋਂ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਨਾਨਕ ਦੇਵ ਜੀ ਵਾਹਿਗੁਰੂ ਮੰਤਰ, ਮੂਲ ਮੰਤਰ, ਇਹ ਜਿਹੜਾ ਨਿਰੋਧਰ ਦਾ ਅਰਥ ਹੈ ਵਿਆਕਰਨ ਦੇ ਅਨੁਸਾਰ, ਜਿਹੜਾ ਹੋੜਾ ਲੱਗਿਆ ਇਹਦੇ ਚੋਂ ਊੜਾ ਲੈ ਲੈਣਾ, ਨਿਰਉਧਰਾ, ਨਿਰਾ ਉਧਾਰ ਕਰਨ ਵਾਲਾ ਹੈ, ਇਹ ਅਰਥ ਵਿਆਕਰਨ ਅਨੁਸਾਰ ਹੈ। ਗੁਰੂ ਨਾਨਕ ਦੇਵ ਜੀ ਦਾ ਮੰਤਰ ਨਿਰੋਧਰਾ, ਇੰਦਰੀਆਂ ਨੂੰ ਦਮਨ ਕਰਨ ਵਾਲਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਅੱਗੇ ਦੱਸਦੇ ਹਨ ਜੀ, ਗੁਰਦੇਵ ਸਾਤ ਸਤ ਬੁੱਧ ਮੂਰਤ। ਗੁਰਦੇਵ ਗੁਰੂ ਨਾਨਕ ਦੇਵ ਜੀ ਸ਼ਾਂਤ ਸਰੂਪ ਹਨ। ਸਤ ਤ੍ਰੈ ਕਾਲ ਆਵਾਦ ਰੂਪ ਭਾਵ ਸਤ ਸਰੂਪ ਹਨ। ਬੁੱਧ ਮੂਰਤ ਬੋਧ ਸਰੂਪ ਯਾਨੀ ਗਿਆਨ ਸਰੂਪ ਹਨ। ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਈ, ਐਸਾ ਕਥਨ ਕੀਤਾ ਹੈ। ਗੁਰਦੇਵ ਗੁਰੂ ਨਾਨਕ ਦੇਵ ਜੀ ਫਿਰ ਅੱਗੇ ਦੱਸਦੇ ਹਨ, ਗੁਰਦੇਵ ਪਾਰਸ। ਗੁਰਦੇਵ ਪਾਰਸ ਪਰਸ ਪਰਾ। ਗੁਰੂ ਨਾਨਕ ਦੇਵ ਜੀ ਪਾਰਸ ਤੋਂ ਵੀ, ਪਾਰਸ ਦੇ ਪਰਸਣ ਤੋਂ ਵੀ ਪਰੇ ਨਾ। ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ, ਪਰ ਜਿਹੜਾ ਸੋਨਾ ਹੈ ਉਹ ਅੱਗੇ ਹੋਰ ਸੋਨਾ ਨਹੀਂ ਬਣਾ ਸਕਦਾ, ਤੇ ਪਾਰਸ ਹੈ ਉਹ ਅੱਗੇ ਹੋਰ ਪਾਰਸ ਨਹੀਂ ਬਣਾ ਸਕਦਾ। ਪਰ ਗੁਰੂ ਸਾਹਿਬ ਨੇ ਤਾਂ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਸਰੂਪ ਨਹੀਂ ਬਣਾ ਦਿੱਤਾ। ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੇ ਦੀਵਾ, ਐਉਂ ਸਿੱਖ ਨੂੰ ਆਪਣਾ ਰੂਪ ਬਣਾ ਦਿੰਦੇ ਹੈ। ਇਸ ਕਰਕੇ ਪਾਰਸ ਔਰ ਸੰਤ ਮੈਂ ਬੜੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੇ ਯਹ ਕਰੇ ਆਪ ਸਮਾਨ। ਇਹ ਗੁਰੂ ਸਾਹਿਬ ਜੀ ਦੀ ਖੂਬੀ ਹੈ। ਇਸ ਕਰਕੇ ਪਾਰਸ ਤੋਂ ਵੀ ਪਰੇ ਤਾਂ ਕਿਹਾ ਹੈ। ਭਾਈ ਵਿਧੀ ਚੰਦ ਚੋਰੀਆਂ ਛੁਡਾ ਕੇ, ਸੱਜਣ ਠੱਗ ਉਹਦੀਆਂ ਠੱਗੀਆਂ ਛੁਡਾ ਕੇ, ਦੇਵਲੂਤ ਵਰਗੇ ਰਾਖਸ਼, ਕੌਡੇ ਰਾਖਸ਼ ਵਰਗੇ ਰਾਜ ਸਾਰੇ ਹੋ ਆਪਣਾ ਰੂਪ ਹੀ ਬਣਾ ਦਿੱਤੇ, ਪ੍ਰਚਾਰ ਕਰਨ ਲੱਗੇ। ਕੌਡੇ ਰਾਖਸ਼ ਦੇ ਜਿਹੜੀ ਸੰਪਰਦਾ ਚੱਲੀ ਆ ਨਾ, ਉਹ ਤੋਂ ਅੱਜ ਉਹਨਾਂ ਦੀ ਗਿਣਤੀ ਕਰੋੜਾਂ 'ਚ ਹੈ, ਜਿਹੜੀ ਸਾਤੋਂ ਸਿੱਖਾਂ ਤੋਂ ਸਾਂਭਰੀ ਹੋਈ। ਉਹਨਾਂ ਦੇ ਗਲ 'ਚ ਇੱਥੇ ਲੌਕਟ ਹੁੰਦਾ ਹੈ, ਉਹ ਲੌਕਟ ਦੇ ਵਿੱਚ ਸਾਧ ਸੰਜੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਸਵੀਰ ਰੱਖਦੇ ਰਹੇ। ਕਹਿੰਦੇ ਇਹ ਸਾਡਾ ਵੱਡਾ ਗੁਰੂ ਹੈ, ਨਾਂ ਨਹੀਂ ਲੈਂਦੇ ਅਦਬ ਦੇ ਨਾਲ। ਤੋ ਇਸ ਪ੍ਰਕਾਰ ਮਹਾਰਾਜ ਜੀ ਪਾਰਸ ਤੋਂ ਵੀ ਪਰੇ ਹੈ। ਐਸੇ ਗੁਰਦੇਵ ਪਾਤਸ਼ਾਹ ਹਨ, ਤੇ ਸਿੱਖ ਨੂੰ ਆਪਣਾ ਰੂਪ ਬਣਾਉਣ ਵਾਲੇ ਨੇ। ਪਾਰਸ ਨਹੀਂ ਬਣਾ ਸਕਦਾ, ਇਸ ਕਰਕੇ ਪਰੇ ਕਿਹਾ। ਪਾਰਸ ਦੇ ਪਰਸਨ ਤੋਂ ਪਰੇ ਤਾਂ ਹੈ, ਉਹ ਆਪਣਾ ਰੂਪ ਬਣਾ ਦਿੰਦੇ ਨੇ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਗੁਰੂ ਨਾਨਕ ਦੇਵ ਜੀ ਤੀਰਥ ਰੂਪ ਵੀ ਹਨ। ਸਤਿਗੁਰੂ ਜੀ ਸਾਰੇ ਸ੍ਰੇਸ਼ਟ ਅੰਮ੍ਰਿਤ ਨਾਮ ਦੇ, ਉਹ ਤਾਂ ਭਾਈ ਸਰੋਵਰ ਤਲਾ ਲਵਾ ਲਵ ਭਰੇ ਹੋਏ ਨੇ, ਅੰਮ੍ਰਿਤ ਦੇ ਸਰੋਵਰ ਨੇ। ਐਸੇ ਪਵਿੱਤਰ ਤੀਰਥ ਦਾ ਅਰਥ ਪਵਿੱਤਰ ਹੁੰਦਾ ਹੈ। ਪਵਿੱਤਰ ਸਰੋਵਰ ਹਨ ਜਿਹਦੇ 'ਚ ਅੰਮ੍ਰਿਤ ਰੂਪੀ, ਗਿਆਨ ਰੂਪੀ ਪਵਿੱਤਰ ਤੀਰਥ ਹੈ। ਅੰਮ੍ਰਿਤ ਰੂਪ, ਗਿਆਨ ਰੂਪ, ਇਹ ਸਾਧ ਸੰਗਤ ਜੀ ਪਵਿੱਤਰ ਤੀਰਥ ਹਨ ਸਤਿਗੁਰੂ ਜੀ। ਗੁਰ ਗਿਆਨ ਮੱਜਨ ਅਪਰੰਪਰਾ। ਜੇ ਕਹੇ ਵੀ ਗੁਰੂ ਸਾਹਿਬ ਤੀਰਥਨ ਤਾਂ ਅੰਮ੍ਰਿਤ ਦੇ ਸਰੋਵਰ ਵੀ, ਸਰੋਵਰ ਦੇ ਵਿੱਚ ਤਾਂ ਇਸ਼ਨਾਨ ਕਰੀਦਾ, ਜੇ ਤੀਰਥਾਂ ਤੇ ਵੀ ਇਸ਼ਨਾਨ ਕਰੀਦਾ, ਸਰੋਵਰ 'ਚ ਵੀ ਇਸ਼ਨਾਨ ਕਰੀਦਾ। ਇੱਥੇ ਫਿਰ ਇਸ਼ਨਾਨ ਦੱਸੋ ਕਿਹੜਾ ਹੋਇਆ? ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਗੁਰ ਗਿਆਨ ਬੋਲੇ ਜੀ ਇੱਕ ਵਾਰੀ। ਗੁਰ ਗਿਆਨ ਮੱਜਨ ਅਪਰੰਪਰਾ। ਗੁਰੂ ਸਾਹਿਬ ਜੋ ਪ੍ਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਹੈ ਨਾ, ਜਿਹੜਾ ਸਤਿਗੁਰੂ ਦੇ ਵਿੱਚ, ਇਹੀ ਸਰੋਵਰ ਦਾ ਜਲ ਹੈ, ਉਹਦੀ ਨਿਆਈਆਂ। ਸੰਗਤ ਰੂਪ ਸਰੋਵਰ ਦੇ ਕਿਨਾਰੇ ਸ਼ਰਧਾ ਰੂਪੀ ਪੌੜੀਆਂ ਦੁਆਰਾ ਉਤਰ ਕੇ ਉਪਦੇਸ਼ ਵਿੱਚ ਮਨ ਦਾ ਖੁੱਭ ਜਾਣਾ, ਇਹੀ ਮੱਜਣ ਟੁੱਬੀ ਮਾਰ ਕੇ ਇਸ਼ਨਾਨ ਕਰਨਾ ਹੈ। ਆ ਹੈ ਇਸ ਦਾ ਇਸ਼ਨਾਨ ਦਾ ਫਲ। ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰਦੇਵ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਸਾਰੇ ਪਾਪਾਂ ਦਾ ਹਾਰਕ ਹੈ, ਨਾਸ਼ ਕਰਨ ਵਾਲਾ ਹੈ। ਜਿਹੜਾ ਗੁਰੂ ਸਾਹਿਬ ਦੇ ਅਪਰੋਖ ਗਿਆਨ ਪ੍ਰਾਪਤ ਹੋਣਾ ਹੈ, ਇਹ ਸਾਧ ਜੀ ਮੱਜਨ ਪੁਰਬਾਂ ਦੇ ਇਸ਼ਨਾਨ ਦਾ ਫਲ ਹੀ ਸਮਝੋ। ਸਾਰਿਆਂ ਦੀ ਪ੍ਰਕਿਰਤੀ ਤੋਂ ਪਰੇ ਜਿਹੜਾ ਸਾਧ ਜੀ ਅਪਰੰਗ ਪ੍ਰਕਿਰਤੀ ਦੀ ਮੈਲ ਲੱਗੀ ਹੋਈ ਹੈ, ਜਿਹੜੀ ਇਹ ਤੋਂ ਪਰੇ ਕਰਨ ਵਾਲਾ ਹੈ, ਪਰੇ ਹਟ ਜਾਂਦਾ। ਇਹ ਪ੍ਰਕਿਰਤੀ ਦੀ ਮੈਲ ਤੋਂ ਛੁੱਟ ਜਾਈਦਾ ਹੈ। ਐਸੇ ਪਾਪਾਂ ਦੇ ਨਾਸ਼ਕ ਹਨ। ਗੁਰਦੇਵ ਕਰਤਾ ਸਭ ਸ੍ਰਿਸ਼ਟੀ ਦੇ ਰਚਣ ਵਾਲੇ, ਪਾਪ ਦੇ ਹਾਰਕ ਹਨ। ਗੁਰਦੇਵ ਪਤਤ ਪਵਿੱਤ ਕਰਾ। ਤੇ ਗੁਰਦੇਵ ਗੁਰੂ ਨਾਨਕ ਦੇਵ ਜੀ ਨਾਮ ਉਪਦੇਸ਼ ਦੁਆਰਾ ਸਭ ਸਾਰਿਆਂ ਦੇ ਪਾਪਾਂ ਨੂੰ ਹਰਤਾ ਮੇਟਣ ਵਾਲੇ ਅਤੇ ਮੁਕਤ ਕਰਨ ਵਾਲੇ ਨੇ। ਗੁਰਦੇਵ ਪਤਤ ਪਵਿੱਤ ਕਰਾ, ਪਤਤ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਨਾ। ਜਨਮ ਪਵੰਤੇ ਨਰਕ ਪੜੰਤੇ, ਤਿਨ ਕੇ ਕੁਲ ਉਧਾਰੇ। ਕੋਏ ਨ ਜਾਣੈ ਕੋਏ ਨ ਮਾਨੈ, ਸੇ ਪ੍ਰਗਟ ਹਰ ਦੁਆਰੇ। ਐਸੇ ਹਨ ਭਾਈ ਗੁਰੂ ਨਾਨਕ ਸਾਹਿਬ। ਗੁਰਦੇਵ ਆਦ ਜੁਗਾਦ ਜੁਗ ਜੁਗ। ਇਹ ਗੁਰਦੇਵ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਜੀ ਆਦ ਜੁਗਾਦ, ਸਦਾ ਸਦਾ ਪਹਿਲਾਂ ਵੀ ਸੀ,
ਹੁਣ ਵੀ ਜੁਗ ਜੁਗ ਜੁਗਾਂ ਜੁਗਾਂ ਵਿੱਚ ਵੀ ਹਨ, ਅੱਗੇ ਨੂੰ ਵੀ ਹੋਣਗੇ। ਗੁਰਦੇਵ ਆਦਿ ਜੁਗਾਦ ਜੁਗ ਜੁਗ ਜੁਗਾਂ ਜਗੰਤਰਾਂ ਤੋਂ ਹੋਣਗੇ। ਜਾਂ ਜੁਗ ਨਾਮ ਹੈ ਦੋ ਦਾ, ਜੀਵ ਤੇ ਈਸ਼ਰ ਨੂੰ ਸੰਯੁਕਤ ਕਰਕੇ ਆਪਣੀ ਚੇਤਨ ਸੱਤਾ ਦੁਆਰਾ ਏਕਤਾ ਕਰਨ ਵਾਲੇ ਉਹ ਗੁਰੂ ਨਾਨਕ ਸਾਹਿਬ ਨੇ। ਜੁਗ ਦਾ ਅਰਥ ਚਾਰ ਯੁੱਗ ਹੁੰਦੇ ਨੇ, ਜਿਵੇਂ ਜੁਗ ਜੁਗ 2 ਤੇ 2 4, ਤੇ ਚਾਰ ਜਿਹੜੇ ਸਾਧਨ ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ, ਜਾਂ ਫਿਰ ਸਰਵਣ ਮੰਨਣ ਅਧਿਆਸਨ ਤਤ ਤੋਂ ਪਾਦਾ ਸੁਸ਼ੋਧਨ, ਇਹ ਵੀ ਚਾਰਨ ਇਹ ਗਿਆਨ ਦਿੰਦੇ ਨੇ। ਐਸੇ ਸਤਿਗੁਰੂ ਮਹਾਰਾਜ ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੰਤਰੋਪਦੇਸ਼ ਹੈ, ਹਰ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਤੇ ਉਦਰਾ ਉਧਾਰ ਹੋ ਜਾਂਦਾ ਹੈ। ਜਿਹੜਾ ਗੁਰੂ ਸਾਹਿਬ ਦੇ ਨਾਮ ਨੂੰ ਜਪਦਾ, ਜੇ ਉਹਨਾਂ ਨੇ ਮੂਲ ਮੰਤਰ ਗੁਰਮੰਤਰ ਦਿੱਤਾ ਹੈ। ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦੀ ਰਚਨਾ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਉਦੋਂ ਫਿਰ ਆਦ ਰੂਪ ਸੀ, ਉਦੋਂ ਆਦ ਮੁੱਢ ਰੂਪ ਸਨ। ਜੁਗਾਦ ਜਦੋਂ ਈਸ਼ਵਰ ਤੇ ਜੀਵ ਦਾ ਭੇਦ ਰਚ ਦਿੱਤਾ, ਉਹਦੇ ਵਿੱਚ ਆਦ ਵਿੱਚ ਵੀ ਜੁਗ ਦੋਨਾਂ ਤੇ ਈਸ਼ਵਰ ਦੇ ਵਿੱਚ ਜੀਵ ਦੇ ਵਿੱਚ ਵੀ ਜੁੜੇ ਹੋਏ ਨੇ, ਤੇ ਚਾਰ ਯੁੱਗ ਬਣਾ ਦਿੱਤੇ, ਚਾਰ ਖਾਣੀਆਂ ਬਣਾ ਦਿੱਤੀਆਂ, ਚਾਰ ਸਾਧਨ ਬਣਾ ਦਿੱਤੇ। ਖਟ ਸੰਮਤੀ ਆਦ ਮੁਖ ਇੱਛਾ ਇਹ ਬਣਾਤੇ, ਉੱਤਮ ਮੱਧਮ ਕਨਿਸ਼ਟ ਅਦਮ ਇਹ ਬਣਾ ਦਿੱਤੇ, ਗ੍ਰਸਤੀ ਬਾਣ ਪ੍ਰਸਤੀ ਸੰਨਿਆਸੀ ਬ੍ਰਹਮਚਾਰੀ ਇਹ ਵੀ ਚਾਰ ਚਾਰਨ ਇਹ ਵੀ ਬਣਾ ਦਿੱਤੇ। ਪਰਮੇਸ਼ਰ ਜੁਗਾਂ ਜੁਗਾਂ ਵੀ ਜੁੜਿਆ ਹੋਇਆ ਹੈ, ਉਸ ਵਿੱਚ ਗੁਰੂ ਨਾਨਕ ਦੇਵ ਜੀ ਜੋੜਨ ਵਾਲੇ ਨੇ। ਗੁਰਦੇਵ ਗੁਰੂ ਨਾਨਕ ਦੇਵ ਜੀ ਹਰ ਪਰਮੇਸ਼ਰ ਵਾਹਿਗੁਰੂ ਦਾ ਗੁਰਮੰਤਰ ਹੈ, ਇਹਨੂੰ ਜਪ ਕੇ ਉਧਾਰ ਕਰਾਉਣ ਵਾਲੇ ਨੇ। ਉਧਰਾ ਉਹ ਉਧਰ ਜਾਂਦਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਗੁਰਮੰਤਰ ਦਾ ਜਾਪ ਕਰਦਾ ਹੈ। ਨਾਮ ਰੂਪੀ ਅੰਮ੍ਰਿਤ ਦੇ ਮਹਾਰਾਜ ਸਾਹਿਬ ਜੀ ਦਾਤੇ ਨੇ, ਨਾਮ ਰੂਪੀ ਅੰਮ੍ਰਿਤ ਦੇ ਕੇ ਉਧਾਰ ਕਰਨ ਵਾਲੇ ਹਨ ਜੀ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਹੇ ਹਰੀ ਪਰਮੇਸ਼ਰ ਕਿਰਪਾ ਕਰ ਸਾਨੂੰ ਗੁਰਦੇਵ ਗੁਰੂ ਨਾਨਕ ਦੇਵ ਜੀ ਦੀ ਸੰਗਤ ਨਾਲ ਮੇਲ ਦੇ। ਜਿਹੜੀ ਗੁਰੂ ਨਾਨਕ ਦੀ ਸੰਗਤ ਹੈ ਉਹਦੇ ਨਾਲ ਮੇਲ, ਮਨਮਤੀਆਂ ਦੀ ਸੰਗਤ 'ਚ ਨਾ ਮੇਲ ਨਹੀਂ। ਜਿਸ ਕਰਕੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਕਿਰਪਾ ਕਰਕੇ ਮਹਾਰਾਜ ਸੰਗਤ 'ਚ ਮੇਲ ਦਿਓ। ਹਮ ਮੂੜ ਪਾਪੀ ਜਿਤ ਲਗ ਤਰਾ। ਅਸੀਂ ਮੂੜ ਮੂਰਖ ਪਾਪੀ ਜਿਸ ਸੰਗਤ ਵਿੱਚ ਲੱਗ ਕੇ ਚਰਨੀ ਲੱਗ ਕੇ ਅਸੀਂ ਮਹਾਰਾਜ ਤਰ ਜਾਈਏ। ਇਹੀ ਧਰਮ ਦਾ ਉਪਾਅ ਹੈ ਇੱਕ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਸਤਿਗੁਰੂ ਜੀ ਕਥਨ ਕਰਦੇ ਹੈ ਤੇ ਗੁਰਦੇਵ ਸਾਰੀ ਬੋਲ ਦੋ ਜੀ ਪੰਕਤੀ। ਗੁਰਦੇਵ ਨਾਨਕ ਹਰ ਨਮਸਕਾਰ। ਸਤਿਗੁਰੂ ਜੀ ਕਥਨ ਕਰਦੇ ਗੁਰੂ ਅਰਜਨ ਦੇਵ ਜੀ ਕਿ ਗੁਰਦੇਵ ਗੁਰੂ ਨਾਨਕ ਦੇਵ ਜੀ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹਨ। ਗੁਰਦੇਵ ਗੁਰੂ ਨਾਨਕ ਦੇਵ ਜੀ ਹਰ ਹਰੀ ਸਰੂਪ, ਤੇ ਸਾਡੀ ਨਿਮਰਤਾ ਸਹਿਤ ਤੁਹਾਨੂੰ ਨਮਸਕਾਰਾ ਬੰਦਨਾ ਹੈ ਤੁਹਾਨੂੰ। ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਭਾਇਆ। ਆਪ ਨਾਰਾਇਣ ਕਲਾ ਤਾ ਜਗ ਮੈਂ ਪਰਵਰਿ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਇਹ ਭੇਦ ਨਹੀਂ ਹੈ, ਫਰਕ ਨਹੀਂ ਹੈ। ਇਹੋ ਸ਼ਲੋਕ ਆਦਿ ਅੰਤ ਪੜਨਾ। ਇਹ ਹੁਣ ਹਦਾਇਤ ਕੀਤੀ ਹੈ ਗੁਰੂ ਸਾਹਿਬ, ਹੁਕਮ ਕੀਤਾ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ ਦਾ ਸ਼ਲੋਕ ਜਿਹੜਾ ਇਹ ਸ਼ਲੋਕ ਹੈ 52 ਅੱਖਰੀ ਦੇ ਮੁੱਢ ਵਿੱਚ ਸੀ, ਉੱਥੇ ਆਦ ਵਿੱਚ ਸੀ, ਤੇ ਅੰਤ ਵਿੱਚ ਇੱਥੇ ਫੇਰ ਆਇਆ। ਕਹਿੰਦੇ ਪੜਨਾ ਹੈ, ਕਿਤੇ ਵਾਧੂ ਸਮਝ ਕੇ ਛੱਡ ਨਾ ਦਿਓ ਵੀ ਉੱਥੇ ਆ ਗਿਆ ਹੁਣ ਇਹਦੀ ਲੋੜ ਨਹੀਂ ਹੈ। ਆਦ ਵਿੱਚ ਵੀ ਪੜਨਾ, ਅੰਤ ਵਿੱਚ ਵੀ ਪੜਨਾ, ਇਹ ਹਦਾਇਤ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਉਹ ਲਿਖਿਆ ਹੋਇਆ ਹੈ ਇਹ ਸ਼ਲੋਕ ਬਾਰੇ। ਆਦ ਅੰਤ ਜੋ ਕਹਾ ਸ਼ਲੋਕ ਸ੍ਰੀ ਗੁਰੂ ਮਹਿਮਾ ਕਹਿ ਦੋ ਸ਼ਲੋਕ। ਗੁਰੂ ਦੀ ਮਹਿਮਾ ਕੀਤੀ ਹੈ ਦੋਨਾਂ ਸ਼ਲੋਕ। ਆਦ ਅੰਤ ਗੁਰ ਏਕ ਸਮਾਨਾ ਜੇ ਆਸਰਿਤ ਜਗ ਸਿੰਧ ਤਰਾਨਾ। ਜਿਹਦੇ ਆਸਰੇ ਲਾ ਕੇ ਤਰਨਾ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ, ਇਹਨੂੰ ਛੱਡਣਾ ਨਹੀਂ, ਪੜ੍ਹਨਾ ਹੈ। ਇਹ ਸਾਧ ਜੀ ਕਈ ਲੋਕ ਵਾਧੂ ਸਮਝ ਗਏ, ਐਸੀ ਮਨਮਤ ਕਰਦੇ ਹੋਣਗੇ, ਪਰ ਨਹੀਂ ਕਰਨੀ ਚਾਹੀਦੀ। ਹੁਣ ਇਹ ਸ਼ਬਦ ਜਿਹੜਾ ਸਾਧ ਜੀ ਇਹਦੀ ਹੁਣ ਅੱਗੇ ਥੋੜੀ ਜਿਹੀ ਵਿਚਾਰ, ਕਿਉਂਕਿ ਸਮਾਪਤੀ ਹੈ, ਸਮਾਪਤੀ ਵਾਲਾ ਥੋੜਾ ਜਿਹਾ ਸਮਾਂ ਜਿਹੜਾ ਉਹਦੇ ਵਿੱਚ ਕੁਝ ਸਮਾਂ ਉੱਤੇ ਹੋ ਜਾਇਆ ਕਰਦਾ, ਪਰ ਇੰਨਾ ਵੀ ਨਹੀਂ, ਪਰ ਸਮਾਪਤੀ ਹੈ ਹੁਣ। ਤੇ ਜਿਹੜੇ ਗਹਿਣੇ ਰੱਖਣ ਦੇ ਲਈ ਡੱਬਾ ਹੁੰਦਾ ਹੈ ਉਹਦੇ 2 ਢੱਕਣ ਹੁੰਦੇ ਨੇ। 52 ਅੱਖਰੀ ਦੀ ਬਾਣੀ ਹੈ, ਆਦ ਤੇ ਅੰਤ, ਇਹ 2 ਢੱਕਣ। ਇਹਦੇ ਵਿੱਚ ਜਿਵੇਂ ਲੱਕੜ ਦਾ ਡੱਬਾ ਹੁੰਦਾ ਹੈ,
ਉਹ ਢੱਕਣ ਵੀ ਲੱਕੜ ਦੇ ਹੁੰਦੇ ਨੇ। ਇਸੇ ਤਰ੍ਹਾਂ ਬਾਣੀ ਦੀ ਆਰੰਭ ਤੇ ਅੰਤ ਵਿੱਚ ਇੱਕੋ ਹੀ ਸ਼ਲੋਕ ਸ਼ਬਦ ਜਿਹੜਾ ਕਥਨ ਕੀਤਾ ਹੈ, ਵਿਚਾਲੇ ਬਾਣੀ ਹੈ, ਇਹ ਤਾਂ ਹੈ ਕਿ ਹੀਰੇ ਮੋਤੀ ਜਵਾਹਰ ਮਾਣਕ, ਹੀਰੇ ਨ ਜਵਾਹਰ ਨ ਮਾਣਕ ਨ, ਇਹਨਾਂ ਦੀ ਪਿੱਛੇ ਵਿਚਾਰ ਹੋ ਚੁੱਕੀ ਹੈ। ਇਹ ਬਾਣੀ 'ਚ ਭਗਤੀ ਰੂਪੀ ਮਣੀਆਂ, ਕਰਨਾ ਮੁੱਤਾ ਰੂਪ ਮੋਤੀ, ਪ੍ਰੇਮ ਰੂਪੀ ਲਾਲ, ਬੈਰਾਗ ਰੂਪੀ ਰਤਨ, ਗਿਆਨ ਰੂਪੀ ਜਵਾਹਰ ਆਦਿ ਬਰਮ ਵਿਦਿਆ ਰੂਪੀ ਗਹਿਣੇ ਇਹ ਰੱਖੇ ਹੋਏ। ਇਹ ਬਰਮ ਵਿਦਿਆ ਰੂਪੀ ਗਹਿਣਾ ਮਾਤਾ ਗੰਗਾ ਜੀ ਨੂੰ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਇਹਦਾ ਅੰਤਰੀ ਭਾਵ ਗਹਿਣੇ ਦਾ ਉਪਦੇਸ਼ ਬਖਸ਼ਿਆ। 52 ਅੱਖਰੀ ਦੀ ਜਿਹੜੀ ਬਾਣੀ ਹੈ, ਇਹ ਇੱਕ ਮਾਲਾ ਹੈ ਸਾਧ ਸੰਗਤ ਜੀ। ਮਾਲਾ 108 ਮਣਕਿਆਂ ਦੀ ਹੁੰਦੀ ਹੈ। ਉਸੇ ਤਰ੍ਹਾਂ 52 ਅੱਖਰੀ ਦੇ 108 ਸ਼ਲੋਕ ਬਣਦੇ ਨੇ। ਜੇ ਕੋਈ ਸ਼ੰਕਾ ਕਰੇ ਵੀ ਇਹ ਕਿਵੇਂ ਹੋ ਸਕਦਾ ਹੈ, ਇਹ ਸਾਧ ਸੰਗਤ ਜੀ ਇਉਂ ਹੈ ਵੀ ਅਖੀਰਲੇ ਸ਼ਲੋਕ ਜਿਹੜੇ ਅੰਤ ਵਿੱਚ ਜਿਹੜਾ 55 ਅੰਕ ਨਹੀਂ ਲੱਗਿਆ ਹੋਇਆ, ਫਿਰ ਇਹ ਸ਼ੰਕਾਵਾਦੀ ਕਹਿੰਦੇ 55 ਅੰਕ ਲੱਗਿਆ, ਤੁਸੀਂ 108 ਕਿਵੇਂ ਬਣਾ ਦਿੱਤੇ? ਇਹ ਤਾਂ 110 ਬਣ ਜਾਣਗੇ, 55 ਨੂੰ ਦੂਣੀ ਨਾ ਕਰਾਂਗੇ ਕਿਉਂਕਿ ਸ਼ਲੋਕ ਤੇ ਪੌੜੀਆਂ ਨੇ, 55 ਸ਼ਲੋਕ ਔਰ 55 ਪੌੜੀਆਂ। ਤਾਂ ਇਹਦਾ ਸਾਧ ਸੰਗਤ ਜੀ ਇਸ ਤਰ੍ਹਾਂ ਵਿਚਾਰ ਹੈ, ਜਿਹੜਾ ਓੰਗ ਸਾਧ ਸਤਿਗੁਰ ਨਮਸਕਾਰੰ, ਇਹ ਵਾਲਾ ਜਿਹੜਾ ਸ਼ਲੋਕ ਹੈ ਇਹ ਮੰਗਲ ਰੂਪ ਹੈ। ਜਿਵੇਂ ਮਾਲਾ ਦੇ ਉੱਤੇ ਮੇਰੂ ਮਣਕਾ ਹੁੰਦਾ, ਉਹ 108 ਤੋਂ ਗਿਣਤੀ ਤੋਂ ਬਾਹਰ ਹੁੰਦਾ ਹੈ। ਇੱਕ ਤਾਂ ਇਹ ਬਾਹਰ ਕੱਢ ਦਿਓ। ਦੂਸਰਾ ਸਾਧ ਸੰਗਤ ਜੀ ਜਿਹੜਾ ਸ਼ਲੋਕ ਹੈ ਤੇ ਇਹਨੂੰ ਬਾਹਰ ਕੱਢ ਦਿੰਦੇ ਆ ਤਾਂ ਇਹਦੇ ਵਿੱਚੋਂ ਘਟਾ ਦੀ ਬਾਕੀ 54 ਰਹਿ ਗਏ। ਫਿਰ 54 ਦੂਣੀ 108, 108 ਦੀ ਮਾਲਾ ਸਾਧ ਸੰਗਤ ਜੀ ਪੂਰੀ ਹੋ ਜਾਂਦੀ ਹੈ ਤੇ ਮੇਰੂ ਮਣਕਾ ਉਹਦੇ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਨੇ ਹਰ ਗੁਰਸਿੱਖ ਨੂੰ ਇਹ ਮਾਲਾ ਬਖਸ਼ੀ ਹੈ ਵੀ ਰੋਜ਼ਾਨਾ ਇੱਕ ਪਾਠ 52 ਅੱਖਰੀ ਦਾ ਕਰੇ। ਜੋ ਜੀਵ ਹਰ ਰੋਜ਼ ਇਹ ਪਾਠ ਕਰੇਗਾ ਉਹ ਸੰਸਾਰ ਦੇ ਵਿੱਚ ਆਉਣਾ ਜਾਣਾ ਉਹਦਾ ਖਤਮ ਹੋ ਜਾਏਗਾ। ਇਹ ਮਾਲਾ ਹੈ। ਤੇ ਇਉਂ ਸਾਧ ਸੰਗਤ ਜੀ ਪੰਡਤ ਨੇ ਜਿਹੜੇ 52 ਅੱਖਰ ਦਾ ਸਿਧਾਂਤ ਪੁੱਛਿਆ ਸੀ, ਉਹਦੇ ਇੱਕ ਉਹ ਸੰਸਕ੍ਰਿਤ ਦੇ ਰਕਾਰ ਆਕਾਰ ਮਕਾਰ ਐਂ ਬੋਲਦੇ ਆ, ਮਹਾਰਾਜ ਨੇ ਸਿੱਧੇ ਪੰਜਾਬੀ ਦੇ ਅੱਖਰ ਬੋਲੇ ਨੇ, ਸੱਸਾ ਹੈ ਕੱਕਾ ਹੈ ਮੰਮਾ ਹੈ, ਉਹਦੇ ਅਨੁਸਾਰ ਬਖਸ਼ਿਆ। ਇਹਦੇ ਅੰਤਰਭੂਤ 35 ਅੱਖਰਾਂ ਦੇ 52 ਕਿਵੇਂ ਬਣਾਏ, ਇਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਇਹਨੂੰ ਨਿਰਣਾ ਕੀਤਾ। ਉਹ ਗੁਰਬਾਣੀ ਅਰਥ ਭੰਡਾਰ ਦੀ ਇਸ ਪੋਥੀ ਦੇ 52 ਅੱਖਰੀ ਦੇ ਉੱਥੇ ਤੁਸੀਂ ਮੁੱਢ ਦੇ ਵਿੱਚ ਸਾਰਾ ਪੜ੍ਹ ਸਕਦੇ ਹੋ, ਵਿਚਾਰ ਕਰ ਸਕਦੇ ਹੋ। ਜੋ ਪੰਡਤ ਨੇ ਪੁੱਛਿਆ ਸੀ ਬ੍ਰਹਮ ਗਿਆਨ ਮਹਾਰਾਜ ਨੇ ਬਖਸ਼ ਦਿੱਤਾ ਹੈ। ਤੇ 52 ਅੱਖਰੀ ਦਾ ਸਾਧ ਸੰਗਤ ਜੀ ਇਹ ਸਾਰੇ 55 ਸ਼ਲੋਕ ਇਸ ਪ੍ਰਕਾਰ ਹੋਏ ਨੇ। ਓੰਗ ਸਾਧ ਨਮਸਕਾਰੰ, ਇਹ ਮੰਗਲ ਹੈ, ਇਹ ਨਾਸਤਕ ਭ੍ਰਾਂਤੀ ਨਿਵਰਤੀ ਵਾਸਤੇ ਹੈ। ਡੰਡੌਤ ਵੰਦਨ ਅਨਕਵਾਰ ਸਰਵ ਕਲਾ ਸਮਰੱਥ, ਇਹ ਮੰਗਲ ਗ੍ਰੰਥ ਦੀ ਨਿਰਵਿਘਨ ਸਮਾਪਤੀ ਵਾਸਤੇ ਹੈ। ਹੇ ਅਚੁੱਤ ਹੇ ਪਾਰਬ੍ਰਹਮ ਅਵਨਾਸੀ ਅਗਨਾਸ, ਇਹ ਅਕਰਤ ਕਹਿਣਾ ਦੋਸ਼ ਦੀ ਨਿਵਰਤੀ ਵਾਸਤੇ ਹੈ। 55 ਸ਼ਲੋਕਾਂ ਵਿੱਚੋਂ ਇਹ 3 ਸ਼ਲੋਕ ਹਟਾ ਦਈਏ, ਬਾਕੀ ਸਾਧ ਸੰਗਤ ਜੀ 52 ਰਹਿ ਜਾਂਦੇ ਆ। ਤੇ ਇਹ 52 ਸ਼ਲੋਕ 52 ਅੱਖਰਾਂ ਦਾ ਸਿਧਾਂਤ ਰੂਪ ਪੰਡਤ ਨੂੰ ਉਪਦੇਸ਼ ਬਖਸ਼ਿਆ। ਇਉਂ ਮਹਾਰਾਜ ਨੇ 52 ਅੱਖਰੀ ਦੀ ਬਾਣੀ ਰਚ ਕੇ ਪੰਡਤ ਨਾਲ ਚਰਚਾ ਰੂਪ ਅਤੇ ਮਾਤਾ ਗੰਗਾ ਜੀ ਨੂੰ ਸੁੱਚੇ ਹੀਰੇ ਮੋਤੀਆਂ ਦੀ ਮਾਲਾ ਬ੍ਰਹਮ ਵਿਦਿਆ ਦੀ ਬਖਸ਼ ਦਿੱਤੀ ਹੈ ਤੇ ਗੁਰਸਿੱਖਾਂ ਨੂੰ ਬਖਸ਼ ਦਿੱਤੀ। ਤੇ ਮਾਤਾ ਗੰਗਾ ਨੂੰ ਕਿਹਾ ਤੇ ਨਾਲੇ ਤੁਸੀਂ ਫੇਰੋ ਮਾਲਾ, ਨਾਲੇ ਤੇੜੀਆਂ ਸ਼ਾਹੂਕਾਰਨੀਆਂ ਕਹਿੰਦੇ ਅਸੀਂ ਕਿ ਗੁਰੂ ਕਿਆਂ ਨੇ ਗਹਿਣੇ ਨਹੀਂ ਪਾਏ ਹੋਏ, ਨੱਕਾਂ ਕੰਨਾਂ ਦੇ ਵਿੱਚ ਕੁਝ ਨਹੀਂ ਹੈ ਮਾਤਾ ਦੇ, ਆਹ ਗਹਿਣਾ ਉਹਨਾਂ ਨੂੰ ਵੀ ਪਹਿਨਾ ਦਿਓ। ਇਹ ਲੋਕ ਸਾਧ ਸੰਗਤ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲਾ ਹੈ। ਅਖੀਰ ਦੇ ਵਿੱਚ ਸਾਧ ਸੰਗਤ ਜੀ ਇੱਕ ਇਸ 52 ਅੱਖਰੀ ਦੇ ਮਹਾਤਮ ਤੇ ਸੰਪਰਦਾ ਦੇ ਵਿੱਚ ਵਿਚਾਰ ਚਲੀ ਆ ਰਹੀ ਹੈ। ਉਹ ਇਸ ਪ੍ਰਕਾਰ ਹੈ ਕਿ ਗੁਰਬਾਣੀ ਦਾ ਸੰਪੂਰਨ ਮਹਾਤਮ ਤਾਂ ਸਾਰੀ ਗੁਰਬਾਣੀ ਦਾ ਬੇਅੰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਬਾਣੀ ਪਾਠ ਅਤੇ ਵਿਆਖਿਆ ਇਹ ਕਰਨ ਵਾਲੇ ਅਨੰਤ ਕ੍ਰਿਸ਼ਮੇ ਜਗ ਪ੍ਰਸਿੱਧ ਨੇ। ਪਰ ਇਸ ਬਾਣੀ ਦੇ ਕ੍ਰਿਸ਼ਮੇ ਦੀ ਇੱਕ ਗੱਲ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਦਰਜ ਬਾਣੀਆਂ ਦੇ ਵਿੱਚ ਪ੍ਰਸਿੱਧ ਸਾਧ ਸੰਗਤ ਜੀ ਕਈਆਂ ਮਹਾਤਮ ਦੀਆਂ ਸਾਖੀਆਂ। 52 ਅੱਖਰੀ ਬਾਣੀ ਦੀ ਵੀ ਇੱਕ ਐਸੀ ਸਾਖੀ ਹੈ ਜਿਹੜੀ ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਦੱਸੀ। ਉਹ ਸਾਧ ਸੰਗਤ ਜੀ ਇਸ ਤਰ੍ਹਾਂ ਹੈ ਵੀ ਉਦਾਸੀ ਸੰਤਾਂ ਦੇ ਵਿੱਚੋਂ ਉਦਾਸੀਨ ਭੇਖ ਜਿਹੜਾ ਸਾਧ ਸੰਗਤ ਜੀ, ਉਹ ਗੁਰੂ ਨਾਨਕ ਦੇ ਘਰ ਦੀ 9 ਮਾਸ ਦਾ ਰਿਸ਼ਤਾ ਇਹਨਾਂ ਦੇ ਨਾਲ। ਹੁਣ ਭਾਵੇਂ ਉਦਾਸੀ ਦੂਰ ਹੁੰਦੇ ਜਾ ਰਹੇ ਹੈ, ਹੋ ਗਏ ਨੇ ਬਹੁਤ ਸਾਰੇ, ਹੋ ਕੀ ਰਹੇ ਹੈ। ਇਹ ਸਾਡੀਆਂ ਵੀ ਗਲਤੀਆਂ ਉਹਨਾਂ ਦੀਆਂ ਵੀ ਹੋਣਗੀਆਂ, ਪਰ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਚੱਲਿਆ ਉਦਾਸੀ ਦਾ। ਇੱਕ ਜਪੀ ਤਪੀ ਮਹਾਂਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਥਾਹ ਸ਼ਰਧਾ ਰੱਖਦਾ ਸੀ ਉਦਾਸੀ ਸੰਤ, ਉਹਦਾ ਨਾਮ ਸੀ ਭਗਤ ਰਾਮ ਦਿੱਤਾ। ਉਹਦੇ ਪਾਸ ਇੱਕ ਕੋੜੀ ਆ ਗਿਆ। ਕੋੜੀ ਨੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਦਾ ਕੋੜ ਫੁੱਟਿਆ ਹੋਇਆ ਹੈ। ਉਹ ਆ ਕੇ ਰੋਣ ਲੱਗ ਪਿਆ ਮਹਾਂਪੁਰਸ਼ਾਂ ਕੋਲ
ਤੇ ਭਗਤ ਰਾਮ ਦਿੱਤਾ ਮਹਾਂਪੁਰਸ਼ ਕਹਿੰਦੇ ਕੀ ਗੱਲ ਭਾਈ ਰੋਂਦਾ ਕੀ ਹੈ? ਉਹ ਕਹਿੰਦਾ ਮਹਾਰਾਜ ਜੀ ਮੈਨੂੰ ਕੋੜ ਹੋ ਗਿਆ ਹੈ। ਬਹੁਤ ਬੇਵਲਾ ਹੋ ਕੇ ਬੇਨਤੀ ਕੀਤੀ ਕਿ ਮੇਰੇ ਤੇ ਗਰੀਬ ਤੇ ਤਰਸ ਕਰੋ ਮਹਾਰਾਜ। ਮੈਂ ਸੁਣਿਆ ਵੀ ਸੰਤ ਕਿਰਪਾ ਕਰ ਦਿੰਦੇ, ਬਿਮਾਰੀਆਂ ਕੱਟ ਦਿੰਦੇ ਨੇ, ਕੋੜ ਹਟਾ ਦਿਓ ਮੇਰਾ। ਮੈਂ ਬੜੀਆਂ ਦਵਾਈਆਂ ਵਰਤ ਲਈਆਂ ਮਹਾਰਾਜ, ਹਟਿਆ ਨਹੀਂ। ਦੇਹ ਰੋਗਤਾ ਦਾ ਦਾਨ ਬਖਸ਼ੋ। ਮਹਾਂਪੁਰਸ਼ ਕਹਿੰਦੇ ਭਾਈ ਦਿਆਲੂ ਸੁਭਾਅ ਹੁੰਦਾ ਹੈ ਮਹਾਂਪੁਰਸ਼ਾਂ ਦਾ। ਉਹਨੂੰ ਧੀਰਜ ਦਿੱਤੀ, ਕਹਿੰਦੇ ਭਾਈ ਦੇਖ ਮੇਰੇ 'ਚ ਤਾਂ ਨਹੀਂ ਕੋਈ ਸਮਰੱਥਾ ਹੈ, ਕੋੜ ਹਟਾਉਣ ਦੀ ਸ਼ਕਤੀ ਗੁਰਬਾਣੀ 'ਚ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਰਚੀ ਹੋਈ ਹੈ ਤੇ ਜਪਜੀ ਸਾਹਿਬ ਹੈ, ਹੋਰ ਬਾਣੀਆਂ ਨੇ, ਜਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਰਚੀ ਹੈ। ਕਹਿੰਦਾ ਜੀ ਮੈਨੂੰ ਤਾਂ ਬਾਣੀ ਬਾਰੇ ਗਿਆਨ ਨਹੀਂ। ਮਹਾਂਪੁਰਖ ਕਹਿੰਦੇ ਚੰਗਾ ਫਿਰ ਮੈਂ ਤੈਨੂੰ ਬਾਣੀ ਦੀ ਵਿਆਖਿਆ ਸੁਣਾ ਦੇਣਾ, ਤੇਰਾ ਕੋੜ ਦੀ ਨਿਮਰਤੀ ਹੋ ਜਾਊਗੀ, ਪਰ ਗੁਰਬਾਣੀ ਤੇ ਨਿਸ਼ਚਾ ਰੱਖੇਗਾ ਤਾਂ ਕੋੜ ਹਟੂਗਾ। ਕਹਿੰਦਾ ਜੀ ਮੈਂ ਨਿਸ਼ਚਾ ਰੱਖੂੰ। ਉਹ ਪ੍ਰੇਮੀ ਨੇ ਨਿਸ਼ਚਾ ਰੱਖਿਆ। ਮਹਾਂਪੁਰਖਾਂ ਨੇ ਅਰਦਾਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ 52 ਅੱਖਰੀ ਦੀ ਕਥਾ ਸ਼ੁਰੂ ਕਰ ਲਈ। ਇੱਕ ਪਾਠ ਤਾਂ ਰੋਜ਼ ਉਸ ਤਰ੍ਹਾਂ ਸੁਣਾ ਦਿਆ ਕਰਨ ਪਹਿਲਾਂ ਉਹਨੂੰ 52 ਅੱਖਰੀ ਦਾ, ਫਿਰ ਉਹਦੇ ਅਰਥ ਸੁਣਾਉਣੇ। ਲੜੀਵਾਰ ਕਥਾ 52 ਅੱਖਰੀ ਦੀ ਉਹ ਕੋੜੀ ਸੁਣਦਾ ਰਿਹਾ। ਉਹ ਪ੍ਰੇਮੀ ਦੀ ਸ਼ਰਧਾ ਬਹੁਤ ਸਾਧ ਸੰਗਤ ਸ਼ਰਧਾ ਤੇ ਸਹਿਜ ਸੁਣਦਾ ਰਿਹਾ ਵੀ ਮੇਰਾ ਕੋੜ ਹਟੂ। ਜਦੋਂ 21 ਦਿਨ ਹੋ ਗਏ ਕਥਾ ਹੁੰਦੀ ਨੂੰ 52 ਅੱਖਰੀ ਦੀ, ਉਹ ਹੈ ਸਹਿਜ ਭਾਵ ਨਾਲ ਕਰਦੇ ਸੀ। 21ਵੇਂ ਦਿਨ ਕਥਾ ਦੀ ਸਮਾਪਤੀ ਕੀਤੀ। ਉਸ ਦਿਨ ਦੇਹੀ ਕੰਚਨ ਵਰਗੀ ਹੋ ਗਈ, ਕੋੜ ਦਾ ਨਾਂ ਨਿਸ਼ਾਨ ਬਣੀ ਸੀ ਉੱਥੇ। ਇਸ ਕਰਕੇ ਸਾਧ ਸੰਗਤ ਇਹ ਬਾਣੀ ਦਾ ਮਹਾਤਮ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਹ ਕਿਤਨਾ ਕੁ ਮਹਾਤਮ ਹੈ, ਇਹਦਾ ਫਲ ਕਿੰਨਾ ਕੁ ਹੋ ਸਕਦਾ ਹੈ, ਕਿਹਾ ਸੁਣਿਆ ਨਹੀਂ ਜਾ ਸਕਦਾ। ਇਹ ਫਿਰ ਪ੍ਰਤੱਖ ਵਰਤੀ ਹੋਈ ਸਾਧ ਸੰਗਤ ਕਲਾ ਗੁਰੂ ਨਾਨਕ ਦੇ ਘਰ ਵਿੱਚ ਹੈ। ਇੱਥੇ ਸਾਧ ਸੰਗਤ ਅੱਜ 52 ਅੱਖਰੀ ਦੀ ਇਹ ਬਾਣੀ ਮਹਾਰਾਜ ਸਾਹਿਬ ਨੇ ਸਮਾਪਤੀ ਕਰਾ ਦਿੱਤੀ ਹੈ। ਅੱਗੇ ਸ੍ਰੀ ਸੁਖਮਨੀ ਸਾਹਿਬ ਪ੍ਰਾਰੰਭ ਹੋ ਗਏ। ਸੁਖਮਨੀ ਸਾਹਿਬ ਦਾ ਉਚਾਰਨ ਕਿਵੇਂ ਹੋਇਆ, ਸੁਖਮਨੀ ਸਾਹਿਬ ਦਾ ਮਹਾਤਮ ਕੀ ਹੈ, ਸਾਰੀਆਂ ਗੱਲਾਂ ਸੁਖਮਨੀ ਸਾਹਿਬ ਦੇ ਅਰਥਾਂ ਦੇ ਵਿੱਚ ਆ ਜਾਣੀਆਂ ਨੇ। ਹੁਣ ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਸਭ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ ਜੀ। ਆਓ ਹੁਣ ਇੱਥੇ ਸਮਾਪਤ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਾਰਾ। ਇਹੋ ਸ਼ਲੋਕ ਆਦ ਅੰਤ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।